ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰਯੋਗ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਥੋੜੀ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਕਿ ਖੇਤੀ ਤੋਂ ਬਾਅਦ ਪੰਜਾਬ ਦਾ ਜਿਹੜਾ ਮੁੱਢਲਾ ਧੰਦਾ ਸੀ ਉਹ ਟਰੱਕ ਮਾਲਕੀ ਡਰਾਈਵਰੀ ਸੀ, ਜਿਹੜਾ ਕਈ ਕਾਰਨਾਂ ਕਰਕੇ ਸਾਡੇ ਤੋਂ ਖੁੱਸ ਗਿਆ। ਕਿੰਨੀਆਂ ਮੁਸ਼ੱਕਤਾਂ, ਕਿੰਨੀਆਂ ਗਮੀਆਂ, ਹਾਸੇ, ਤਮਾਸ਼ੇ, ਨਮੋਸ਼ੀਆਂ ਇਸ ਬਿਜ਼ਨਸ ਦੇ ਨਾਲ ਵਾਬਸਤਾ ਨੇ। ਸੋ ਉਸ ਮੁਤਲਕ ਸੜਕਨਾਮਾ ਪਾਰਟ 3 ਸਾਹ ਬਲਦੇਵ ਸਿੰਘ ਸੜਕਨਾਮਾ ਦੀਆਂ ਕੁਝ ਕਹਾਣੀਆਂ, ਹੱਡ ਬੀਤੀਆਂ ਜਗ ਬੀਤੀਆਂ ਸਾਂਝੀਆਂ ਕਰਾਂਗੇ ਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੈ। ਉਸ ਤੋਂ ਬਾਅਦ ਫਿਰ ਜਦੋਂ ਮੈਂ ਇੱਕ ਸੈਗਮੈਂਟ ਪੂਰਾ ਕਰਨਾ ਉਸ ਤੋਂ ਬਾਅਦ ਤੁਸੀਂ ਜੁੜ ਜਾਣਾ ਤੇ ਫਿਰ ਨਾਲ ਨਾਲ ਗੱਲਬਾਤ ਹੁੰਦੀ ਰਹੇਗੀ ਤੇ ਗੱਲਬਾਤ ਅੱਜ ਟਰੈਕਿੰਗ ਦੇ ਨਾਲ ਹੀ ਜੁੜੀ ਰਹੇਗੀ। ਇਸ ਕਰਕੇ ਆਪਾਂ ਜੇ ਵਿਸ਼ੇ ਦੀ ਗੱਲ ਕਰੀਏ ਤਾਂ ਉਹ ਬਿਹਤਰ ਰਹੇਗਾ ਤੇ ਬਾਕੀ ਜਿਹੜੀਆਂ ਨੇ ਅਪਡੇਟ ਉਹ ਆਪਾਂ ਬਾਅਦ ਚ ਜਾਂ ਪਹਿਲਾਂ ਦਿੰਦੇ ਰਹਾਂਗੇ। ਤੇ ਇਸ ਕਰਕੇ ਕਿਵੇਂ ਕਿਵੇਂ ਕਿੰਨਾ ਚਾਅ ਸੀ, ਕਿਵੇਂ ਇਹ ਟਰੱਕ ਸ਼ਿੰਗਾਰੇ ਹੁੰਦੇ ਸੀ, ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਬਾਬਿਆਂ ਦੇ, ਚੱਲ ਚੱਲੀਏ। ਸੋ ਇਸ ਤਰ੍ਹਾਂ ਦਾ ਜਿਹੜਾ ਸੀ ਸਿਲਸਿਲਾ ਤੇ ਉਸ ਦੇ ਵਿੱਚ ਬੜਾ ਕੁਝ ਵੇਖਣ ਪਰਖਣ ਨੂੰ ਜਿਹੜਾ ਹੁੰਦਾ ਤੇ ਖੈਰ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਜਿਵੇਂ ਵੱਖ-ਵੱਖ ਮਾਧਿਅਮਾਂ ਤੋਂ ਸਾਨੂੰ ਸੁਣ ਰਹੇ ਹੋ, ਟਿਵਾਣਾ ਰੇਡੀਓ ਦੇ YouTube ਪੇਜ, ਟਿਵਾਣਾ ਰੇਡੀਓ ਦੇ Facebook ਪੇਜ ਤੇ ਇਹ ਪ੍ਰੋਗਰਾਮ ਇਸ ਵਕਤ ਲਾਈਵ ਹੈ ਤੇ ਇਸ ਦੌਰਾਨ ਇਹਨਾਂ ਪ੍ਰੋਗਰਾਮਾਂ ਨੂੰ ਸਾਡਿਆਂ ਨੂੰ ਸਪਾਂਸਰ ਕੀਤਾ ਉਹਨਾਂ ਵੱਖ-ਵੱਖ ਸਪਾਂਸਰ ਸਾਹਿਬ ਦਾ ਵੀ ਜ਼ਿਕਰ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬੇਕਰਸਫੀਲਡ ਤੋਂ ਬਾਈ ਜੀ ਸੁਖੀ ਘੁੰਮਣ, ਜਿਨ੍ਹਾਂ ਦਾ ਸਾਊਥ ਯੂਨੀਅਨ ਐਵਨਿਊ ਦੇ ਵਿੱਚ 2201 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ ਦੇ ਵਿੱਚ ਯੂਨੀਅਨ ਵਿਲੇਜ ਟਰੱਕ ਸਟਾਪ ਹੈ, ਜਿੱਥੇ ਤੁਸੀਂ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਟਰੱਕਿੰਗ ਨਾਲ ਸੰਬੰਧਿਤ ਮਾਣ ਸਕਦੇ ਹੋ। ਮਸਲਨ ਉੱਥੇ ਨਾਲ ਇੰਡੀਅਨ ਰੈਸਟੋਰੈਂਟ ਵੀ ਬਣਿਆ ਹੋਇਆ ਜਿੱਥੇ ਤੁਸੀਂ ਦੇਸੀ ਘਿਓ ਦੇ ਪਰੌਂਠੇ, ਦਹੀਂ ਦੇ ਨਾਲ ਇਹਨਾਂ ਦੀ ਵਿਸ਼ੇਸ਼ਤਾ ਹੈ। ਇਸ ਤੋਂ ਇਲਾਵਾ ਉੱਥੇ ਟਰੱਕਿੰਗ ਨਾਲ ਜਿਹੜੀਆਂ ਸੰਬੰਧਿਤ ਹੋਰ ਸੁੱਖ ਸਹੂਲਤਾਂ ਨੇ ਉਹ ਵੀ ਤੁਸੀਂ ਮਾਣ ਸਕਦੇ ਹੋ। ਐਡਰੈਸ ਹੈ ਯੂਨੀਅਨ ਵਿਲੇਜ ਟਰੱਕ ਸਟਾਪ 2201 ਸਾਊਥ ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ, ਜ਼ਿਪ ਕੋਡ 93307 ਤੇ ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500 661-304-7500 ਨੰਬਰ ਹੈ ਸੁਖੀ ਘੁੰਮਣ ਹੋਰਾਂ ਦਾ। ਤੇ ਜੈ ਘੁੰਮਣ ਹੋਰਾਂ ਦਾ ਨੰਬਰ ਹੈ 661 885 8858 661-885-8858 ਨੰਬਰ ਤੇ ਸੰਪਰਕ ਜੈ ਘੁੰਮਣ ਹੋਰਾਂ ਨਾਲ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਆਪਣੇ ਦੂਸਰੇ ਸਪਾਂਸਰ ਨੇ ਵਾਸ਼ਿੰਗਟਨ ਫreight ਸਰਵਿਸ। ਸਿਆਟਲ ਇਲਾਕੇ ਦੇ ਵਿੱਚ ਲੋਕਲ ਲੋਡ ਅਗਰ ਤੁਹਾਨੂੰ ਚਾਹੀਦੇ ਆ ਤਾਂ ਤੁਸੀਂ ਸੰਪਰਕ ਕਰਨਾ ਹੈ ਜਗਦੇਵ ਸਿੰਘ ਸੰਧੂ ਹੋਰਾਂ ਨਾਲ, ਜਿਨ੍ਹਾਂ ਦਾ ਨੰਬਰ ਹੈ 253 266 6924 ਤੇ ਗੁਰਵਿੰਦਰ ਸਿੰਘ ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 206 3544060। ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਜਿਹੜੇ ਡਰਾਈਵਰ ਤੇ ਓਨਰ ਆਪਰੇਟਰ ਵੀਰ ਨੇ ਹਮੇਸ਼ਾ ਯਾਦ ਰੱਖੋ, ਲੰਮੇ ਰੂਟ ਤੋਂ ਅਗਰ ਆਏ ਹੋ ਤਾਂ ਇਸ ਛੋਟੇ ਰੂਟ ਤੇ ਤੁਸੀਂ ਟਰੱਕ ਚਲਾਉਣਾ ਚਾਹੁੰਦੇ ਹੋ, ਲੋਡ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਾਸ਼ਿੰਗਟਨ ਫreight ਸਰਵਿਸ ਦੀਆਂ ਸੇਵਾਵਾਂ ਲੈ ਸਕਦੇ ਹੋ। ਤੁਹਾਡੀ ਸਹੂਲਤ ਦੇ ਮੁਤਲਕ ਇਹ ਤੁਹਾਨੂੰ ਡਿਸਪੈਚ ਵੀ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਦੇ ਵਿੱਚ ਦਿੰਦੇ ਨੇ। ਨੰਬਰ ਜਗਦੇਵ ਸਿੰਘ ਸੰਧੂ ਹੋਰਾਂ ਦਾ 2532666924। ਇਸੇ ਤਰ੍ਹਾਂ ਅੰਟਾਰੀਓ ਪ੍ਰੋਵਿੰਸ ਦੇ ਵਿੱਚ ਨਵੇਂ ਆਇਓ, ਕੈਨੇਡਾ ਨਵੇਂ ਆਇਓ, ਹੋਮ ਅਤੇ ਆਟੋ ਇੰਸ਼ੋਰੈਂਸ ਅੰਟਾਰੀਓ ਪ੍ਰੋਵਿੰਸ ਦੇ ਵਿੱਚ ਚਾਹੀਦੀ ਹੈ। ਟਰੱਕਿੰਗ ਦੇ ਵਿੱਚੋਂ ਜਾਂ ਡਰਾਈਵਿੰਗ ਦੇ ਵਿੱਚੋਂ ਰਿਨਿਊਵਲ ਹੋਣ ਵਾਲੀ ਹੈ ਤਾਂ ਤੁਰੰਤ ਕਾਲ ਕਰਨਾ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਾਸਤੇ। ਟੋਰਾਂਟੋ ਦੇ ਵਿੱਚ ਵਸਦੇ ਆ ਭੈਣ ਰਾਣੀ ਮਨਦੀਪ ਕੌਰ, ਨੰਬਰ ਹੈ 647 615 5000 647 615 5000। ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦਾ ਤਜਰਬਾ। ਸਾਦ ਤਰਸੇਮ ਸਿੰਘ ਗਿੱਲ CPA ਨੇ, ਅਮਰੀਕਾ ਦੇ ਪੜ੍ਹੇ ਲਿਖੇ ਨੇ, ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਹੈ ਪੈਨਸਿਲਵੇਨੀਆ ਦੇ ਵਿੱਚ ਵਸਦੇ ਨੇ ਤੇ ਇਹਨਾਂ ਤੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ, ਵਪਾਰ, ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਜਿਹੜੀ ਸਰਵਿਸ ਲੈ ਸਕਦੇ ਹੋ। ਤੇ ਇਸ ਦੇ ਨਾਲ ਨਾਲ ਉਹ ਇਮੀਗ੍ਰੇਸ਼ਨ ਦਾ ਵੀ ਕੰਮ ਕਰਦੇ ਨੇ। ਅਗਰ ਤੁਸੀਂ ਕੋਈ ਸਪਾਊਸ ਕੇਸ ਅਪਲਾਈ ਕਰਨਾ, ਕਿਸੇ ਦੋਸਤ ਰਿਸ਼ਤੇਦਾਰ ਨੂੰ ਸੱਦਣਾ ਜਾਂ ਸਪਾਊਸ ਕੇਸ ਗ੍ਰੀਨ ਕਾਰਡ ਵਰਕ ਪਰਮਿਟ ਲੈਣਾ ਤਾਂ ਵੀ ਇਮੀਗ੍ਰੇਸ਼ਨ ਦੇ ਮੁਤਲਕ ਕੋਈ ਕੰਮ ਹੈ, ਤਰਸੇਮ ਸਿੰਘ ਗਿੱਲ ਹੋਰਾਂ ਨੂੰ ਕਾਲ ਕਰੋ। ਨੰਬਰ ਹੈ 484 764 9861 484 764 9861 ਨੰਬਰ ਹੈ ਤਰਸੇਮ ਸਿੰਘ ਗਿੱਲ ਹੋਰਾਂ ਦਾ। ਸਾਹ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਨੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ, ਮਸਲਨ ਉਹਨਾਂ ਨਾਲ ਤੁਸੀਂ ਸੰਪਰਕ ਕਰਨਾ ਤੇ ਵੱਖ-ਵੱਖ ਸੇਵਾਵਾਂ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ।
ਜਿਸ ਦੇ ਵਿੱਚ ਉਹਨਾਂ ਦੀਆਂ ਫਿਊਲ ਕੰਪਨੀਆਂ ਵੀ ਨੇ ਤੇ ਹੋਰ ਸੇਵਾਵਾਂ ਵੀ ਨੇ। ਤੇ ਅਮਰੀਕਾ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਨ ਦੇ ਵਾਸਤੇ ਕਾਲ ਕਰਨੀ ਹੈ 667 930 9260 667 930 9260 ਨੰਬਰ ਤੇ ਕਾਲ ਕਰਨੀ ਹੈ। ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਟਿਵਾਣਾ ਰੇਡੀਓ ਦੀ ਵੈਬਸਾਈਟ tiwanaradio.com ਤੇ ਵੀ ਇਹ ਪ੍ਰੋਗਰਾਮ ਸੁਣੇ ਜਾ ਸਕਦੇ ਨੇ। ਵੈਬਸਾਈਟ ਤੇ ਤੁਸੀਂ ਜਾਓਗੇ ਉੱਥੇ ਪ੍ਰੋਗਰਾਮ ਵੀ ਸੁਣ ਸਕੋਗੇ ਤੇ ਸਾਡੀਆਂ ਜਿਹੜੀਆਂ ਐਪਸ ਨੇ ਉਹ ਵੀ ਤੁਹਾਨੂੰ ਉੱਥੇ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਉਹ ਵੀ ਉੱਥੇ ਤੁਸੀਂ ਇੰਸਟਾਲ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ, ਟਿਵਾਣਾ ਰੇਡੀਓ ਦਾ YouTube ਪੇਜ ਹੈ ਜਿਹੜਾ ਉਸ ਦਾ ਵੀ ਲਿੰਕ ਆਪ ਜੀ ਨੂੰ ਮਿਲੇਗਾ ਤੇ ਜਰੂਰ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ, ਬੈਲ ਆਈਕਨ ਦਬਾਓ ਤਾਂ ਜੋ ਪ੍ਰੋਗਰਾਮ ਸ਼ੁਰੂ ਹੁੰਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਇਸ ਮੁਤਲਕ ਮਿਲ ਜਾਵੇ। ਤੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ 'ਚ ਕਈ ਸਾਰੇ ਕਾਰੋਬਾਰ ਨੇ। ਤੇ ਅਰਲਿੰਗਟਨ ਫਿਊਲ ਸਟਾਪ ਹੈ ਉਹਨਾਂ ਦਾ, ਵਾਸ਼ਿੰਗਟਨ ਸਟੇਟ ਦੇ ਵਿੱਚ ਹੈ, ਜਿਸ ਦਾ ਐਡਰੈਸ ਹੈ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ, ਐਗਜ਼ਿਟ 208 ਤੇ ਪੈਂਦਾ। ਇੱਥੇ ਤੁਹਾਨੂੰ ਫ੍ਰੀ ਕਾਫੀ ਮਿਲੇਗੀ ਤੇ ਫ੍ਰੀ ਫੈਕਸ ਤੇ ਈਮੇਲ ਕਰਨ ਦੀ ਸੁਵਿਧਾ ਤੇ ਫ੍ਰੀ ਟਰੱਕ ਪਾਰਕਿੰਗ ਇੱਥੇ ਮਿਲੇਗੀ। ਇਸ ਤੋਂ ਇਲਾਵਾ ਤੁਸੀਂ ਦੂਸਰਾ ਇਹਨਾਂ ਦਾ ਜਿਹੜੀ ਲੋਕੇਸ਼ਨ ਹੈ ਉਹ ਹੈ ਲੌਸਟਲ ਟਰੈਵਲ ਸੈਂਟਰ। ਦੂਸਰੀ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਉਹ ਹੈ ਲੌਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਲ, ਐਗਜ਼ਿਟ ਪੈਂਦਾ 278। ਇੱਥੇ ਤੁਹਾਨੂੰ ਪੰਜਾਬ ਵਾਲੀ ਕੜਕਦਾਰ ਮਸਾਲੇਦਾਰ ਚਾਹ ਦਾ ਸੇਵਨ ਫ੍ਰੀ ਮਿਲੇਗਾ। ਇਸ ਤੋਂ ਇਲਾਵਾ ਉੱਥੇ ਤੁਹਾਨੂੰ ਫ੍ਰੀ ਲਾਂਡਰੀ ਕਰ ਸਕਦੇ ਹੋ, ਕੱਪੜਿਆਂ ਦੀ ਧੋਈ ਕਰ ਸਕਦੇ ਹੋ, ਸ਼ਾਵਰ ਲੈ ਸਕਦੇ ਹੋ ਤੇ ਓਵਰਨਾਈਟ ਟਰੱਕ ਪਾਰਕਿੰਗ ਵੀ ਫ੍ਰੀ ਹੈ ਤੇ ਨਾਲ ਲਿਕਰ ਸ਼ਾਪ ਵੀ ਹੈ। ਉੱਥੇ ਜੇਬ ਢਿੱਲੀ ਕਰਨੀ ਪੈਣੀ, ਉਹ ਫ੍ਰੀ ਨਹੀਂ ਹੈ ਕਿਉਂਕਿ ਸਾਰੀਆਂ ਚੀਜ਼ਾਂ ਫ੍ਰੀ ਕਹਿ ਰਹੇ ਆ। ਤੇ ਇਸ ਦੌਰਾਨ ਤੁਸੀਂ ਉੱਥੇ ਜਿਹੜਾ ਹੈਗਾ ਇਹ ਟਰੱਕਿੰਗ ਨਾਲ ਸੰਬੰਧਿਤ ਜਿਹੜੀ ਰੈਸਟ ਉੱਥੇ ਫਰਮਾ ਸਕਦੇ ਹੋ, ਫਿਊਲ ਲੈ ਸਕਦੇ ਹੋ। ਤੇ ਦੂਸਰਾ ਇਹਨਾਂ ਦੀਆਂ ਜਿਹੜੀਆਂ ਬਲਵੀਰ ਸਿੰਘ ਹੋਰਾਂ ਦੀਆਂ ਡੈਲਟਾ ਫਿਊਲ ਕੰਪਨੀਆਂ ਨੇ ਜਾਂ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀ ਹੈ, ਸੋ ਗੈਸ ਸਟੇਸ਼ਨ ਓਨਰ ਆਪਰੇਟਰ ਇਹਨਾਂ ਤੋਂ ਫਿਊਲ ਜਾਂ ਫਰੈਂਚਾਈਜ਼ ਦੀਆਂ ਸੇਵਾਵਾਂ ਲੈ ਸਕਦੇ ਨੇ। ਤੇ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਭਰਾਤਾ ਨੇ ਉਹਨਾਂ ਦਾ ਨੰਬਰ ਤੁਸੀਂ ਨੋਟ ਕਰ ਲਓ। ਬਲਵੀਰ ਸਿੰਘ ਹੋਰਾਂ ਦੇ ਭਰਾ ਹਰਜਾਪ ਸਿੰਘ ਹੋਰਾਂ ਦਾ ਨੰਬਰ ਹੈ 425 232 8413। ਸੋ ਇਸ ਨੰਬਰ ਤੇ ਵੀ ਸੰਪਰਕ ਤੁਸੀਂ ਕਰ ਸਕਦੇ ਹੋ। ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਕਿ ਪੰਜਾਬ ਮੁੱਢਲੋਂ ਸਾਡੀ ਗੱਡੀਆਂ ਦੀ ਬੜੀ ਸਰਦਾਰੀ ਰਹੀ ਹੈ ਤੇ ਇਸ ਦੌਰਾਨ ਤਰੱਕੀ ਅਸੀਂ ਗੱਡੀਆਂ ਤੋਂ ਬਾਅਦ ਸਿੱਧੀ ਫਿਰ ਠੇਲਿਆਂ ਤੇ ਕੀਤੀ ਹੈ। ਟਰਾਂਸਪੋਰਟ ਦਾ ਸਾਧਨ ਸੀ, ਵੈਸੇ ਟਰਾਂਸਪੋਰਟ ਦਾ ਸਾਧਨ ਆਪਣੇ ਸੀ। ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚ ਜਿਹੜਾ ਊਠਾਂ ਵਾਲੇ ਸੀਗੇ, ਜਿਹੜੇ ਰਾਜਸਥਾਨ ਦੇ ਵਿੱਚ ਮੁਸਾਫਰਾਂ ਨੂੰ ਜਿਹੜੇ ਊਠਾਂ ਤੇ ਬਹਾ ਕੇ ਸਫ਼ਰ ਕਰਾਉਂਦੇ ਸੀ, ਉਹ ਥੋਰੀ ਕਮਿਊਨਿਟੀ ਆਪਣੇ ਜਿਹੜੇ ਨੇ ਥੋਰੀ ਡੀਸੀ ਵੀ ਰਹੇ ਨੇ, ਆਪਣਾ ਬਰਨਾਲਾ ਲੰਮਾ ਸਮਾਂ ਘਣਸ਼ਿਆਮ ਦਾਸ ਥੋਰੀ ਡੀਸੀ ਰਹੇ ਨੇ। ਇਹ ਜਿਹੜੀ ਕਮਿਊਨਿਟੀ ਸੀ ਇਹਨਾਂ ਦਾ ਧੰਦਾ ਵੀ ਨਾ ਟਰਾਂਸਪੋਰਟਰੀ ਸੀਗਾ। ਉਹ ਰਾਜਸਥਾਨ ਦੇ ਵਿੱਚ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਸਫ਼ਰ ਕਰਾਉਂਦੇ ਸਨ, ਊਠ ਤੇ ਬਿਠਾ ਕੇ, ਜਿਵੇਂ ਮੁਹਾਰਾਂ ਫੜ ਕੇ ਮੂਹਰੇ ਜਿਹੜਾ ਊਠ ਦਾ ਮਾਲਕ ਜਾਂਦਾ ਹੈ ਤੇ ਸਵਾਰੀ ਉਹਨਾਂ ਨੇ ਬਿਠਾਈ ਹੁੰਦੀ ਹੈ। ਸੋ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਉੱਥੇ ਹੁੰਦਾ ਹੈ। ਤੇ ਉਹ ਜਿਹੜੀ ਥੋਰੀ ਕਮਿਊਨਿਟੀ ਸੀ ਉਹ ਸਟੋਰੀ ਟੈਲਰ ਬਹੁਤ ਵਧੀਆ ਸੀਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਸਟੋਰੀ ਸੁਣਾਉਣਾ, ਕਹਾਣੀਆਂ ਸੁਣਾਉਣਾ, ਇਹਨੂੰ ਅੱਜ ਕੱਲ੍ਹ ਅਸੀਂ ਸਟੋਰੀ ਟੈਲਰ ਕਹਿਣ ਲੱਗੇ। ਵੈਸੇ ਤਾਂ ਇਹ ਕਹਾਣੀਆਂ ਸਾਡੀਆਂ ਮਾਵਾਂ ਦਾਦੀਆਂ ਨੇ ਸਾਨੂੰ ਉਦਾਂ ਹੀ ਲੋਰੀਆਂ 'ਚ ਸੁਣਾਈਆਂ ਨੇ ਤੇ ਲੱਗਦੀਆਂ ਵੀ ਬੜੀਆਂ ਪਿਆਰੀਆਂ ਨੇ। ਪਰ ਜਿਹੜਾ ਮੁੱਢਲਾ ਸਟੋਰੀ ਟੈਲਰ ਸੀ ਇਸ ਖਿੱਤੇ ਦਾ, ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਰੇਡੀਓ ਟੈਲੀਵਿਜ਼ਨ ਤੇ ਸਟੋਰੀਆਂ ਸੁਣਾਉਂਦੇ ਨੇ, ਸੋ ਉਹ ਇਹ ਥੋਰੀ ਭਾਈਚਾਰਾ ਸੀ। ਇਹਨਾਂ ਦੀ ਜ਼ਿੰਦਗੀ, ਕਿਉਂਕਿ ਹੁਣ ਟਰੱਕ ਡਰਾਈਵਿੰਗ ਵੀ, ਮੈਂ ਟਰੱਕਿੰਗ ਨੂੰ ਅਕਸਰ ਕਹਿਣਾ ਹੁੰਦਾ ਕਿ ਟਰਾਂਸਪੋਰਟ ਨਹੀਂ, ਇਹ ਤਾਂ ਟੈਨਸ਼ਨ ਪੋਰਟ ਹੈ, ਮੁਸ਼ੱਕਤੀ ਤੇ ਮਾਯੂਸੀਆਂ ਵਾਲਾ ਕੰਮ ਹੈ ਨਾ, ਮਿਹਨਤਾਂ ਵਾਲਾ ਕੰਮ ਹੈ, ਖੁਆਰੀਆਂ ਵਾਲਾ ਕੰਮ ਹੈ, ਬੰਦਾ ਪਰੇਸ਼ਾਨ ਵੀ ਬਹੁਤ ਹੁੰਦਾ ਹੈ। ਸੋ ਇਸ ਕਰਕੇ ਜਿਹੜੇ ਥੋਰੀ ਸੀ ਫਿਰ ਉੱਥੋਂ ਇਹ ਖਾਣ ਬਣਿਆ, ਕਿਉਂਕਿ ਥੋਰੀ ਆਪਣੇ ਸਵਾਰ ਨੂੰ ਤਾਂ ਉੱਠ ਤੇ ਬਿਠਾ ਦਿੰਦੇ ਸੀਗੇ ਬੋਤੇ ਤੇ, ਜਾਂ ਸਮਾਨ ਲੱਦ ਲੈਂਦੇ ਸੀ, ਆਪ ਮੂਹਰੇ ਤੁਰੇ ਜਾਂਦੇ ਸੀ ਕੱਕੇ ਰੇਤਿਆਂ 'ਚ ਟਿੱਬਿਆਂ ਤੇ ਫਿਰ ਉਹ ਕਿਤੇ ਕਿਹਾ ਕਿ ਸੁੱਖ ਨਾ ਸੁੱਤਿਓ ਥੋਰੀ ਉਹ ਭੈੜੇ ਜੰਮੇ ਮੰਗਲਵਾਰ, ਕਹਿੰਦੇ ਸੁੱਖ ਦੀ ਨੀਂਦ ਨਹੀਂ ਸੌ ਸਕੇ, ਪਤਾ ਨਹੀਂ ਕਿਹੜੇ ਮੰਗਲਵਾਰ ਨੂੰ ਜੰਮਿਓ। ਸੋ ਇਹ ਥੋਰੀ ਕਮਿਊਨਿਟੀ ਹੌਲੀ ਫਿਰ ਲੋਕੀ ਜਿਹੜਾ ਆਪਣਾ ਨਾਂ ਚਲੋ ਥੋਰੀ ਲਿਖਦੇ ਨੇ, ਕਈ ਨਹੀਂ ਵੀ ਲਿਖਦੇ। ਸੋ ਇਹ ਟਰਾਂਸਪੋਰਟ ਦਾ ਜਿਹੜੇ ਮੁੱਢਲੇ ਖਾਨਦਾਨੀ ਤੌਰ ਤੇ ਜਿਹੜੇ ਇਹ ਲੋਕ ਜੁੜੇ ਸੀਗੇ ਟਰਾਂਸਪੋਰਟ ਦੇ ਨਾਲ, ਜਿਹੜੀ ਪਸ਼ੂਆਂ ਨਾਲ, ਜਾਨਵਰਾਂ ਨਾਲ, ਊਠਾਂ ਬੋਤਿਆਂ ਨਾਲ ਸੰਬੰਧਿਤ ਟਰਾਂਸਪੋਰਟ ਸੀਗੀ, ਉਹ ਥੋਰੀ ਭਾਈਚਾਰਾ ਉਹ ਕੰਮ ਕਰਦਾ ਸੀਗਾ। ਉਹ ਫਿਰ ਆਪਣੇ ਸਵਾਰ ਜਿਹੜਾ ਬੈਠਾ ਸੀ ਉਹਦੇ ਐਂਟਰਟੇਨ ਵਾਸਤੇ ਕਹਾਣੀਆਂ ਕਿੱਸੇ ਸੁਣਾਉਂਦੇ ਸੀਗੇ। ਸੋ ਥੋਰੀ ਸਟੋਰੀ ਟੈਲਰ ਵੀ ਕਹੇ ਜਾਂਦੇ ਨੇ ਇਸ ਕਰਕੇ, ਕਹਾਣੀਆਂ ਸੁਣਾਉਣ ਵਾਲੇ ਲੋਕ।
ਆਪਣਾ ਟਰੱਕ ਜਦੋਂ ਰੂਟ ਤੇ ਪਾਉਂਦੇ ਨੇ, ਢਾਬੇ ਤੋਂ ਤੁਰਨ ਵੇਲੇ ਜਾਂ ਘਰੋਂ ਤੁਰਨ ਵੇਲੇ ਟਾਇਰਾਂ ਨੂੰ ਠੋਰਦੇ ਆ ਨਾ ਵੀਲ ਪਾਨਾ ਮਾਰ ਕੇ, ਉਹਦਾ ਟਾਇਰ ਟੂਰ ਕਹਿੰਦੇ ਚੰਗੀ ਤਰ੍ਹਾਂ ਠੋਰ ਲਿਆ ਕਰੋ। ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਆਪਣਾ ਜਿਹੜਾ ਸੰਦ ਸੰਦੇੜਾ ਨਾ ਉਹਨਾਂ ਨੂੰ ਚੈੱਕ ਕਰ ਲਿਆ ਕਰੋ। ਪਰ ਵੀਰ ਟਾਇਰਾਂ ਦਾ ਤੇ ਇਹ ਤਕਨੀਕ ਦਾ ਕਾਫੀ ਫਰਕ ਹੈ। ਇਹ ਨਹੀਂ ਪਤਾ ਕਿ ਮੌਕੇ ਤੇ ਕਦੋਂ ਧੋਖਾ ਜਿਹੜੀ ਦੇ ਜਾਵੇ। ਸੋ ਇਸ ਕਰਕੇ ਕੋਸ਼ਿਸ਼ ਤਾਂ ਹੁੰਦੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਥੋੜੀ ਦਿੱਕਤ ਆਉਂਦੀ ਹੈ। ਇਸ ਦੀ ਮਾਫੀ ਕਰਦੇ ਹਾਂ ਦਰੁਸਤ, ਇਸ ਸਾਰੇ ਸਿਲਸਿਲੇ ਨੂੰ ਵੀ ਜਲਦ ਦਰੁਸਤ। ਸੋ ਇਸ ਦੌਰਾਨ ਜਿਹੜੇ ਮੈਂ ਜ਼ਿਕਰ ਕਰ ਰਿਹਾ ਸੀਗਾ ਸਟੋਰੀ ਟੈਲਰ ਦਾ, ਜਿਹੜੇ ਇਸ ਤਰ੍ਹਾਂ ਦੇ ਸਟੋਰੀ ਟੈਲਰ ਸੀਗੇ ਉਹ ਆਪਣੇ ਸਵਾਰ ਨੂੰ ਬਿਠਾ ਕੇ ਤੇ ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਸੀਗੇ। ਇਹ ਇੱਕ ਕਮਿਊਨਿਟੀ ਸੀ ਜਿਹੜੀ ਹੌਲੀ ਹੌਲੀ ਆਪਣਾ ਜਿਹੜਾ ਕੰਮ ਧੰਦਾ ਇਹ ਛੱਡ ਗਈ। ਇਹ ਵੀ ਇਹਨਾਂ ਦੀ ਮੁੱਢਲੀ ਟਰਾਂਸਪੋਰਟ ਕਹਿ ਲਈਏ ਤਾਂ ਕੋਈ ਦੋਰਾਵਾ ਨਹੀਂ ਹੈ। ਤੇ ਹੌਲੀ ਹੌਲੀ ਫਿਰ ਇਹਨਾਂ ਨੇ ਇਸ ਕਿੱਤੇ ਦੇ ਵਿੱਚ ਤਬਦੀਲੀ ਕੀਤੀ ਤੇ ਤਬਦੀਲੀ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਜਿਸ ਤਰ੍ਹਾਂ ਉਹਨਾਂ ਦੀ ਲਾਈਫ ਸੀ, ਕਿਉਂਕਿ ਟਰਾਂਸਪੋਰਟ ਧੰਦਾ ਨਾ ਜਿਹੜਾ ਬਹੁਤ ਮੁਸ਼ੱਕਤ ਵਾਲਾ ਹੁੰਦਾ, ਬੜੀਆਂ ਸਮੱਸਿਆਵਾਂ ਇਹਦੇ ਚ ਆਉਂਦੀਆਂ ਨੇ। ਸੋ ਇਸ ਕਰਕੇ ਉਹਨਾਂ ਦੇ ਬਾਰੇ ਜਿਹੜਾ ਅਖਾਣ ਮੈਂ ਤੁਹਾਡੇ ਨਾਲ ਅਕਸਰ ਰਿਪੀਟ ਸਾਂਝਾ ਕਰਦਾ ਤਾਂ ਜੋ ਇਹ ਚੀਜ਼ਾਂ ਸੀਨਾ ਬਸੀਨਾ ਚੱਲਦੀਆਂ ਰਹਿਣ। ਜਿਵੇਂ ਮਸਲਨ ਕਿਹਾ ਜਾਂਦਾ ਸੀ ਕਿ ਸੁੱਖ ਨਾ ਸੁੱਤੇ ਥੋਰੀਓ ਜੰਮਿਓ ਭੈੜੇ ਮੰਗਲਵਾਰ, ਕਿ ਥੋਰੀ ਸੁੱਖ ਦੀ ਨੀਤ ਨਹੀਂ ਸੌਂਦਾ, ਮੰਗਲਵਾਰ ਦੇ ਦਿਨ ਜੰਮਦਾ। ਇਹ ਭਾਵੇਂ ਚੀਜ਼ਾਂ ਬਾਅਦ ਚ ਮਿੱਥਾਂ ਜੁੜ ਗਈਆਂ, ਕਿਉਂਕਿ ਮੰਗਲਵਾਰ ਦੇ ਦਿਨ ਜੰਮਣਾ ਮਾੜਾ ਸਮਝਿਆ ਜਾਂਦਾ ਸਾਡੇ। ਜਿਵੇਂ ਉਹ ਕਿੱਸਿਆਂ 'ਚ ਜ਼ਿਕਰ ਆਉਂਦਾ ਕਿ ਘਰ ਖੀਵੇ ਖਾਨ ਦੇ ਸ਼ੋਕਰੀ ਸਹਿਵਾਂ, ਜੰਮੀ ਮੰਗਲਵਾਰ ਡੂਮ ਸੋਲੇ ਗਾਮ ਦੇ ਖਾਨ ਖੀਵੇ ਦੇ ਵਾਰ, ਰੱਜ ਦੁਆਵਾਂ ਦਿੱਤੀਆਂ ਸੋਹਣੇ ਪਰਿਵਾਰ। ਸੋ ਇਸ ਕਰਕੇ ਉਹ ਵੀ ਕਿ ਭਾਈ ਮੰਗਲਵਾਰ ਨੂੰ ਜੰਮਿਆ ਤੇ ਇਹ ਧੰਦਾ ਜਿਹੜਾ ਜਾਂ ਸੁੱਖ ਦੀ ਨੀਂਦ ਤੂੰ ਸੌ ਨਹੀਂ ਸਕੇਗਾ, ਇਸ ਧੰਦੇ 'ਚ ਯੱਬਖਾਨਾ ਜਿਹਾ ਪੈ ਗਿਆ। ਕਈ ਇਹਨੂੰ ਕਹਿੰਦੇ ਨੇ ਬੜਾ ਅਜੀਬ ਤਰ੍ਹਾਂ ਦਾ ਜਿਹੜਾ ਧੰਦਾ ਹੈ ਟਰਾਂਸਪੋਰਟ ਨੂੰ। ਮੈਂ ਆਪਣੀ ਜੋ ਮੈਂ ਹੱਡੀ ਹੰਡਾਇਆ, ਮੈਂ ਇਹਨੂੰ ਟੈਨਸ਼ਨ ਪੋਰਟ ਹੀ ਕਹਿਣਾ ਹੁੰਦਾ ਕਿ ਟਰਾਂਸਪੋਰਟ ਨਹੀਂ, ਇਹ ਟੈਨਸ਼ਨ ਪੋਰਟ ਹੀ ਹੈ, ਜਿੰਨੀਆਂ ਟੈਨਸ਼ਨਸ ਇਸ ਪ੍ਰੋਫੈਸ਼ਨ ਦੇ ਵਿੱਚ ਨੇ। ਪਰ ਜਿਸ ਤਰ੍ਹਾਂ ਇਹ ਪਹਿਲੀ ਵਾਰੀ ਹੈ, ਮੈਂ ਚੇਤੇ ਹੈ ਬਚਪਨ ਦੇ ਵਿੱਚ ਨਾ ਜਦੋਂ ਰਸ਼ੀਆ ਤੋਂ ਕਿਤਾਬਾਂ ਜਾਂ ਉਹ ਸਸਤਾ ਲਿਟਰੇਚਰ ਬਹੁਤ ਆਉਂਦਾ ਸੀ ਸਕੂਲਾਂ 'ਚ, ਉਹਦੇ 'ਚ ਵੀ ਇੱਕ ਇੱਦਾਂ ਕੰਟੀਨਿਊ ਕਾਲਮ ਛਪਦਾ ਸੀ, ਇੱਕ ਟਰੱਕ ਡਰਾਈਵਰਾਂ ਦੀ ਲਾਈਫ ਤੇ ਸੀਗਾ ਉਹ ਵੀ ਮੈਂ ਬਹੁਤ ਪੜ੍ਹਦਾ ਰਿਹਾ। ਤੇ ਉਹ ਰਸ਼ੀਆ ਦੇ ਜਿਹੜੇ ਟਰੱਕਿੰਗ ਵਾਲੇ ਲੋਕ ਨੇ ਕਿ ਕਿਸ ਤਰ੍ਹਾਂ ਉਹ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਕਿਸ ਤਰ੍ਹਾਂ ਉਹ ਜ਼ਿੰਦਗੀ ਬਤੀਤ ਕਰਦੇ ਨੇ, ਉਹ ਮੈਨੂੰ ਪਿਛਲੇ ਦਿਨ ਹੀ ਚੇਤੇ ਆਇਆ ਟਰੱਕਿੰਗ ਦਾ, ਕਿਉਂਕਿ ਬਲਦੇਵ ਸਿੰਘ ਦਾ ਸੜਕਨਾਮਾ ਤਾਂ ਹੁਣ ਆ ਕੇ ਪੜ੍ਹਿਆ। ਤੇ ਉਸ ਤੋਂ ਪਹਿਲਾਂ ਉਹ ਜਿਹੜਾ ਰਸ਼ੀਆ ਦੇ ਵਿੱਚ ਮੈਗਜ਼ੀਨ ਆਉਂਦੇ ਹੁੰਦੇ ਸੀ ਮੰਥਲੀ, ਤੇ ਉਹਨਾਂ ਦਾ ਪੇਪਰ ਬਹੁਤ ਵਧੀਆ ਹੁੰਦਾ ਸੀ। ਉਹ ਹਿੰਦੀ 'ਚ ਸੀਗੇ, ਉਹ ਛਾਪਦੇ ਸੀ ਕਿਉਂਕਿ ਰਸ਼ੀਆ ਆਪਣਾ ਪਸਾਰ ਇਦਾਂ ਕਰਦਾ ਸੀ, ਲਿਟਰੇਚਰ ਵੰਡਦਾ ਸੀਗਾ। ਉਹ ਟਰੱਕਿੰਗ ਦਾ ਜਿਹੜਾ ਉਹਨਾਂ ਦਾ ਕਾਲਮ ਸੀ ਉਹ ਮੇਰਾ ਮਤਲਬ ਪੱਕਾ ਕਾਲਮ ਸੀ ਜਿਹੜਾ ਮੈਂ ਨਿੱਠ ਕੇ ਪੜ੍ਹਦਾ ਹੁੰਦਾ ਸੀਗਾ। ਸੋ ਪਤਾ ਨਹੀਂ ਕਿਉਂ ਪਹਿਲੇ ਦਿਨ ਤੋਂ ਹੀ ਪ੍ਰਦੇਸ਼ ਨਾਲ ਥੋੜਾ ਜਿਹਾ ਲਗਾਅ ਜ਼ਿਆਦਾ ਰਿਹਾ ਮੇਰਾ। ਪ੍ਰਦੇਸ਼ ਬਾਰੇ ਜਾਣਨ ਦੀ ਇੱਛਾ, ਜਿਓਗ੍ਰਾਫੀ ਵੀ ਪੜ੍ਹਨੀ ਕਿ ਕਿਹੜੇ ਮੁਲਕ 'ਚ ਕੀ ਹੈ, ਕਿਹੜੇ ਮੁਲਕ 'ਚ ਕੀ ਹੈ। ਇੱਕ ਦੁਨੀਆ ਨੂੰ ਜੱਗ ਨੂੰ ਜਾਣਨ ਦੀ ਜਿਹੜੀ ਫਿਤਰਤ ਹੈ ਉਹ ਸ਼ਾਇਦ ਮੁੱਢ ਕਦੀਮ ਤੋਂ ਸੀ। ਸੋ ਇਸੇ ਕਰਕੇ ਸ਼ਾਇਦ ਇਸ ਪ੍ਰੋਫੈਸ਼ਨ ਦੇ ਵਿੱਚ ਆਇਆ ਜਿਹਦਾ ਸਿੱਧਾ ਰਾਬਤਾ ਜ਼ਿਆਦਾ ਪ੍ਰਦੇਸ਼ ਨਾਲ ਹੀ ਹੈ। ਸੋ ਇਸ ਧੰਦੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਵੇਖੋ ਕਿ ਦਰਬਾਰਾ ਸਿੰਘ ਹੋਰੀ, ਦਿਲਬਾਗ ਸਿੰਘ ਹੋਰੀ, ਜਿਹੜਾ ਚੰਨੀ ਪਰਿਵਾਰ ਆ ਜਾਂ ਹੋਰ ਹੈ, ਬਹੁਤ ਵੱਡੇ ਕਾਰੋਬਾਰੀ ਇਹ ਰਹੇ ਨੇ ਟਰੱਕਿੰਗ ਦੇ। ਪਰ ਇਹ ਜਿਹੜਾ ਸਿਲਸਿਲਾ ਹੌਲੀ ਹੌਲੀ ਖਤਮ ਹੁੰਦਾ ਗਿਆ। ਹੁਣ ਉਹਨਾਂ ਦੇ ਵੀ ਕੋਈ ਬਹੁਤੇ ਵੱਡੇ ਕਾਰੋਬਾਰ ਨਹੀਂ ਹੈ। ਟਰੱਕਿੰਗ ਦਾ ਧੰਦਾ ਹੌਲੀ ਹੌਲੀ ਸਿਮਟਿਆ। ਇਸ ਧੰਦੇ ਦੇ ਸਿਮਟਣ ਤੋਂ ਬਾਅਦ ਅਸੀਂ ਪੰਜਾਬੀਆਂ ਨੇ ਹੋਰ ਰਾਹ ਲੱਭੇ ਕਿ ਹੋਰ ਕਿਹੜੇ ਕੰਮ 'ਚ ਪਿਆ ਜਾ ਸਕਦਾ। ਫਿਰ ਆੜਤਾਂ 'ਚ ਆ ਗਏ, ਕੋਈ ਮੈਰਿਜ ਪੈਲਸ ਖੋਲ੍ਹ ਲਏ। ਪਰ ਕਿਤੇ ਨਾ ਕਿਤੇ ਇਹ ਇੱਕ ਮਤਲਬ ਸਾਡਾ ਪਸੰਦੀਦਾ ਧੰਦਾ ਵੀ ਸੀ ਪੰਜਾਬੀਆਂ ਦਾ ਟਰਾਂਸਪੋਰਟ, ਤੇ ਸਾਡੇ ਲਈ ਇਹ ਮੁਫੀਦ ਵੀ ਸੀ। ਸਰਦਾਰੀ ਵੀ ਬੜਾ ਲੰਮਾ ਸਮਾਂ ਰਹੀ ਹੈ, ਪਰ ਇਸ ਦੇ ਬਹੁਤ ਸਾਰੇ ਫੇਲ ਹੋਣ ਦੇ ਕਾਰਨ ਹੋਏ ਨੇ, ਕਿਉਂਕਿ ਟਰੱਕਾਂ ਦਾ ਜਿਹੜਾ ਅੰਡਰਲੋਡ ਨਾ ਰਹਿਣਾ, ਓਵਰਲੋਡ ਰਹਿਣਾ, ਤੇ ਇਹ ਕਾਰਨ ਬਣੇ ਨੇ। ਤੇ ਸਭ ਤੋਂ ਵੱਡਾ ਡੈਂਟ ਪਿਆ ਇਹਦਾ 84 'ਚ, ਜਦੋਂ 84 'ਚ ਜਿਹੜੇ ਸਾਡੇ ਟਰਾਂਸਪੋਰਟਰ ਲੋਕ ਸੀਗੇ ਟਰੱਕਾਂ ਵਾਲੇ ਜਿਸ ਤਰ੍ਹਾਂ ਲੁੱਟੇ ਪੁੱਟੇ ਗਏ, ਉਸ ਤੋਂ ਬਾਅਦ ਫਿਰ ਇਸ ਕਮਿਊਨਿਟੀ ਨੂੰ ਗਹਿਰੀ ਨਜ਼ਰ ਦੇ ਨਾਲ ਵਿਦੇਸ਼ 'ਚ ਦੇਖਿਆ ਜਾਣ ਲੱਗਾ, ਤੇ ਜਿਸ ਕਾਰਨ ਇਹ ਧੰਦਾ ਹੌਲੀ ਹੌਲੀ ਖਾਤਮੇ ਦੀ ਕਗਾਰ ਤੇ ਆਇਆ। ਯਾਨੀ 84 ਦੇ ਜਿਹੜੇ ਹਾਲਾਤ ਨੇ ਉਸ ਨੇ ਇਸ ਧੰਦੇ ਨੂੰ ਜਿਹੜਾ ਕਿਤੇ ਨਾ ਕਿਤੇ ਬੁਰੀ ਤਰ੍ਹਾਂ ਖਤਮ ਵੀ ਕੀਤਾ। ਉਸ ਤੋਂ ਬਾਅਦ ਹਰ ਇੱਕ ਦਾ ਇਹ ਸੀ ਕਿ ਯਾਰ ਆਪਣਾ ਧੰਦਾ ਸਮੇਟੋ, ਕਿਉਂਕਿ ਉਹਦੇ ਪੈਰਲਲ ਜਦੋਂ ਇੱਕ ਸਰਦਾਰਾਂ ਦੀ ਟਰਾਂਸਪੋਰਟ ਹੋਣੀ, ਉਹਦੇ ਪੈਰਲਲ ਦੂਸਰੀਆਂ ਟਰਾਂਸਪੋਰਟਾਂ ਖੁੱਲ੍ਹਣੀਆਂ, ਜਾਂ ਲੁਟੇਰਿਆਂ ਨੇ ਜਾਣਬੁੱਝ ਕੇ ਟਾਰਗੇਟ ਕਰਨਾ, ਤੇ ਇੱਕ ਜਿਹੜੇ ਸਥਾਨਕ ਲੋਕ ਸੀਗੇ ਉਹਨਾਂ ਦਾ ਇਹਦੇ ਵਿੱਚ ਕੰਪੀਟੀਟਰ ਦੇ ਤੌਰ ਤੇ ਮੁਕਾਬਲੇਬਾਜ਼ੀ ਆਉਣੀ। ਤੇ ਇਸ ਦੌਰਾਨ ਬਹੁਤ ਸਾਰੇ ਜਿਹੜੇ ਟਰਾਂਸਪੋਰਟਰ ਨੇ ਉਹ ਪੂਰੇ ਭਾਰਤ ਦੇ ਵਿੱਚੋਂ ਆਪਣਾ ਧੰਦਾ ਸਮੇਟ ਕੇ ਜਾਂ ਤਾਂ ਉਹਨਾਂ ਨੇ ਵਿਦੇਸ਼ ਵੱਲ ਨੂੰ ਰੁਖ ਕੀਤਾ, ਕਿਉਂਕਿ ਪੰਜਾਬ ਏਡਾ ਵੱਡਾ ਖਿੱਤਾ ਨਹੀਂ ਸੀ ਕਿ ਇੱਥੇ ਸਾਡਾ ਗੁਜ਼ਾਰਾ ਹੋ ਸਕੇ। ਸੋ ਇਹ ਜਿਹੜਾ ਪ੍ਰਵਾਸ ਹੋਇਆ
एक तो 84 का दिखांत, इस तो बाद इस तरह की लुटाई। सो ये कारण बनया कि जिस तो बाद फिर मजबूरन सानू पंजाबियों नूं प्रवास जिहड़ा है प्रदेशों का मुख करना पिया। इस गल तो मुनकर नहीं होया जा सकता। सो बलदेव सिंह क्योंकि इस किते दे नाल जुड़े रहे ने। धर्मतला बड़ा मशहूर इलाका है बठिंडे का, बठिंडे का आ गया, कलकत्ते का। धर्मतला, डनलप, हावड़ा, ये बड़े मशहूर इलाके ने। ते सोनागाची जिथे बहुतियां जड़ियां ने वेसवावां अपने गुजर बसते वास्ते अपना तन वेचदियां सी, वो सोनागाची इलाका है जिथे बेसवावां दा मेरा ख्याल इंडिया चो सब तो वड्डा बाजार है। ते ये जिस तरह दिल्ली दे विच जीवी रोड है जिहड़े सैक्स वर्कर ने, इसी तरह राजस्थान के भी कई इलाके ने जिथे इस तरह का जिहड़ा सैक्स व्यापार का बिजनेस चलदा। ते सिलीगुड़ी दे विच भी इस तरह का कई सारे बाजार हैगे ने। बंगाल का बड़ा खूबसूरत इलाका। अपने जिहड़ी पंजाबी फिल्मां दे विच बड़े चर्चित एक्टर सी दलजीत कौर, इन्हां दे भी जिहड़े अपना कारोबार सी, इन्हां दा सिलीगुड़ी च अच्छा कारोबार सी इन्हां दी फैमिली दा, दलजीत कौर होरां दा। शायद ऐतियाने दे सी ये लोग। सो इस तरह मेरे कहने का मतलब कि बहुत बड़े परिवार, बड़े पढ़े लिखे परिवार भी इस धंधे नाल वाबस्ता रहे ने। एक मैनूं याद है उत्थे बंगाल जदों असीं रहिंदे सीगे गुवाहाटी, एक होर खास किस्म के डंग लाइम लिखिया हुंदा सी। उन्हां ने डंग, उन्हां दा गोत सी, वो चूने भट्ठियां ते उन्हां दे ट्रक सी ग्रे जे कलर दे। उन्हां दे बारे बड़ा चर्चित सी कि वो जदों ट्रक उन्हां दे सारे घरे आ जांदे तां फिर उन्हां दी जिहड़ी सरदारनी है, मालकन है, वो सारे ट्रक आप धोंदी हुंदी सीगी। सो इस करके लोगों का पैशन बहुत सीगा इस बिजनेस दे नाल, पर हौली हौली खत्म होया। खैर बलदेव सिंह सड़कनामा लिखते ने अपनी इस रचना सड़कनामा दे विच कि किस तरह ये धंधे ने जिहड़े हौली हौली खात्मे वल नूं गए ने। ते किते ना किते ये फिर सानू पड़चोलना होएगा इस धंधे दे नेगेटिव पॉजिटिव पक्ष। सो सड़कनामा जिहड़ी रचना सी, इस तो बाद बलदेव सिंह होरां दे नाल ये जिहड़ा वास्ता इसदा पिया उन्हां दे गोद तो ही पिया। उन्होंने ये जिहड़ा सफरनामा लिखिया अपना जां जो भी लिखिया सड़कनामा, अज दा जिहड़ा अपना सरलेख है मैं साझा करांगा पुलसिए क्योंकि पुलिस का ते इस प्रोफैशन का जिहड़ा मुੱਢ कदीमों जिहड़ा लोकण मचाई वाला जिहड़ा सिलसिला चलिया आउंदा, इहदे च कोई दोरावा नहीं है। ते इस सिलसिले नूं लैके किते ना किते आपसी वैर विरोध, एक दूसरे नूं लुकण मिट्टी जां इस तरह नूं एक दूजे नूं झकानी देना जां एक दूजे नूं कुत्ता बिल्ला कहना, जिवें उहदे एक व्यक्ति ने दस्सिया सीगा, शायद मेयर ते भी कीता सी, शायद सरबजीत सिंह होरां ने इटली तो गल सुनाई सी कि वो कहंदा किसी सोमो वाले नूं कहंदा कि कुत्ता बिल्ला तां नहीं कोई बैठा अगे, ते वो इतफाकन जिहड़ा आरटीओ सी उन्हां दी ओह कार सी सिविल वर्दी च, उन्हां नूं पता ही नहीं सी। ते वो फिर कुत्ता बिल्ला जदों कहा तो तुहानूं पता फिर की भाव विकी होनी है। खैर पुलसिए ये जिहड़ा इन्हां दा सरलेख है अज दा, उस दे विच लिखदे ने बलदेव सिंह होणी कि चरंगी रोड का धर्मतला क्रॉसिंग मैं तेजी नाल पार करना चाहया, बत्ती हरी सी, पर एक ट्रैफिक सिपाही दोहे पासे बाहां पसार के मेरे सामने आ खलोता। गड्डी अचानक रोकनी पई। कई बार सिपाही हेठ होण तो भी नहीं डरदे। आदमी दे साहां वांग गड्डी दे ब्रेकां दा भी की भरोसा लगे ना लगे। उस बंगाली ने नमस्कार नाल जिहड़ा उस बंगाली नूं जदों उसने मैनू रोकिया ते मैं गड्डी खिलारदे ही बंगाली अदालत दे विच उहनूं नमस्कार साहिब आख्या, क्योंकि असी लोग प्रभाव देने की कोशिश करते हैं कि असी इस खिते दे ही रहने वाले हैं कि मैं बंगाल च ही रहना, मैनू तुहाडी भाषा आउंदी है, ये कुदरती है ना। ते मैं जदों वो बंगाली भाषा च उहनूं नमस्कार साहिब कह के सलाम कीती ते वो हैरान जिहा होके भी अगे पिछे मैं वेख्या कि मेरे तो किधरे कोई गलती तो नहीं होगी। वो मेरे नमस्कार का जवाब बिना दिंदे ही बोलिया, देख नहीं सकता तुम। उसने वर्दी दियां फीतियां उसदियां वर्दी दियां फीतियां बोलियां, जानी कि उसने अपना रोब झाड़िया ते सड़क पर बणियां जैबरा लाइनां वल इशारा किया। मैं देखिया पर समझ कुछ नहीं आया। गड्डी उत्थे ही रुकी सी जिथे रुकनी चाहिदी सी। हाँ जे सिपाही मूहरे ना अड़दा तां शायद 2 फुट अगे लग जांदी जां हो सकदा मैं रस्ता पार कर जांदा, पर मैं उस वल झाकिया ते जिवें मैं पुछ रिहा सां कि मेरे तो गलती की हुई है। की गलती होगी? वो बोलिया, आए देखण नाल की होऊगा,
ਅੱਖਾਂ ਖੋਲ ਕੇ ਦੇਖ, ਤੂੰ ਗੱਡੀ ਨਹੀਂ ਚਲਾਉਂਦਾ। ਜਾਣੀ ਮੈਂ ਪੰਜਾਬੀ ਭਾਸ਼ਾ 'ਚ ਹੀ ਬੋਲਾਂਗਾ ਕਿਉਂਕਿ ਪੰਜਾਬੀਆਂ ਨੂੰ ਹਿੰਦੀ ਵੀ ਨਹੀਂ ਬੜੀ ਸੂਟ ਕਰਦੀ। ਮੈਂ ਦੇਖ ਰਿਹਾ ਤੂੰ ਪਿੱਛੇ ਤੋਂ ਇਸ ਲਾਈਨ ਦੇ ਉੱਪਰ ਗੱਡੀ ਚਲਾ ਰਿਹਾ ਸਾਂ ਸੜਕ ਤੇ। ਸੜਕ ਨੂੰ ਅੱਧ ਵਿਚਕਾਰੋਂ ਚੀਰਦੀ ਪੱਟੀ ਵੱਲ ਉਸਨੇ ਇਸ਼ਾਰਾ ਕੀਤਾ। ਗੱਡੀ ਦੇ ਚੱਕੇ ਠੀਕ ਹੀ ਉਸ ਲਾਈਨ ਦੇ ਉੱਪਰ ਸਨ ਜੋ ਸੈਂਟਰ ਨੂੰ ਵੰਡਦੀ ਹੈ, ਪਰ ਆਪਣੇ ਹੱਥ ਠੀਕ ਸਨ। ਮੇਰੇ ਪਿੱਛੇ ਇੰਨੀ ਦੇਰ ਨੂੰ ਗੱਡੀਆਂ ਦੀ ਲੰਮੀ ਲਾਈਨ ਲੱਗ ਗਈ। ਕਈ ਕਾਲੇ ਬੈਕ ਕਰਕੇ ਪਾਸੇ ਦੀ ਲੰਘ ਰਹੇ ਸਨ। ਇਹੋ ਜਿਹੇ ਸ਼ਹਿਰ ਦੇ ਵਿੱਚ ਸਮਾਂ ਉਡੀਕਣ ਦਾ ਕਿਸ ਕੋਲ ਟਾਈਮ ਹੁੰਦਾ ਹੈ ਤੇ ਉਡੀਕ ਦਾ ਕਿਸੇ ਕੋਲ ਸਮਾਂ ਨਹੀਂ ਹੁੰਦਾ। ਸਿਪਾਹੀ ਬੋਲਿਆ, ਤੈਨੂੰ ਇਸ ਲਾਈਨ ਦੇ ਅੰਦਰ ਗੱਡੀ ਲਿਆਉਣੀ ਚਾਹੀਦੀ ਸੀ। ਜੇ ਇੱਥੇ ਕੋਈ ਆਦਮੀ ਖੜਾ ਹੁੰਦਾ, ਜੇ ਉਸ ਦੇ ਹੇਠਾਂ ਆ ਜਾਂਦਾ, ਜੇ ਉਹ ਮਰ ਜਾਂਦਾ। ਉਸਨੇ ਕਈ ਮੂੰਹ ਬਣਾਏ ਜਿਵੇਂ ਸੱਚਮੁੱਚ ਹੀ ਕੋਈ ਮੇਰੀ ਗੱਡੀ ਥੱਲੇ ਆ ਕੇ ਮਰ ਗਿਆ ਹੋਵੇ। ਠੀਕ ਹੈ ਸਾਹਿਬ, ਮੈਂ ਗੱਡੀ ਪਿੱਛੇ ਲੈ ਜਾਣਾ। ਤੂੰ ਮੈਨੂੰ ਇਸ ਲਾਈਨ ਦੇ ਉੱਪਰ ਗੱਡੀ ਚਲਾ ਕੇ ਦਿਖਾ ਤਾਂ ਜਾਣਾ। ਤੇ ਮੇਰੇ ਚਿਹਰੇ ਉੱਪਰ ਚੈਲੰਜੀ ਵਿਅੰਗ ਤਾੜ ਕੇ ਉਹ ਭੜਕ ਪਿਆ। ਸ਼ਾਇਦ ਗੱਡੀ ਚਲਾਉਣੀ ਉਸ ਨੂੰ ਨਹੀਂ ਆਉਂਦੀ ਹੋਵੇਗੀ, ਪਰ ਮੈਂ ਉਸ ਨੂੰ ਕਹਿ ਦਿੱਤਾ ਕਿ ਮੈਂ ਗੱਡੀ ਚਲਾ ਕੇ ਪਿੱਛੇ ਲੈ ਜਾਣਾ, ਤੂੰ ਇਦਾਂ ਚਲਾ ਕੇ ਵਿਖਾ ਲਾਈਨ ਦੇ ਅੰਦਰ। ਆਪਣੀ ਤੋਹੀਨ ਸਮਝਦਾ ਉਸਨੇ ਵਰਦੀ ਜਾਂ ਆਪਣੀ ਫੀਤੀ ਦਾ ਸਹਾਰਾ ਲੈਂਦਿਆਂ ਮੇਰੀ ਇੱਕ ਨਾ ਸੁਣੀ ਤੇ ਜਬਰੀ ਮੇਰਾ ਲਾਇਸੈਂਸ ਖੋਇਆ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਚਲਾਨ ਕਰ ਦਿੱਤਾ। ਤੇ ਨਾਲ ਹੀ ਉਸਨੇ ਧਮਕੀ ਵੀ ਦਿੱਤੀ ਕਿ ਵਰਦੀ ਦਾ ਮਜ਼ਾਕ ਉਡਾਉਂਦਾ ਬੱਚੂ, ਕੋਰਟ ਜਾ ਕੇ ਪਤਾ ਲੱਗੂ ਮੇਰੀ ਪਾਵਰ ਦਾ। ਕੁਝ ਦਿਨ ਹੋ ਗਏ ਅਜਿਹੀ ਇੱਕ ਘਟਨਾ ਜਗਰਾਵਾਂ ਦੇ ਨੇੜੇ ਵੀ ਵਾਪਰੀ ਸੀ। ਮੈਟਾਡੋਰ ਦੇ ਰਾਹੀਂ ਇੱਕ ਬਜ਼ੁਰਗ ਦਾ ਭੋਗ ਤੇ ਢੋਲਣ ਗਏ ਸਾਂ। ਵਾਪਸੀ ਵੇਲੇ ਟ੍ਰੈਫਿਕ ਵਾਲਿਆਂ ਦੀ ਜੀਪ ਨੇ ਘੇਰ ਲਿਆ। ਥੱਲੇ ਉਤਰੋ ਰੈਟੀਕਾਨਾ, ਇਹ ਰਾਟੀਕਾਨਾ ਪਤਾ ਨਹੀਂ ਕੀ ਲਿਖਿਆ। ਡੋਲੇ ਉੱਪਰ ਚਿੱਟੀ ਪੱਟੀ ਬੰਨੀ ਵਾਲੇ ਸਿਪਾਹੀ ਨੇ ਮੈਨੂੰ ਰੋਹ ਮਾਰਿਆ। ਰਾਟੀ ਕੀ ਨਾ ਸਮਝ ਨਹੀਂ ਆਉਂਦਾ ਕਿ ਇਹਨੂੰ ਲਿਖਿਆ। ਖੈਰ, ਸਰਕਾਰ ਜੀ ਮਕਾਨ ਜਾ ਕੇ ਆਇਆ, ਦੇਖ ਲਓ ਸਵਾਰੀਆਂ ਨੂੰ 100 ਮਹਾਰਾਜ ਦੀ ਨੇਮ ਚੁਕਾ ਲਓ। ਡਰਾਈਵਰ ਸੀਟ ਤੇ ਬੈਠਾ ਮੈਂ ਮਿੰਨਤਾਂ ਕਰਨ ਲੱਗਾ, ਮੈਂ ਥੱਪੜ ਮਾਰੂ ਸਾਲੇ ਦੇ ਹੇਠਾਂ ਉਤਰ। ਤੇ ਸਿਪਾਹੀ ਮੈਨੂੰ ਮਾਰਨ ਦੇ ਲਈ ਉਹ ਲਿਆ, ਕਿਉਂਕਿ ਪੰਜਾਬ ਵਾਲੇ ਤਾਂ ਤੁਹਾਨੂੰ ਪਤਾ ਹੀ ਆ, ਫਿਰ ਡਰਾਈਵਰਾਂ ਨੂੰ ਤਾਂ ਖਾਸ ਕਰਕੇ ਪੈਂਦੇ ਨੇ। ਤੇ ਉਦੋਂ ਉਸ ਦੇ ਨਾਲ ਦੇ ਸਿਪਾਹੀ ਆ ਕੇ ਸਵਾਰੀਆਂ ਦੀ ਗਿਣਤੀ ਕਰਨ ਲੱਗ ਪਏ। ਸਵਾਰੀਆਂ ਸਣੇ ਅਸੀਂ 14 ਜਣੇ ਸਵਾਰ ਸਾਂ ਮੈਟਾਡੋਰ ਦੇ ਵਿੱਚ। ਕਿੰਨੀਆਂ ਸਵਾਰੀਆਂ ਦੀ ਪਾਸ ਆ, ਉਹ ਇਹ ਤੇਰੀ ਮੈਟਾਡੋਰ, ਦੂਜਾ ਸਿਪਾਹੀ ਬੋਲਿਆ, ਜਿਵੇਂ ਡਰਾਈਵਰ ਨੇ ਕੋਈ ਬਹੁਤ ਵੱਡਾ ਗੁਨਾਹ ਕੀਤਾ ਹੋਵੇ। ਤੇ ਡਰਾਈਵਰ ਨੂੰ ਜਾਪਿਆ ਕਿ ਉਹ ਜਿਵੇਂ ਘਸੁੰਨ ਮਾਰੇਗਾ। ਆ ਬੈਠੇ ਮਾਲਕ ਜੀ, ਪੁੱਛ ਲਓ। ਡਰਾਈਵਰ ਨੇ ਮਾਲਕ ਵੱਲ ਨੂੰ ਇਸ਼ਾਰਾ ਕਰ ਦਿੱਤਾ। ਜੇ ਆਪਦੀ ਗੱਡੀ 'ਚ ਘਰ ਦੇ ਬੰਦੇ ਨਹੀਂ ਜਾ ਸਕਦੇ, ਇਹਦਾ ਫਾਇਦਾ ਕੀ ਹੈ? ਮਾਲਕ ਉਦੋਂ ਹਰਖਿਆ ਬੋਲਿਆ, ਇਹਦੇ ਤੇ ਪਿਕਨਿਕ ਮਨਾਉਣੀ ਜ਼ਰੂਰੀ ਹੈ, ਗਵਰਨਮੈਂਟ ਦੀਆਂ ਬੱਸਾਂ ਨਹੀਂ ਚੱਲਦੀਆਂ। ਤੇ ਸਿਪਾਹੀ ਇਹ ਆ ਕੇ ਫਿਰ ਗਾਲਾਂ ਕੱਢਣ ਲੱਗਾ। ਇਹਨੇ ਨੂੰ ਮਾਈਆਂ 'ਚੋਂ ਇੱਕ ਬੋਲੀ, ਵੇ ਵੀਰਾ, ਮਕਾਨ ਜਾ ਕੇ ਆਈਆਂ, ਤੁਹਾਨੂੰ ਚਿੱਟੀਆਂ ਚੁੰਨੀਆਂ ਨਹੀਂ ਦੀਦੀਆਂ, ਮੌਕਾ ਕਮੌਕਾ ਤਾਂ ਭਾਈ ਵੇਖ ਲਿਆ ਕਰੋ। ਇੱਕ ਦੋ ਤੀਵੀਆਂ ਨੇ ਰਲਮੀ ਮਿਲਮੀ ਘੁਸਰ ਮੁਸਰ ਜੀ ਕਰ ਦਿੱਤੀ। ਸਿਪਾਹੀ ਬੋਲਿਆ, ਵਿਆਹ ਵੇਲੇ ਕਿਹੜਾ ਤੁਸੀਂ ਸਾਨੂੰ ਨੱਚ ਕੇ ਦਿਖਾ ਜਾਂਦੇ ਹੋ? ਤੇ ਉਹ ਡਰਾਈਵਰ ਵੱਲ ਨੂੰ ਇੰਨਾ ਕਹਿ ਕੇ ਹੋ ਤੁਰ ਪਿਆ। ਇਹਨਾਂ ਬੇੜੀ ਡੁੱਬੜਿਆਂ ਨੂੰ ਕੋਈ ਸ਼ਰਮ ਹੈ ਨਹੀਂ, ਇਹ ਤਾਂ ਘਰੇ ਵੀ ਮਾਵਾਂ ਨਾਲ ਐਂ ਬੋਲਦੇ ਹੋਣਗੇ। ਇੱਕ ਬੁੜੀ ਬੜਬੜ ਕਰਨ ਲੱਗੀ। ਜਾਣ ਦਿਓ ਸਰਦਾਰ ਜੀ, ਉਹਦਾ ਡਰਾਈਵਰ ਤਰਲੇ ਕਰਨ ਲੱਗਾ। ਚੱਲ ਯਾਰ, ਸਾਹਿਬ ਕੋਲ ਲੈ ਚੱਲ ਇਹਨੂੰ, ਕਿਉਂ ਦਿਮਾਗ ਖਰਾਬ ਕਰਦਾ? ਕੁਝ ਨਾ ਝੜਦਾ ਵੇਖ ਕੇ ਇੱਕ ਸਿਪਾਹੀ ਨੇ ਦੂਸਰੇ ਨੂੰ ਆਪਣੇ ਗਲੋਂ ਬੁਲਾ ਲਾਉਣ ਦੇ ਲਈ ਆਖਿਆ ਕਿ ਇਹਨੂੰ ਸਾਹਿਬ ਕੋਲ ਭੇਜੋ। ਫਿਰ ਉਹ ਕਾਗਜ਼ ਲੈ ਕੇ ਡਰਾਈਵਰ ਨੂੰ ਡੋਲਿਓਂ ਫੜ ਕੇ ਜੀਪ ਦੇ ਵਿੱਚ ਬੈਠੇ ਸਾਹਿਬ ਕੋਲ ਲੈ ਗਏ। ਗੱਡੀ ਦੇ ਵਿੱਚ ਉਤਰ ਕੇ ਮੈਂ ਵੀ ਉਹਨਾਂ ਦੇ ਨਾਲ ਹੋ ਤੁਰਿਆ। ਸਾਹਿਬ ਦੇ ਨੱਕ ਦੇ ਵਿੱਚੋਂ ਪਹਿਲਾਂ ਹੀ ਠੂਹੇ ਡਿੱਗਦੇ ਸਨ। ਲੱਗਦਾ ਸੀ ਕਿ ਜਿਵੇਂ ਉਹਨਾਂ ਦੀ ਦੁਕਾਨਦਾਰੀ ਦੀ ਅਜੇ ਬਾਹਣੀ ਵੱਟਾ ਵੀ ਨਹੀਂ ਸੀ ਹੋਇਆ। 10 ਸਵਾਰੀਆਂ ਦੀ ਪਾਸ ਹੈ ਜੀ, 14 ਬੈਠੇ ਆ, ਇੱਕ ਸਿਪਾਹੀ ਨੇ ਸਾਹਿਬ ਨੂੰ ਗੱਡੀ ਦੇ ਕਾਗਜ਼ ਫੜਾਉਂਦਿਆਂ ਆਖਿਆ। ਡਰਾਈਵਰ ਹੱਥ ਜੋੜੀ ਬੋਲਿਆ, ਤੁਸੀਂ ਮੇਰੀ ਗੱਡੀ ਦਾ ਕਿਲੋਮੀਟਰ ਵੇਖ ਲਓ, ਇਹ ਗੱਡੀ ਭਾੜੇ ਤੇ ਨਹੀਂ ਚੱਲਦੀ ਸਾਹਿਬ। ਤੈਨੂੰ 20 ਵਾਰੀ ਫੜਿਆ ਸਾਲਾ ਭਾੜੇ ਦਾ। ਸਾਹਿਬ ਕਾਗਜ਼ਾਂ ਨੂੰ ਇਹ ਕਹਿ ਕੇ ਘੋਖਣ ਲੱਗਾ। ਇੰਨੇ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਉੱਪਰੋਂ ਥੱਲੋਂ ਲੱਦੀ ਖਲਿਆਰ ਲਈ। ਇੱਕ ਦੂਰੀ ਸਵਾਰੀ ਵਾਲਾ ਮੋਟਰਸਾਈਕਲ ਸਵਾਰ ਵੀ ਰੁਕਵਾ ਲਿਆ। ਸ਼ਾਇਦ ਅੱਤਵਾਦੀ ਡਿੱਕੇ ਜਾਣ, ਨਾਮ ਵੀ ਹੋਊਗਾ ਤੇ ਰੁਤਬਾ ਵੀ। ਸਾਰਿਆਂ ਦਾ ਧਿਆਨ ਉਧਰ ਖਿੱਚਿਆ ਗਿਆ। ਤਾਂ ਸਾਹਿਬ ਨੇ ਇੱਕ ਸਿਪਾਹੀ ਨੂੰ ਆਖਿਆ, ਦਫਾ ਕਰ ਇਹਨੂੰ, ਨਾਲੇ ਇਹਦਾ ਨੰਬਰ ਨੋਟ ਕਰ। ਫੇਰ ਸਹੀ, ਜੇ ਐਤਕੀ ਫੜ ਲਿਆ ਨਾ, ਦਿਉਂ ਇਹਦੀ ਮਾਂ ਦੀ। ਤੇ ਪਹਿਲਾਂ ਲੰਮਾ ਪਾਉਂ ਤੇ ਫਿਰ ਇਹਨੂੰ ਅੰਦਰ ਕਰੂੰ। ਗੱਡੀ ਦੇ ਕਾਗਜ਼ ਫੜ ਕੇ ਡਰਾਈਵਰ ਨੇ ਪਿੱਛੇ ਭੌਂ ਕੇ ਨਹੀਂ ਵੇਖਿਆ ਤੇ ਮੈਟਾਡੋਰ ਵਾਲੇ ਨੇ ਗਾਲ ਸੁਣ ਕੇ ਸਸਤਾ ਸੌਦਾ ਮਹਿਸੂਸ ਕੀਤਾ ਕਿ ਚਲੋ ਗਾਲ ਖਾ ਕੇ ਬਚ ਗਏ। ਬੰਗਾਲ ਦੇ ਵਿੱਚ ਪਿਛਲੇ 15 ਸਾਲਾਂ ਤੋਂ ਗੱਡੀ ਚਲਾਉਂਦਿਆਂ ਬੜੇ ਪੁਲਸੀਆਂ ਨਾਲ ਵਾਹ ਪਿਆ।
पर कदे भी ਇੰਨਾ रुखा नहीं सी वो बोलते। सुनिया कि जिवें लखनऊ वालियां दी गाल भी है, बड़े सलीके नाल कढदे ने, भाई साहब आप पक्के बहन के यार हो। सॉरी मैनूं ये बोलना पै रहीआं गल्लां। इवें साला जिहड़ा बंगालियां दी बड़ी प्यारी गाल है। अपने घर दे विच भी बंगाली मां प्यो भैन भरा सब नूं मोह नाल साला आख दिंदे ने। फिर भी जे पुलिस ये साला कह दे किसी नूं तां इन्ना गुस्सा नहीं करदे। इत्थे पंजाबियां दे विच ते जमीन असमान दा फर्क है। साला किहा नहीं ते गाटा लिहा नहीं। ते इत्थे पंजाबी पुलिस वालियां दा तां वतीरा वेख के गड्डी चलाउण दा भी हियां नहीं पैंदा। फिर भी ये जमात किसी राज दी भी होवे, इन्हां दा काम सिर्फ विघन पाउणा, जानी कि पुलिस दा कानून दी उलंघना होई होवे भावें ना होई होवे, इन्हां ने अपनी अहमियत जताउणी हुंदी है। इस करके ये महकमा आम लोकां लई हौआ बणिया होया। ਸਾਹਿਤ ਜਾਣੀ कि लिटरेचर ਦੇ ਵਿੱਚ ਇੱਕ ਵਿਸ਼ੇਸ਼ ਭਾਗ ਹੈ ਇਹਨਾਂ ਦਾ ਵੀ। ਇਹਨਾਂ ਪੁਲਸੀਆਂ ਦਾ ਵਤੀਰਾ ਵੇਖ ਕੇ ਝੱਟ ਹੀ ਉਹਨਾਂ ਦਾ ਖਿਆਲ ਆ ਜਾਂਦਾ। ਸਾਹਿਤਕ ਸਫ਼ਰ ਦੀਆਂ ਸੜਕਾਂ ਦੇ ਹਰ ਪੜਾਅ ਤੇ, ਹਰ ਮੋੜ ਤੇ, ਹਰ ਮੰਜ਼ਲ ਤੇ ਕੁਝ ਟ੍ਰੈਫਿਕ ਸਿਪਾਹੀ ਕਿੰਤੂ ਬਣੇ ਖੜੇ ਦਿਸਦੇ ਨੇ। ਇਹ ਵੀ ਹਰ ਹਿੱਸੇ ਆਉਂਦੇ ਜਾਂਦੇ ਨੂੰ ਘੇਰਦੇ ਨੇ। ਇਸੇ ਸਫ਼ਰ ਨਾਲ ਨਵੇਂ ਰਾਹੀਆਂ ਨੂੰ ਤਾਂ ਇਹ ਪਗਡੰਡੀਆਂ ਤੇ ਵੀ ਨਹੀਂ ਤੁਰਨ ਦਿੱਤੇ। ਜਾਣੀ ਕਿ ਜਿਹੜੀ ਲੁੱਟ ਸੜਕਾਂ ਤੇ ਡਰਾਈਵਰਾਂ ਦੀ ਹੁੰਦੀ ਹੈ, ਉਹੀ ਲੁੱਟ ਲਿਟਰੇਚਰ ਦੇ ਵਿੱਚ ਜਾਂ ਲੇਖਕਾਂ ਦੇ ਵਿੱਚ ਵੀ ਨਵੇਂ ਲੇਖਕਾਂ ਦੀ ਹੁੰਦੀ ਹੈ। ਇਹਦੇ ਬਾਰੇ ਲਿਖਿਆ ਬਲਦੇਵ ਸਿੰਘ ਸੜਕਨਾਮਾ ਨੇ। ਮਸਲਨ ਵਿਦਵਾਨ ਵੀ ਜਿਹੜੇ ਲੋਕ ਨੇ ਨਾ, ਉਹ ਵੀ ਕੜੀ ਘੋਲਣ 'ਚ ਕੋਈ ਕਸਰ ਨਹੀਂ ਛੱਡਦੇ ਰਿਸ਼ਵਤਖੋਰੀ ਦੀ। ਵੈਸੇ ਆਫ ਦੀ ਰਿਕਾਰਡ ਗੱਲ ਮੈਂ ਇਸ ਤੋਂ ਬਾਹਰ ਕਰਾਂ, ਆਪਣੇ ਸਿਵੀਆ ਸਾਹਿਬ ਹੋ ਰਹੀ ਆਪਣੇ ਨਾਲ ਜੁੜਦੇ ਨੇ। ਸਿਵੀਆ ਸਾਹਿਬ ਨੇ ਪਿੱਛੇ ਜੇ ਇੱਕ ਕਿਤਾਬ ਲਿਖੀ, ਉਸ ਕਿਤਾਬ ਦਾ ਮੁੱਖ ਬੰਦ ਲਿਖਾਉਣਾ ਚਾਹੁੰਦੇ ਸਨ। ਉਹ ਮੈਨੂੰ ਕਹਿੰਦੇ ਤੁਸੀਂ ਲਿਖ ਦਿਓ। ਮੈਂ ਕਿਹਾ ਜੀ ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ, ਮਾਫੀ ਚਾਹੁੰਦੇ ਹਾਂ ਵੀ ਤੁਸੀਂ ਚਲੋ ਕੋਈ ਹੋਰ ਦੇਖ ਲਓ, ਜੇ ਕੋਈ ਨਾ ਮੰਨਿਆ ਤਾਂ ਮੈਂ ਲਿਖ ਦਾਂਗਾ। ਹਾਲਾਂਕਿ 2 ਪੇਜ ਲਿਖਣੇ ਹੁੰਦੇ ਨੇ ਕਿਤਾਬ ਦੀ ਨੈਗੇਟਿਵ ਪੋਜ਼ਿਟਿਵ ਪੜਚੋਲ ਕਰਕੇ। ਤੇ ਉਹਨਾਂ 2-3 ਰਾਈਟਰਾਂ ਨੂੰ ਸੰਪਰਕ ਕੀਤਾ ਤੇ ਚਲੋ ਆਫ ਦੀ ਰਿਕਾਰਡ ਹੈ, ਜ਼ਿਕਰ ਤਾਂ ਨਹੀਂ ਕਰਨਾ ਚਾਹੀਦਾ, ਪਰ ਉਹ ਰਾਈਟਰਾਂ ਦੇ ਵਿੱਚੋਂ ਇੱਕ ਨੇ ਆਖਿਆ ਕਿ ਮੁੱਖਬੰਦ ਤਾਂ ਮੈਂ ਲਿਖ ਦਾਂਗਾ, ਮੇਰਾ ਬਹੁਤ ਵੱਡਾ ਨਾਂ ਆ, ਪਰ ਮੁੱਖਬੰਦ ਲਿਖਣ ਦਾ ਮੈਨੂੰ ਕੀ ਦੇਵੇਂਗਾ। ਮਸਲਨ ਕਿਸੇ ਲੇਖਕ ਦੀ ਕਿਤਾਬ ਦਾ ਮੁੱਖਬੰਦ ਲਿਖਣ ਦੇ ਵੀ ਪੈਸੇ ਮੰਗੇ ਜਾਂਦੇ ਨੇ ਸ਼ਰੇਆਮ। ਇਸੇ ਤਰ੍ਹਾਂ ਸਾਹਿਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਪੁਲਸੀਆਂ ਦਾ ਜਾਂ ਲੁੱਟ ਕਰਨ ਵਾਲਿਆਂ ਦਾ, ਸਾਰੇ ਐਸੇ ਪੁਲਸੀ ਮਾੜੇ ਨਹੀਂ ਹੁੰਦੇ, ਉਹ ਤਾਂ ਇੱਕ ਸਿੰਬਲ ਵਰਤਿਆ ਕਿ ਇਹ ਸਿਪਾਹੀ ਖੜੇ ਹੁੰਦੇ ਨੇ, ਹਰ ਗੱਲ ਦੇ ਵਿੱਚ ਨਗੋਚ ਕੱਢਦੇ ਨੇ। ਜਿਨ੍ਹਾਂ ਨਵੇਂ ਲੇਖਕਾਂ ਨੂੰ ਦਾ ਪੇਚ ਨਹੀਂ ਆਉਂਦਾ, ਉਹ ਉਹਨਾਂ ਨੂੰ ਫਿਰ ਬੜਾ ਜਲੀਲ ਕਰਦੇ ਨੇ। ਜਿਹੜੇ ਰਾਹੀ ਇਹਨਾਂ ਦੇ ਦਾ ਪੇਚ ਹੇਠ ਨਹੀਂ ਆਉਂਦੇ, ਉਹ ਤੇ ਅਜਿਹਾ ਰਗੜਾ ਫਿਰਦੇ ਨੇ ਜਿਵੇਂ ਉਹਨੂੰ ਜੀਵਨ ਜਾਚ ਹੀ ਨਾ ਆਉਂਦੀ ਹੋਵੇ। ਤੈਨੂੰ ਆਪਣੀ ਰਚਨਾ ਦੀ ਆਪ ਹੀ ਸੋਝੀ ਨਹੀਂ, ਇਹਦੇ ਵਿੱਚੋਂ ਪ੍ਰਾਪੇ ਗੰਡੇ ਦੀ ਬੋ ਆਉਂਦੀ ਹੈ, ਇਦਾਂ ਦੀ ਸਲਾਹ ਦੇਣਗੇ। ਦੂਜਾ ਆਖੂ ਤੈਨੂੰ ਮਾਰਕਸਵਾਦ ਪੜ੍ਹਨਾ ਚਾਹੀਦਾ। ਤੀਜਾ ਆਖੂ ਤੇਰੀ ਵਿਚਾਰਧਾਰਾ ਸਮਾਜਵਾਦੀ ਨਹੀਂ ਹੈ। ਚੌਥਾ ਆਖੂ ਤੇਰਾ ਦ੍ਰਿਸ਼ਟੀਕੋਣ ਹੀ ਕੋਈ ਨਹੀਂ ਹੈ। ਪੰਜਵਾਂ ਆਖੂ ਤੈਨੂੰ ਪ੍ਰਤੀਬੱਧ ਹੋਣਾ ਚਾਹੀਦਾ। ਛੇਵਾਂ ਆਖੇਗਾ ਤੂੰ ਤੇ ਸਰਮਾਏਦਾਰਾਂ ਦਾ ਦੁਮਛੱਲਾ ਜਾਪਦਾ। ਸੱਤਵਾਂ ਆਖੂ ਤੂੰ ਤਾਂ ਲੋਕਾਂ ਨਾਲੋਂ ਟੁੱਟਿਆ ਹੋਇਆ, ਧਰਾਤਲ ਨਾਲੋਂ ਟੁੱਟਿਆ ਹੋਇਆ। ਅੱਠਵਾਂ ਆਖੂ ਤੂੰ ਤਾਂ ਸਰਕਾਰੀ ਧੂਤੂ ਹੈ। ਇਸ ਤਰ੍ਹਾਂ ਇਹ ਸਾਹਿਤ ਦੇ ਪੁਲਸੀਏ ਵੀ ਅਸਲ ਦੇ ਵਿੱਚ ਦੂਸਰੇ ਤੋਂ ਭਿੰਨ ਨਹੀਂ ਹੈ। ਸੜਕਾਂ ਵਾਲੇ ਆਪਣੇ ਪੇਸ਼ੇ ਤੇ ਮਜਬੂਰ ਹੁੰਦੇ ਨੇ, ਦਬਕਾ ਮਾਰਨ ਲਈ ਸਰਕਾਰੀ ਵਰਦੀ ਹੁੰਦੀ ਹੈ, ਪਰ ਸਾਹਿਤਕ ਪੁਲਸੀਏ ਜਾਣੀ ਕਿ ਅਖੌਤੀ ਲੇਖਕ ਆਪਣੀ ਹਉਮੈ ਤੋਂ ਮਜਬੂਰ ਹੁੰਦੇ ਨੇ। ਰੋਬ ਦੇ ਲਈ ਇਹਨਾਂ ਕੋਲ ਡਾਕਟਰਾਂ ਦੀਆਂ, ਵਿਦਵਾਨਾਂ ਦੀਆਂ, ਡੀਲਿਟ ਦੀਆਂ ਡਿਗਰੀਆਂ ਹੁੰਦੀਆਂ ਨੇ। ਤੇ ਖੂਹ ਦੇ ਵਿੱਚ ਇੱਟ ਡਿੱਗਣ ਵਾਂਗ ਦੋਹਾਂ ਦੇ ਅੜਿੱਕੇ ਚੜ੍ਹ ਕੇ ਬੰਦਾ ਸੁੱਕਾ ਨਹੀਂ ਬਚਦਾ, ਭਾਵੇਂ ਉਹ ਟਰੱਕ ਡਰਾਈਵਰ ਹੈ ਤੇ ਭਾਵੇਂ ਲੇਖਕ ਹੈ। ਸੋ ਇਹ ਪੁਲਸੀਏ ਸਾਹਿਤ 'ਚ ਵੀ ਨੇ ਤੇ ਇਹ ਪੁਲਸੀਏ ਸੜਕਾਂ ਤੇ ਵੀ ਨੇ। ਇਹ ਸੀ ਬਲਦੇਵ ਸਿੰਘ ਸੜਕਨਾਮਾ ਹੋਰਾਂ ਦਾ ਉਹ ਵਿਅੰਗ। ਤੇ ਇਸ ਤਰ੍ਹਾਂ ਆਪਣੀ ਗੱਲਬਾਤ ਅੱਜ ਚੱਲ ਰਹੀ ਹੈ। ਤੇ ਤੁਸੀਂ ਇਸ ਦੇ ਵਿੱਚ ਕੋਈ ਇਨਪੁਟ ਪਾਉਣਾ ਚਾਹੁੰਦੇ ਹੋ ਤਾਂ ਫਿਰ ਮੈਂ ਇੱਕ ਚੈਪਟਰ ਹੋਰ ਪੜ੍ਹਾਂਗਾ ਤੇ ਉਸ ਤੋਂ ਬਾਅਦ ਤੁਸੀਂ ਇਸ ਵਿਸ਼ੇ ਤੇ ਕੋਈ ਕਾਲ ਕਰਨੀ ਚਾਹੁੰਦੇ ਹੋ ਨਾਲ ਕਰ ਸਕਦੇ ਹੋ। ਤੇ ਫਿਰ ਆਪਾਂ ਅੱਗੇ ਚੱਲ ਕੇ ਜੁੜਾਂਗੇ ਆਪਣਾ ਬਾਈ ਜੀ ਸੁਰਿੰਦਰ ਸਿੰਘ ਹੋਰਾਂ ਨਾਲ ਵੀ। ਇਹ ਹਮਾਰਾ ਜੀਵਨ, ਵੈਸੇ ਇਹ ਮਰਹੂਮ ਡਾਕਟਰ ਦਲੀਪ ਕੌਰ ਹੋਰਾਂ ਦਾ ਨਾਵਲ ਵੀ ਹੈ। ਮੇਰੇ ਪ੍ਰੋਫੈਸਰ ਸਾਹਿਬ ਨੇ, ਅਧਿਆਪਕ ਸਾਹਿਬਾਂ ਦੁਨੀਆ ਤੋਂ ਰੁਖਸਤ ਹੋ ਗਏ ਪਿਛਲੇ ਵਰੇ। ਇਸ ਦਾ ਇਤਫਾਕਨ ਜਿਹੜਾ ਸਰਲੇਖ ਵੀ ਹੈ, ਇਹ ਹਮਾਰਾ ਜੀਵਨ। ਬਲਦੇਵ ਸਿੰਘ ਸੜਕਨਾਮਾ ਲਿਖਦੇ ਨੇ ਕਿ ਇੰਨਾ ਭਿਆਨਕ ਐਕਸੀਡੈਂਟ ਤਾਂ ਨਹੀਂ ਸੀ ਹੋਇਆ, ਬੰਪਰ ਨਾਲ ਬੰਪਰ ਲੱਗਿਆ ਹੋਇਆ ਸੀ,
सज्जे पासे वाला मरगाड़ जरा कु उच्चा ते चिब्बा हो गया सी। हैडलाइट भी पासे नूं टेढ़ी हो गई सी ते शीशा टुटणों बच गया सी। जानी कि ड्राइवर ने बड़ी होशियारी दे नाल ਜਿਹੜੀ ਹੈ ਗੱਡੀ ਨੂੰ ਸੜਕ ਤੋਂ ਉਤਰਦੀ ਨੂੰ ਬਚਾ ਲਿਆ ਸੀ ਇਸ ਐਕਸੀਡੈਂਟ ਦੇ ਵਿੱਚੋਂ। ਆਉਂਦੀਆਂ ਜਾਂਦੀਆਂ ਗੱਡੀਆਂ ਫਿਰ ਵੀ ਉਸ ਹਾਦਸੇ ਗ੍ਰਸਤ ਹੋਏ ਵਾਹਨ ਦੇ ਡਰਾਈਵਰ ਕੋਲ ਰੁਕਦੀਆਂ, ਡਰਾਈਵਰ ਖਲਾਸੀਆਂ ਦੀ ਭੀੜ ਜਮ੍ਹਾਂ ਹੁੰਦੀ ਤੇ ਗਲਤੀ ਕਰਨ ਵਾਲੇ ਡਰਾਈਵਰ ਨੂੰ ਘੇਰ ਲਿਆ ਲੋਕਾਂ ਨੇ। ਅੰਨਾ ਹੋਇਆ ਭੰਗ ਪੀਤੀਆਂ, ਬੋਲਦਾ ਕਿਉਂ ਨਹੀਂ ਸਾਲਾ ਬਿੱਜੂ ਜਿਹਾ, ਇਹਦਾ ਬੂਥਾ ਦੇਖੋ, ਲਾਇਸੈਂਸ ਹੈਗਾ ਤੇਰੇ ਕੋਲ। ਜਾਣੀ ਜਿਹੜਾ ਆਵੇ ਉਹ ਇਸੇ ਤਰ੍ਹਾਂ ਦੀ ਥਾਣੇਦਾਰੀ ਘੋਟੇ। ਆ ਬਿੱਜੂ ਵੀ ਮਤਲਬ ਗਾਲ ਹੁੰਦੀ ਸੀ, ਅੱਜ ਕੱਲ੍ਹ ਇਹ ਵੀ ਲੋਪ ਹੋ ਗਈ। ਅੱਜ ਕੱਲ੍ਹ ਤਾਂ ਮਾਫ ਕਰਨਾ ਗਾਲਾਂ ਨੇ ਜ਼ਿਆਦਾ ਰਿਸ਼ਤਿਆਂ ਦੀਆਂ ਹੋ ਗਈਆਂ, ਮਾਂ ਭੈਣਾਂ ਦੀਆਂ ਹੋ ਗਈਆਂ। ਅੱਗੇ ਬਾਂਦਰ ਕਹਿ ਦਿੰਦੇ, ਲੰਗੂਰ ਕਹਿ ਦਿੰਦੇ ਸਾਲਾ ਕਹਿ ਕੇ, ਜਾਂ ਬਿੱਜੂ ਬਹੁਤ ਕਿਹਾ ਜਾਂਦਾ ਸੀਗਾ। ਪਰ ਹੁਣ ਗਾਲ ਸਿੱਧੀ ਭੈਣ ਦਾ, ਮਾਂ ਦੀ ਜਾਂ ਧੀ ਦੀ ਕੱਢੀ ਜਾਂਦੀ ਹੈ, ਅਫਸੋਸ। ਹਾਲਾਂਕਿ ਜੇ ਸਾਲਾ ਵੀ ਕਹਿੰਦੇ ਉਹ ਹੈ ਤਾਂ ਉਹ ਵੀ ਮਤਲਬ ਰਿਸ਼ਤੇ ਵਾਲੀ ਗਾਲ ਹੈ। ਰਿਸ਼ਤਾ ਵੀ ਬੜਾ ਮਿੱਠਾ ਹੈ, ਪਰ ਜੇ ਨਜਾਇਜ਼ ਹੋਵੇ ਤੇ ਫਿਰ ਸਿਆਪੇ ਦੀ ਜੜ ਹੈ ਗਾਲ ਵੀ। ਜਾਣੀ ਡਰਾਈਵਰ ਨੇ ਭਾਵੇਂ ਬੜੀ ਹੁਸ਼ਿਆਰੀ ਦੇ ਨਾਲ ਆਪਣਾ ਤਾਣ ਲਾ ਕੇ ਐਕਸੀਡੈਂਟ ਹੋਣੋਂ ਬਚਾ ਲਿਆ, ਪਰ ਜਿਹੜਾ ਵੀ ਆਵੇ ਉਹਨੂੰ ਗਾਲਾਂ ਹੀ ਕੱਢੇ। ਕਈਆਂ ਨੇ ਉਸਦੀ ਖਿੱਚਤੂ ਵੀ ਕੀਤੀ, ਉਹਦੇ ਕੁੜਤੇ ਦੀ ਬਾਂਹ ਫਟ ਗਈ, ਗਲਮੇ ਦੇ ਬਟਨ ਟੁੱਟ ਗਏ ਤੇ ਉਹਦਾ ਸਾਫਾ ਪੈਰਾਂ ਦੇ ਹੇਠਾਂ ਰੁਲ ਗਿਆ ਤੇ ਥਪੜੈਂਤੀ ਵੀ ਕਈ ਲੋਕਾਂ ਨੇ ਕਰ ਦਿੱਤੀ। ਜਾਣ ਦਿਓ ਬਥੇਰੀ ਹੋ ਗਈ, ਕਈ ਆਵਾਜ਼ਾਂ ਆਈਆਂ। ਗੱਡੀ ਦਾ ਡਰਾਈਵਰ ਬਿਹਾਰ ਗਿਆ ਸੀਗਾ, ਦੇਖਣ ਨੂੰ ਨਵਾਂ ਵੀ ਨਹੀਂ ਸੀ ਲੱਗਦਾ। ਭੂਤਰਿਆਂ ਡਰਾਈਵਰਾਂ ਨੇ ਧੜਾ ਧੜ ਸਵਾਲਾਂ ਦੀਆਂ ਹੁੱਜਾਂ ਦੇ ਨਾਲ ਉਹ ਬੌਂਦਲ ਗਿਆ ਤੇ ਬੜੀ ਵਿਚਾਰਗੀ ਜਿਹੀ ਨਾਲ ਆਖਿਆ, ਕਾਹ ਕੀ ਆ ਬਾਬੂ, ਅੱਖੀਆਂ ਤਾਕਤ ਮਨਮਾ ਸੋਈ ਗੱਲ। ਮਸਲਨ ਵੀ ਮੈਂ ਕੀ ਕਰਦਾ ਬਾਬੂ, ਅੱਖੀਆਂ ਤਾਂ ਤੱਕਦੀਆਂ ਸੀ, ਜਾਣੀ ਅੱਖੀਆਂ ਤਾਕਤ ਵੀ ਤੱਕ ਰਹੀਆਂ ਸੀ। ਮਨਮਾ ਸੋਈ ਗੱਲ ਕਿ ਮਨ ਸੋ ਗਿਆ ਸੀ, ਜਾਣੀ ਦਿਮਾਗ ਬੁੱਝ ਹੋ ਗਿਆ ਸੀਗਾ। ਮੈਨੂੰ ਪਤਾ ਹੀ ਨਹੀਂ ਲੱਗਿਆ, ਅੱਖਾਂ ਤਾਂ ਕਹਿੰਦਾ ਮੇਰੀਆਂ ਖੁੱਲੀਆਂ ਸੀ, ਪਰ ਮੇਰੇ ਦਿਮਾਗ ਤੇ ਕੰਟਰੋਲ ਹੀ ਨਹੀਂ ਸੀ ਵੀ ਮੈਂ ਕਿਵੇਂ ਗੱਡੀ ਚਲਾਵਾਂ। ਖੈਰ ਬੰਪਰ ਟੂ ਬੰਪਰ ਐਕਸੀਡੈਂਟ ਥੋੜਾ ਲੱਗਿਆ ਸੀਗਾ ਮਾੜਾ ਮੋਟਾ, ਤੇ ਮਰਗਾੜਾ ਜਿਹੜਾ ਮੱਡਗਾੜਾ ਚਿੱਬਾ ਹੋਇਆ ਸੀ, ਪਰ ਹਾਦਸੇ ਤੋਂ ਬਚਾਅ ਹੋ ਗਿਆ ਸੀ। ਤੇ ਦੋਸਤੋ, ਜਦੋਂ ਸਾਡਾ ਸੜਕਾਂ ਦੇ ਵਣਜਾਰਿਆਂ ਦਾ ਮਨ ਸੌਂ ਜਾਂਦਾ, ਅੱਖਾਂ ਖੁੱਲੀਆਂ ਰਹਿੰਦੀਆਂ ਨੇ, ਉਦੋਂ ਕਹੀ ਤਬਾਹੀ ਆਉਂਦੀ ਹੈ। ਕਲਪਨਾ ਕਰਕੇ ਲੂੰ ਖੰਡੇ ਖੜੇ ਹੋ ਜਾਂਦੇ ਨੇ, ਕਿਉਂਕਿ ਬੰਦਾ ਅੱਖਾਂ ਖੁੱਲੀਆਂ ਹੁੰਦੀਆਂ ਨੇ, ਉਸੇ ਸਪੀਡ ਨਾਲ ਗੱਡੀ ਚਲਾਈ ਜਾਂਦਾ ਤੇ ਦਿਮਾਗ ਉਹਦਾ ਐਡਾ ਬੁੱਝ ਹੋ ਜਾਂਦਾ, ਜਾਂ ਕਹਿ ਲਓ ਸੌਂ ਜਾਂਦਾ। ਉਹ ਮਤਲਬ ਉਹਦੀ ਜਿਹੜੀ ਕੌਨਸ਼ੀਅਸ ਹੈ ਉਹ ਖਤਮ ਹੋ ਜਾਂਦੀ ਹੈ ਤੇ ਫਿਰ ਉਵੇਂ ਸਿੱਧੀਆਂ ਠੁੱਕਦੀਆਂ ਨੇ। ਹੁੰਦਾ ਇਹ ਅਨੀਂਦਰੇ ਨਾਲ, ਬੇਚੈਨੀ ਦੇ ਨਾਲ, ਮਨ ਦੀ ਉਦਾਸੀ ਦੇ ਨਾਲ। ਇਹ ਹਾਦਸਾ ਜਦੋਂ ਮਨ ਸੌਂਦਾ ਨਾ ਤੇ ਬਹੁਤ ਦਿਲ ਦਹਿਲਾਣ ਦੇਣ ਵਾਲਾ ਹਾਦਸਾ ਹੁੰਦਾ। ਬਲਦੇਵ ਸਿੰਘ ਸੜਕਨਾਮਾ ਲਿਖਦੇ ਨੇ, ਖੜਗਪੁਰ ਵਧੀਆ ਸ਼ਹਿਰ ਹੈ, ਮੈਂ ਵੀ ਗਿਆ ਇੱਕ ਦੋ ਵਾਰੀ। IIT ਦੇਸ਼ ਦੀ ਸਭ ਤੋਂ ਵੱਡੀ ਹੈ ਨਾ ਜਿਹੜੀ, ਉਹ ਖੜਗਪੁਰ ਦੇ ਵਿੱਚ ਹੈ। ਬੰਗਾਲ ਦਾ ਸ਼ਹਿਰ ਹੈ, ਉੜੀਸਾ ਬੰਗਾਲ ਬਾਰਡਰ ਵੱਲ ਨੂੰ। ਉਸ ਦਿਨ ਖੜਗਪੁਰ ਗੱਡੀ ਖਾਲੀ ਕਰਕੇ ਕਲਕੱਤੇ ਵੱਲ ਆਉਂਦਿਆਂ ਰਾਤ ਕੱਟਣ ਦੇ ਰਾਹ ਦੇ ਵਿੱਚ ਆਉਂਦੇ ਇੱਕ ਹੋਟਲ ਤੇ ਅਸੀਂ ਠਹਿਰ ਗਏ। ਹੋਟਲ ਤੇ ਭੀੜ ਕਾਫੀ ਸੀ। ਖੜਗਪੁਰ ਦੀ ਵੀ ਮੈਂ ਤੁਹਾਨੂੰ ਘਟਨਾ ਸੁਣਾਈ ਦੇਵਾਂ, ਹੱਡ ਬੀਤੀ। ਤੇ ਇਤਫਾਕਨ ਇੱਕ ਵਾਰੀ ਅਸੀਂ ਇੱਥੋਂ ਗੁੜ ਲੱਦਿਆ, ਇੱਥੋਂ UP ਦੀ ਕੰਬਾਈਨ ਲੈ ਕੇ ਗਏ, ਸੀਜ਼ਨ ਲੱਗਿਆ ਹੋਇਆ ਸੀ। ਚਲੋ ਮੈਂ ਕਿਹਾ ਚਲ ਜਾ ਉਹਨੇ ਨਾਲ। ਗੁਰਮੇਲ ਸਿੰਘ ਡਰਾਈਵਰ ਹੁੰਦਾ ਸੀ ਸਾਡੇ, ਇੱਕ ਵੀਰ ਇੱਕ। ਅਸੀਂ ਉੱਥੋਂ ਫਿਰ UP ਚੋਂ ਸੀਤਾਪੁਰ ਤੋਂ ਖਾਲੀ ਕਰਕੇ ਅਸੀਂ ਉੱਥੋਂ ਜਿਹੜਾ ਵਾਪਸ ਆਏ ਬਰੇਲੀ ਤੋਂ ਅੱਗੇ ਰਾਮਪੁਰ ਆਉਣਾ ਪੈ ਗਿਆ। ਅਲਮੋੜਾ ਤੋਂ ਅਸੀਂ ਜਿਹੜਾ ਹੈਗਾ ਅਲਮੋੜਾ ਸੀ ਜਾਂ ਕਿੱਥੋਂ, ਉੱਥੋਂ ਗੁੜ ਲੱਦਿਆ। ਦੁਸਹਿਰੇ ਦੇ ਦਿਨ ਸੀ, ਬਹੁਤ ਵਧੀਆ ਰੇਟ, ਤੇ ਕਿਉਂਕਿ ਗੁੜ ਦੀ ਬਹੁਤ ਡਿਮਾਂਡ ਹੁੰਦੀ ਹੈ ਉਹਨੇ ਦਿਨੀ ਜਦੋਂ ਦੁਰਗਾ ਪੂਜਾ ਹੁੰਦੀ ਹੈ। ਤੇ ਅਸੀਂ ਗੁੜ ਲੱਦਿਆ ਤੇ ਹੈਰਾਨੀ ਇਸ ਗੱਲ ਦੀ, ਉਦੋਂ ਮੈਂ ਵੀ ਪਹਿਲੀ ਵਾਰੀ ਕਲਕੱਤੇ ਗਿਆ ਸੀਗਾ ਤੇ ਡਰਾਈਵਰ ਵੀ ਨਵਾਂ ਸੀਗਾ, ਹੈਨਾ। ਤੇ ਚਲੋ ਅਸੀਂ ਤਿੰਨੇ ਜਾਣੇ, ਡਰਾਈਵਰ, ਖਲਾਸੀ ਤੇ ਮੈਂ, ਇੱਕੋ ਟਰੱਕ ਸੀਗਾ ਦੂਜੇ ਨੇ। ਤੇ ਦੁਰਗਾ ਉੱਥੇ ਇੱਕ ਢਾਬੇ ਵਾਲਾ ਗੁਰਸਿੱਖ ਬੰਦਾ, ਆਪਣੇ ਉਹ ਪਾਰਸ ਨਹੀਂ ਜਿਹੜਾ ਕਵੀਸ਼ਰ ਹੁੰਦਾ, ਉਸ ਟਾਈਪ ਦਾ। ਅਸੀਂ ਚਲੋ ਬੰਗਾਲ ਦੇ ਬਾਹਰ ਅਸੀਂ ਢਾਬੇ ਤੇ ਗੱਡੀ ਰੋਕ ਲਈ। ਜਿਹੜਾ ਸਾਨੂੰ ਫੋਨ ਨੰਬਰ ਦਿੱਤਾ ਉਹਦੇ ਤੇ ਮੈਂ ਫੋਨ ਮਿਲਾਵਾਂ ਤੇ ਫੋਨ ਨੰਬਰ ਗਲਤ, ਫੋਨ ਅੱਗੇ ਕੋਈ ਚੱਕੇ ਨਾ। ਉਹ ਢਾਬੇ ਵਾਲਾ ਐਡਾ, ਉਹਦਾ ਤਾਂ ਗੁਰਸਿੱਖ ਬੰਦਾ, ਉਹ ਲਾਲਚੀ। ਉਹ ਕਹਿੰਦਾ 10 ਦਿਨ ਬੰਦ ਰਹੂਗਾ, ਤੁਹਾਡਾ ਕਿਤੇ ਨਹੀਂ ਖਾਲੀ ਹੋਣਾ, ਤੁਸੀਂ ਖੜ ਜਾਓ ਇੱਥੇ ਢਾਬੇ ਤੇ ਹੀ ਖੜ ਜਾਓ ਮੇਰੇ ਤੇ। ਕਿਉਂਕਿ ਕਈ ਢਾਬਿਆਂ ਵਾਲਿਆਂ ਨੂੰ, ਇਹ ਆਫ ਦੀ ਰਿਕਾਰਡ ਹੈ,
ਕਈ ਢਾਬਿਆਂ ਵਾਲਿਆਂ ਨੂੰ ਲਾਲਚ ਹੁੰਦਾ ਕਿ ਯਾਰ ਜੇ ਇੱਕ ਟਰੱਕ ਖੜਾ ਨਾ ਉਹਦੀ ਰੀਸੋ ਰੀਸ ਹੋਰ ਟਰੱਕ ਖੜਦੇ ਨੇ। ਜੇ ਕਿਸੇ ਢਾਬੇ ਤੇ ਕੋਈ ਟਰੱਕ ਨਾ ਖੜਾ ਹੋਵੇ ਤੇ ਦੂਜੇ ਟਰੱਕ ਵੀ ਨਹੀਂ ਖੜਦੇ ਕਿ ਯਾਰ ਪਤਾ ਨਹੀਂ ਕਿਹਦਾ ਢਾਬਾ ਹੋਊ, ਪੰਜਾਬੀਆਂ ਦਾ ਹੋਊ। ਪੰਜਾਬੀਆਂ ਦੀ ਫਿਤਰਤ ਹੈ ਕਿ ਜਿਹੜੇ ਢਾਬੇ ਤੇ ਪੰਜਾਬੀ ਟਰੱਕ ਖੜਾ ਉੱਥੇ ਹੀ ਪੰਜਾਬੀ ਰੁਕਦੇ ਨੇ। ਉਹਨਾਂ ਨੂੰ ਲੱਗਦਾ ਕਿ ਇੱਥੇ ਖਾਣ ਪਾਣੀ ਚੰਗਾ ਹੋ। ਜੇ ਕਿਸੇ ਢਾਬੇ ਤੇ ਸਾਊਥ ਦੀ ਗੱਡੀ ਖੜੀ ਹੈ, ਬਿਹਾਰ ਦੀ ਖੜੀ ਹੈ, ਬੰਗਾਲ ਦੀ ਖੜੀ ਹੈ, ਯੂਪੀ ਵਾਲੀ ਖੜੀ ਹੈ, ਚਾਹੇ ਢਾਬਾ ਪੰਜਾਬੀਆਂ ਦਾ ਹੀ ਹੈ, ਉੱਥੇ ਆਮ ਜਾਂ ਲੋਬੜ ਪੰਜਾਬੀ ਡਰਾਈਵਰ ਨਹੀਂ ਰੁਕਦੇ। ਉਹਨਾਂ ਨੂੰ ਐਂ ਹੁੰਦਾ ਕਿ ਯਾਰ ਬਿਹਾਰੀਆਂ ਬੂਰੀਆਂ ਦਾ ਖਾਣਾ ਹੋਊਗਾ। ਯਾਨੀ ਹਰ ਕਮਿਊਨਿਟੀ ਦੇ ਢਾਬੇ ਅੱਡ ਨੇ। ਉਹਨੂੰ ਲਾਲਚ ਸੀ ਕਿ ਦੁਰਗਾ ਪੂਜਾ ਦਾ ਦਿਨ ਹੈ, ਇੱਕ ਅੱਧਾ ਟਰੱਕ ਖੜਾ ਹੋਵੇ ਨਾਲ ਹੋਰ ਆ ਕੇ ਖੜੀ ਜਾਣਗੇ। ਚਲੋ ਉਹਨੇ ਜੀ ਸਾਨੂੰ ਕਹਿੰਦਾ ਸਾਹ ਜੀ 10 ਦਿਨ ਕੋਈ ਤੁਹਾਡਾ ਮਾਲ ਨਹੀਂ ਉਤਰਨਾ, ਤੁਸੀਂ ਆਰਾਮ ਨਾਲ ਰਹੋ, ਮੈਂ ਨਾ ਤੁਹਾਡਾ ਕਿਤੇ ਰਾਤ ਬਰਾਤ ਨੂੰ ਖਾਲੀ ਕਰਾਵਾਂਗਾ, ਮੇਰੀ ਬਹੁਤ ਚੱਲਦੀ ਹੈ। ਚਲੋ ਅਸੀਂ ਗੱਲਾਂ 'ਚ ਆ ਗਏ ਕਿਉਂਕਿ ਡਰਾਈਵਰ ਵੀ ਨਵਾਂ, ਮੈਂ ਵੀ ਨਵਾਂ, ਕਲਕੱਤੇ ਬਾਰੇ ਕੋਈ ਵਾਸਤਾ ਨਾ। ਚਲੋ ਨੰਬਰ ਸੀਗਾ, ਮੈਂ ਉੱਥੋਂ ਜਾ ਕੇ PCO ਤੋਂ ਟਰਾਈ ਕੀਤਾ ਤੇ ਉਹ ਨੰਬਰ ਰੌਂਗ, ਉਹ ਮੁੜ ਕੇ ਚੱਕੀ ਨਾ ਕੋਈ ਉੱਥੇ। ਉਸ ਤੋਂ ਬਾਅਦ ਹੋਇਆ ਇਹ ਕਿ ਉਹਨੂੰ ਆਪਣਾ ਲਾਲਚ ਕਿ ਚਲੋ ਇੱਕ ਟਰੱਕ ਖੜ ਗਿਆ, ਰੀਸੋ ਰੀਸ ਹੋਰ ਪੰਜਾਬੀਆਂ ਦੇ ਟਰੱਕ ਆ ਕੇ ਲੱਗੀ ਗਏ। ਤੇ ਫਿਰ ਜਦੋਂ ਪੁੱਛਿਆ ਉਹ ਕਹਿੰਦੇ ਵੀ ਖਾਲੀ ਹੁੰਦੀਆਂ ਗੱਡੀਆਂ, ਰਾਤ ਨੂੰ ਹੁੰਦੀਆਂ ਨੇ, ਥੋੜੇ ਪੈਸੇ ਪੂਸੇ ਲੈ ਕੇ। ਉਦਾਂ ਤਾਂ ਨੋ ਐਂਟਰੀ ਹੁੰਦੀ ਹੈ, ਬਿਲਕੁਲ ਜਾਮ ਹੋ ਜਾਂਦਾ ਕਲਕੱਤਾ, ਵੀ ਤੁਸੀਂ ਪੈਸੇ ਪੂਸੇ ਦੇ ਕੇ ਕੱਢ ਲਓ, ਵੀ ਅਦਰਵਾਈਜ਼ ਤੁਹਾਨੂੰ ਦਿੱਕਤ ਆਊਗੀ। ਤੇ ਅਸੀਂ ਉਹਦੇ 'ਚ ਚਲੋ 4-5 ਦਿਨ ਲੇਟ ਹੋ ਗਏ। ਮਤਲਬ ਗੱਲ ਨਹੀਂ ਬਣੀ, ਨਵੇਂ ਸੀ ਵੀ ਪਤਾ ਨਹੀਂ ਕੀ ਹੋ ਜੇ ਹੋਊਗਾ ਹੁੰਦਾ ਜਿਵੇਂ। ਖੈਰ ਤੀਜੇ ਚੌਥੇ ਦਿਨ ਅਸੀਂ ਮਤਲਬ ਐਂਟਰ ਹੋਏ। ਚਲੋ ਪੈਸੇ ਪੂਸੇ ਬਹੁਤ ਲੱਗੇ, ਰੰਗਦਾਰੀ ਬਹੁਤ ਹੁੰਦੀ ਆ, ਦੁਰਗਾ ਪੂਜਾ, ਚੰਦਾ, ਫਲਾਂ ਡਮਕਾ ਕਰ ਕਰਾ ਕੇ ਅਸੀਂ ਪਹੁੰਚ ਗਏ। ਜਦੋਂ ਉੱਥੇ ਗਏ ਤੇ ਅੱਗੋਂ ਬੰਗਾਲੀ ਬਾਬੂ ਸਤਿਆ ਬੈਠਾ ਸੀਗਾ, ਤੁਹਾਡਾ ਗੁੜ ਲੈ ਕੇ ਆਇਆ, ਕਹਿੰਦਾ ਗੰਗਾ ਜੀ ਮੈਂ ਗਿਰਾ ਦੋ। ਮੈਂ ਕੀ ਹੋ ਗਿਆ? ਕਹਿੰਦਾ ਇੰਨੇ ਦਿਨਾਂ ਦੀ ਗੱਡੀ ਚੱਲੀ ਹੈ, ਤੁਸੀਂ ਇੰਨੇ ਦਿਨ। ਮੈਂ ਆਹ ਦੇਖੋ ਆਹ ਨੰਬਰ ਦਿੱਤਾ, ਅਸੀਂ ਇੰਨੀ ਵਾਰੀ ਟਰਾਈ ਕੀਤਾ, ਮੇਰੇ ਕੋਲ ਸਲਿੱਪਾਂ ਨੇ, ਮੈਂ ਉੱਥੋਂ PC ਤੋਂ ਫੋਨ ਕਰ ਰਿਹਾ, ਸਲਿੱਪ ਨਿਕਲਦੀ ਹੁੰਦੀ ਸੀ। ਉਹ ਫੇਰ ਥੋੜਾ ਠੰਡਾ ਹੋਇਆ। ਮੈਂ ਤੁਸੀਂ ਲਾਉਂਦੇ ਕਿਉਂ ਨਹੀਂ, ਗੰਗਾ ਜੀ ਮੈਂ ਕਿਉਂ ਗੁੜ ਸਟਾਉਂਦੇ ਹੋ? ਕਹਿੰਦਾ ਵੀ ਇਹ ਜਿਹੜਾ ਗੁੜ ਸੀ ਇਹਦੀ ਇੰਨੀ ਡਿਮਾਂਡ ਸੀ, ਇਹ ਸੋਨੇ ਦੇ ਭਾਅ ਵਿਕਣਾ ਸੀ ਸਾਡਾ, ਤੁਸੀਂ 4 ਦਿਨ ਲੇਟ ਹੋ ਗਿਆ, ਨਾਲ ਦਿਆਂ ਦਾ ਵਿਕ ਗਿਆ, ਤੇ ਅਸੀਂ ਇਹਨੂੰ ਹੁਣ ਕੀ ਕਰਾਂਗੇ, ਹੁਣ ਸੇਲ ਘਟ ਜਾਣੀ ਹੈ। ਖੈਰ ਉਹਨੇ ਬੜਾ ਹਰਾਸ਼ ਕੀਤਾ, ਉਹ ਭਾੜਾ ਨਾ ਦੇਵੇ, ਭਾੜਾ ਕਹਿੰਦੇ ਹੁੰਦੇ ਟਰੱਕ ਫੇਅਰ ਨੂੰ, ਉਹ ਭਾੜਾ ਨਾ ਦੇਵੇ। ਤੇ ਰਾਤ ਨੂੰ ਕਰ ਕਰਾ ਕੇ ਜੀ ਚਲੋ ਉਹਨੇ ਟਰੱਕ ਮੈਂ ਬਾਹਰ ਭੇਜਦਾ, ਮੈਂ ਤੁਸੀਂ ਨਿਕਲ ਜਾਓ, ਨੋ ਐਂਟਰੀ ਹੈ, ਮੈਂ ਸਵੇਰੇ ਆਪੇ ਕਿਰਾਇਆ ਕਰੂਆ ਲੈ ਕੇ ਆਉਣਾ। ਤੇ ਮੈਂ ਦਿਨ ਭਰ ਫਿਰ ਚਲੋ ਕੁਝ ਦੋਸਤ ਸੀਗੇ ਉਹਨਾਂ ਨੂੰ ਕਿਹਾ ਕੂਆ ਤੇ ਕਰ ਕਰਾ ਕੇ ਚਲੋ ਉਹਨੇ ਕੁਝ ਕੱਟ ਕਟਾ ਕੇ ਜਾਣੀ ਮੈਂ ਦਫਾ ਕਰ, ਉਹਨੇ ਕੱਟ ਕਟਾ ਕੇ ਸਾਨੂੰ ਰੇਟ ਜਿਹੜਾ ਸੀ ਕਿਰਾਇਆ ਦੇ ਦਿੱਤਾ। ਚਲੋ ਮੈਂ ਲਿਆ, ਉੱਥੋਂ ਮੈਂ ਟੈਕਸੀ ਲੈ ਕੇ ਬਾਹਰ ਆ ਗਿਆ ਜਿੱਥੇ ਮੈਂ ਕਿਹਾ ਸੀ ਬਾਹਰ ਰੁਕ ਜੋ, ਕਲਕੱਤਾ ਤੋਂ ਬਾਹਰ। ਥੱਕੇ ਟੁੱਟੇ 2 ਦਿਨ ਦੇ ਬਾਣੀਏ ਨਾਲ ਖੁੱਜਲੇ ਹੋਏ। ਤੇ ਉਸ ਤੋਂ ਬਾਅਦ ਫਿਰ ਮੈਂ ਕਿਹਾ ਚੱਲ ਵੀ ਸ਼ੁਕਰ ਹੈ, ਉਹ ਕਹਿੰਦਾ ਕਿਰਾਇਆ ਮਿਲ ਗਿਆ। ਸੁੰਨਸਾਨ ਇਲਾਕਾ ਹੈ ਨਾ, ਉਹ ਐ ਨੇ ਵੀ ਖੋਹ ਖਵਾਈ ਬਣਾ ਹੋ ਜੇ। ਤੇ ਬਾਣੀਆ ਐਡਾ ਉਹ ਲਾਲਾ ਖਰਾਬ, ਉਹਨੇ ਨਾ ਨੋਟ ਵੀ ਮੈਨੂੰ 2-2 ਦੇ 3-3 ਦੇ, ਯਕੀਨ ਜਾਣਿਓ ਉਹ ਹੁਣ ਇੰਨੇ ਪੈਸੇ ਬੰਦਾ ਪਾਵੇ ਕਿੱਥੋਂ। ਮੇਰੇ ਕੋਲ ਉਦੋਂ ਚੈੱਕਦਾਰ ਪਰਨਾ ਸੀ, ਵਾਲ ਮੇਰੇ ਉਦੋਂ ਵੀ ਕੱਟੇ ਸੀਗੇ, ਤੇ ਮੈਂ ਨਾ ਪਰਨੇ ਦੇ ਲੜ ਬੰਨੇ ਹੋਏ, ਉਹ ਐ ਜਿਵੇਂ ਕੋਈ ਕੱਦੂ ਲਈ ਜਾਂਦਾ ਹੁੰਦਾ, ਇਸ ਤਰ੍ਹਾਂ ਬੰਨੇ ਹੋਏ, ਕਿਉਂਕਿ ਹੁਣ ਉੱਥੇ ਤੁਸੀਂ ਪਾਓਗੇ ਕਿੱਥੇ। ਮਤਲਬ ਸੁੰਨੀ ਰਾਤ। ਉਹ ਟੈਕਸੀ ਡਰਾਈਵਰ ਚੰਗਾ ਸੀ, ਮੈਨੂੰ ਡਰ ਵੀ ਆਵੇ ਵੀ ਕਿਤੇ ਹੋਰ ਨਾ ਖੂਹ ਲੈਣੇ ਤੇ 2 ਮਰਨ, ਥੱਪੜ ਚਾਕੂ ਮਰ ਗਏ ਉਹ ਮਰਨ, ਕਿਉਂਕਿ ਪਹਿਲੀ ਵਾਰੀ ਇਦਾਂ ਦਾ ਵਾਹ ਪੈਂਦਾ ਕਈ ਵਾਰੀ ਰਾਤ ਨੂੰ। ਚਲੋ ਅਸੀਂ ਮੈਂ ਕਿਹਾ ਚਲੋ ਦੇਖੀ ਜਾਊ ਜੋ ਹੋਊ। ਚਲੋ ਮੈਂ ਟਰੱਕ ਕੋਲ ਪਹੁੰਚ ਗਿਆ ਟੈਕਸੀ ਲੈ ਕੇ। ਤੇ ਉਸ ਤੋਂ ਬਾਅਦ ਫਿਰ ਡਰਾਈਵਰ ਹੋਣੀ ਸਾਡੇ ਥੱਕੇ ਟੁੱਟੇ, ਉਹ ਵੀ। ਮੈਂ ਚਲੋ ਨਿਕਲੋ, ਮੈਂ ਰਾਹ ਦਾ ਪਤਾ, ਕਹਿੰਦੇ ਪਤਾ, ਕਿਉਂਕਿ ਗੱਡੀਆਂ ਗੁੱਡੀਆਂ ਘੱਟ ਚੱਲਦੀਆਂ ਸੀ। ਉਹਨਾਂ ਜਿਉਂ ਦੀਪੜੀ ਗੱਡੀ ਜਾ ਕੇ ਖੜਗਪੁਰ ਕੋਲ ਮਾਰੀ, ਰਾਤੋਂ ਰਾਤ ਆਉਣਾ ਸੀ ਇੱਧਰ ਨੂੰ ਪਾਨਾਗੜ੍ਹ ਵੱਲ ਨੂੰ, ਆਸਨਸੋਲ ਵੱਲ ਨੂੰ, ਉਹ ਕਿਤੇ ਟਪਲਾ ਖਾ ਗਿਆ। ਮਤਲਬ 150-200 ਕਿਲੋਮੀਟਰ ਜਦੋਂ ਦੇਖਿਆ ਸਵੇਰ ਹੋ ਗਈ ਤੇ ਗੱਡੀ ਸਾਡੀ ਉਹ ਖੜਗਪੁਰ ਵਾਲੇ ਰਾਹ ਪਈ ਹੋਈ। ਉਹ ਮੈਂ ਕਿਹਾ ਇਹ ਕਿੱਧਰ, ਲੱਗਦਾ ਵੀ ਇਹ ਤਾਂ ਉਹ ਰਾਹ ਹੀ ਨਹੀਂ ਜਿੱਧਰ ਆਪਾਂ ਆਉਂਦੇ ਹੁੰਦੇ ਹਾਂ। ਤੇ ਆਏ ਆ ਜਿਸ ਪਾਸੇ, ਪਤਾ ਕੀਤਾ, ਕਹਿੰਦੇ ਤੁਸੀਂ ਤਾਂ ਦੂਜੇ ਉੱਥੋਂ। ਫਿਰ ਮੰਨ ਲਓ 150-200 ਕਿਲੋਮੀਟਰ ਦਾ, ਮੰਨ ਲਓ ਜਦੋਂ ਭਚੱਕਾ ਪੈਂਦਾ ਕਈ ਵਾਰੀ ਜ਼ਿੰਦਗੀ 'ਚ ਐਦਾਂ ਵੀ ਹੁੰਦਾ। ਖੈਰ ਖੜਗਪੁਰ ਦਾ ਜ਼ਿਕਰ ਕਰ ਰਹੇ ਬਲਦੇਵ ਸਿੰਘ ਸੜਕਨਾਮਾ। ਸੋ ਇਹ ਹੱਡ ਬੀਤੀਆਂ ਨੇ। ਦੇਖੋ ਕੰਮ ਕੋਈ ਵੀ ਮਾੜਾ ਨਹੀਂ। ਹੁਣ ਮੈਂ ਇੱਥੇ ਠੀਕ ਹੈ ਜਰਨਲਿਸਟਾਂ ਤੇ ਐਵੇਂ ਯੂਨੀਵਰਸਿਟੀਆਂ 'ਚ ਪੜ੍ਹੇ ਆ, ਇੱਦਾਂ ਨਹੀਂ ਕਿ ਕੋਈ ਹੈਗਾ ਡਬਲ MA ਕੀਤੀਆਂ, ਪਰ ਗੱਲ ਇਹ ਹੈ ਕਿ ਜ਼ਿੰਦਗੀ 'ਚ ਜੋ ਕੰਮ ਕੀਤੇ ਨੇ ਪ੍ਰੈਕਟੀਕਲੀ, ਤੁਹਾਨੂੰ ਆਪਣੇ ਕੰਮ ਤੇ ਫਖਰ ਹੋਣਾ ਚਾਹੀਦਾ। ਇਹ ਤੁਹਾਡਾ ਕੰਮ ਹੈ। ਟਰੱਕ ਡਰਾਈਵਰੀ ਕੋਈ ਮਾੜੀ ਥੋੜ੍ਹੀ ਹੈ ਕੰਮ, ਕੋਈ ਵੀ ਇਸ ਕੰਮ ਸਭ ਬਰਾਬਰ ਨੇ।
ਹੁਣ ਕੀ ਅਮਰੀਕਾ ਕੈਨੇਡਾ 'ਚ ਕਿੰਨੇ ਪੜ੍ਹੇ ਲਿਖੇ ਮੁੰਡੇ ਡਾਕਟਰ ਜਾਂ ਹੋਰ ਈਵਨ ਆਪਣੇ ਇੰਨੀ ਲੋਕ ਕੰਮ ਕਰਾਉਂਦੇ, ਵਧੀਆ ਕੰਮ ਹੈ, ਅੱਛੀ ਜੋਬ ਹੈ, ਕੈਸ਼ ਜੋਬ ਹੈ, ਜਿੱਥੇ ਜੀ ਕਰਿਆ ਚਲਾਓ, ਜਿੱਥੇ ਜੀ ਕਰਿਆ ਖੜਾਓ, ਕਿਸੇ ਦੀ ਹੈ ਨਹੀਂ ਖੈ ਨਹੀਂ। ਪਰ ਉਹ ਸਾਡੇ ਨਾ ਕੰਮ ਦੇ ਆਧਾਰ ਤੇ ਹੁਣ ਕਹਦੇ ਮੁੰਡਾ ਟਰੱਕ ਡਰਾਈਵਰ ਹੈ, ਕੋਈ ਰਿਸ਼ਤਾ ਨਹੀਂ ਕਰਦਾ, ਇਹ ਹਾਲਾਤ ਨੇ। ਕਲਰਕ ਲੱਗਿਆ ਹੋਊ, ਲੋਕਾਂ ਦੇ ਪੈਸੇ ਲੁੱਟਦਾ ਹੋਊਗਾ, ਹੱਡ ਹਰਾਮ ਖਾਂਦਾ ਹੋਊਗਾ। ਅੱਛਾ, ਉੱਪਰੋਂ ਕਿੰਨੇ ਬਣ ਜਾਂਦੇ ਨੇ ਜੀ, ਵੀ ਉੱਪਰ ਜਿਹੜੀ ਹੈ ਨਾ ਪਾਪ ਦੀ ਕਮਾਈ ਆ, ਉਹ ਜਿਹੜੀ ਕਿਸੇ ਦਾ ਹੱਕ ਤੁਸੀਂ ਖਾਂਦੇ ਹੋ, ਹੱਕ ਭਰਾ ਨਾਨਕਾ। ਪਰ ਉਹ ਕਹਿੰਦੇ ਅੱਛਾ ਇੰਨੀ ਕਮਾਈ ਹੈ ਜੀ, 2 ਵੀਰ ਦਹੀਂ ਵੀ ਰੱਬਾ, ਇੱਕ ਡੀਸੀ ਤੇ ਇੱਕ ਪਟਵਾਰੀ। ਹਾਲਾਂਕਿ ਪਟਵਾਰੀ ਦੇ ਬਾਰੇ ਮਾਫ ਕਰਨਾ, ਜੋ ਵਾਕ ਹੈ ਕਬੀਰ ਸਾਹਿਬ ਦਾ ਕਿ ਹਰ ਕੇ ਲੋਕਾਂ ਕੋ ਨਿਤ ਦੱਸੈ ਪਟਵਾਰੀ। ਸੋ ਸਾਡੇ ਇਹ ਜਿਹੜੀਆਂ ਜਾਤਾਂ ਬਣੀਆਂ, ਜ਼ਮੀਨ ਵਾਲਾ ਜ਼ਿਮੀਂਦਾਰ, ਸੋਨੇ ਵਾਲਾ ਸੁਨਿਆਰ, ਲੋਹੇ ਵਾਲਾ ਲਹਾਰ, ਇਹ ਕੰਮ ਦੇ ਆਧਾਰਿਤ ਅਸੀਂ ਜਿਹੜਾ ਉਹ ਵਰਗ ਵੰਡ ਕਰ ਦਿੱਤੀ ਤੇ ਦੂਸਰਾ ਉਸ ਬੰਦੇ ਦੀ ਸਾਰੀ ਆਰਥਿਕਤਾ ਉਸ ਦੇ ਨਾਲ ਜੋੜ ਦਿੱਤੀ। ਠੀਕ ਹੈ ਕਿ ਪੀੜ੍ਹੀ ਦਰ ਪੀੜ੍ਹੀ ਜਦੋਂ ਇੱਕੋ ਹੀ ਕੰਮ ਕਰਦੇ ਹੋ, ਤੁਹਾਡੀ ਮਾਨਸਿਕਤਾ ਉਸ ਕਿੱਤੇ ਤੋਂ ਮਨਸਰ ਹੋ ਜਾਂਦੀ ਹੈ। ਪਰ ਉਹ ਜਦੋਂ ਹੁਣ ਜੱਟ ਹੈ ਜ਼ਮੀਨ ਨਾਲ ਜੁੜ ਗਿਆ, ਹੁਣ ਕੰਮ ਤਾਂ ਤੁਸੀਂ ਵੇਖੋ ਕਿ ਜੱਟ ਦਾ ਕਿੰਨਾ ਔਖਾ ਕੰਮ ਹੈ, ਸਾਰਾ ਦਿਨ ਗੰਦਗੀ 'ਚ ਪੈਰ ਮਾਰਨੇ, ਕੋਈ ਸਖਾਲਾ ਥੋੜ੍ਹੀ ਹੈ। ਉਹਦੀ ਬਜਾਏ ਸੁਨਿਆਰੇ ਦਾ ਜਿਹੜਾ ਕੰਮ ਹੈ ਉਹ ਸੋਨੇ ਨੇ ਸੋਹਣਾ ਹੈ ਸਲੀਕੇ ਵਾਲਾ ਕੰਮ ਕਰਨਾ, ਹੈ ਨਾ। ਫਿਰ ਉਹ ਕਹਿੰਦੇ ਵੀ ਆ ਕਿ ਅੱਖ ਸੁਨਿਆਰੀ ਦੀ ਜਿਵੇਂ ਇੱਲ ਦੇ ਆਲਣੇ ਆਂਡਾ, ਕਿਉਂਕਿ ਬੜਾ ਸਲੀਕੇ ਨਾਲ ਉਹਨਾਂ ਨੇ ਰਹਿਣਾ, ਵਧੀਆ ਘਰ ਨੇ। ਪਰ ਉਹ ਜੱਟ ਆਪਣੇ ਆਪ ਨੂੰ ਫਿਰ ਸੁਪੀਰੀਅਰ ਸਮਝੇਗਾ, ਉਹਨਾਂ ਨਾਲੋਂ ਆਪਣੇ ਆਪ ਨੂੰ ਉੱਤਮ ਸਮਝੇਗਾ, ਹਾਲਾਂਕਿ ਹੈ ਤਾਂ BC 'ਚ ਆਉਂਦਾ ਕਿੰਨੇ ਸੂਬਿਆਂ 'ਚ। ਸੋ ਇਸ ਕਰਕੇ ਸਾਡੀ ਜਿਹੜੀ ਮਾਨਸਿਕਤਾ ਨਾ ਇੰਡੀਆ ਵਾਲਿਆਂ ਦੀ, ਜਿਵੇਂ ਸਾਨੂੰ ਪਹਿਲਾਂ ਜਾਤਾਂ 'ਚ ਵੰਡ ਦਿੱਤਾ, ਵਰਨਾਂ 'ਚ ਵੰਡ ਦਿੱਤਾ, ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਬਣਾ ਕੇ, ਹੈ ਨਾ, ਦਲਿਤ ਬਣਾਤੇ, ਉਹ ਬਣਾਤੇ। ਸੋ ਇਹ ਅਸੀਂ ਕੰਮ ਦੇ ਆਧਾਰ ਤੇ ਬੰਦੇ ਦੀ ਜਿਹੜਾ ਸਟੇਟਸ ਵੇਖਦੇ ਹਾਂ, ਉਹਦੇ ਗੁਣ ਜਾਂ ਔਗਣ ਨਹੀਂ ਵੇਖਦੇ, ਸਾਡੀ ਬਦਕਿਸਮਤੀ ਹੈ। ਬਲਦੇਵ ਸਿੰਘ ਸੜਕਨਾਮਾ ਲਿਖਦੇ ਨੇ ਕਿ ਉਸ ਦਿਨ ਖੜਗਪੁਰ ਗੱਡੀ ਖਾਲੀ ਕਰਕੇ ਕਲਕੱਤੇ ਵੱਲ ਆਉਂਦਿਆਂ ਰਾਤ ਕੱਟਣ ਲਈ ਰਾਹ ਦੇ ਵਿੱਚ ਆਉਂਦੇ ਇੱਕ ਹੋਟਲ ਤੇ ਹੀ ਠਹਿਰ ਗਏ। ਭੀੜ ਹੋਟਲ ਤੇ ਕਾਫੀ ਸੀ, ਤਕਰੀਬਨ ਸਾਰਿਆਂ ਮੰਜਿਆਂ ਤੇ 2-2 3-3 ਢਾਣੀਆਂ ਖਾ ਪੀ ਰਹੀਆਂ ਸੀ। ਹੋਟਲ ਦੇ ਨੌਕਰ ਜਿਵੇਂ ਜੰਜ ਨੂੰ ਰੋਟੀ ਖਵਾਉਣ ਵਾਲੇ ਬਹਿਰੇ ਹਰਲ ਹਰਲ ਕਰਦੇ ਫਿਰਦੇ ਨੇ, ਇਦਾਂ ਘੁੰਮ ਰਹੇ ਸੀ। ਇਹਨਾਂ ਨੂੰ ਮੁੰਡੂ ਵੀ ਕਹਿ ਦਿੰਦੇ ਆ। ਤੇ ਤਰੀਕਾ ਹੁੰਦਾ ਜਿਹੜਾ ਮੈਂ ਪਹਿਲੀ ਵਾਰੀ ਵੇਖਿਆ ਢਾਬਿਆਂ ਦੇ, ਜਦੋਂ ਹਜੂਰ ਸਾਹਿਬ ਗਏ, ਮਤਲਬ ਇਸ ਤਰ੍ਹਾਂ ਜਦੋਂ ਤੁਸੀਂ ਮੰਜੇ ਤੇ ਬਹਿੰਦੇ ਹੋ ਤੇ ਉਹ ਵਿਚਾਲੇ ਨਾ ਇੱਕ ਫੱਟਾ ਰੱਖ ਦਿੰਦੇ ਆ, ਗਿੱਠਕ ਚੌੜਾ ਲੰਮਾ, ਉਸ ਬਾਈ ਤੋਂ ਉਸ ਬਾਈ ਤੱਕ। ਮੈਨੂੰ ਬੜਾ ਵਧੀਆ ਲੱਗਿਆ ਕਿ ਯਾਰ ਉਹ ਹੁਣ ਇਦਾਂ ਦਾ ਫੱਟਾ ਘਰੇ ਵੀ ਫੱਟੇ ਤੇ ਇਦਾਂ ਰੋਟੀ ਰੱਖ ਕੇ ਤੁਸੀਂ ਵਧੀਆ ਖਾ ਸਕਦੇ ਹੋ, ਹੈ ਨਾ। ਮਤਲਬ ਮੰਜੇ ਤੇ ਹੀ ਟੇਬਲ ਬਣ ਜਾਂਦਾ, ਕਿੱਡੀ ਵਧੀਆ ਤਕਨੀਕ ਹੈ, ਹੈ ਨਾ। ਤੇ ਇੱਕ ਫੱਟਾ ਜਿਹਾ ਹੁੰਦਾ, ਮਤਲਬ ਗਿੱਠਕ ਚੌੜਾ, ਤੇ ਉਹ ਮੰਜੇ ਦੇ ਵਿਚਕਾਰ ਰੱਖ ਦਿੰਦੇ ਨੇ। 2 ਬੰਦੇ ਜਾਂ ਇੱਕ ਬੰਦਾ ਉੱਧਰ ਬਹਿ ਜਾਂਦਾ, ਇੱਕ ਬੰਦਾ ਮੰਜੇ ਤੇ ਬੈਠ ਕੇ ਚੌਂਕੜੀ ਮਾਰ ਕੇ ਆਰਾਮ ਨਾਲ ਰੋਟੀ ਖਾਧੀ ਜਾ ਸਕਦੀ ਹੈ। ਇਹ ਵੀ ਢਾਬਿਆਂ ਦੀ ਤਕਨੀਕ ਹੈ, ਆਮ ਘਰਾਂ 'ਚ ਨਹੀਂ ਹੈ। ਮੈਨੂੰ ਬੜਾ ਅੱਛਾ ਲੱਗਦਾ ਹੈ, ਵੈਸੇ ਹੈ ਵੀ ਕੰਫਰਟੇਬਲ। ਢਾਬਾ ਆਪਣਾ ਫੱਟਾ ਚੱਕੋ, ਉਹ ਸਾਫ਼ ਕਰਨਾ ਵੀ ਸਿਖਾਲਾ ਹੈ ਨਾ। ਟੇਬਲ ਕੁਰਸੀਆਂ ਕੀ ਉਹਦਾ ਰੀਸ ਕਰਨੀਆਂ, ਚੌਂਕੜੀ ਦੀ ਚੌਂਕੜੀ, ਟੇਬਲ ਦਾ ਟੇਬਲ। ਤੇ ਕਈ ਵਾਰੀ ਲੜ ਵੀ ਪੈਂਦੇ, ਫਿਰ ਉਹ ਜਿਹੜੀਆਂ ਫੱਟੀਆਂ ਨੇ ਨਾ ਉਹ ਸਿਰ ਫਾੜਨ ਦਾ ਵੀ ਕੰਮ ਆਉਂਦੀਆਂ ਹੋਟਲਾਂ ਤੇ, ਇਦਾਂ ਵੀ ਮੈਂ ਵੇਖਿਆ। ਖੈਰ ਹੋਟਲ ਤੇ ਭੀੜ ਬਹੁਤ ਸੀ। ਜਿਹੜਾ ਵੇਟਰ ਸੀਗੇ, ਬਹਿਰੇ ਸੀ ਜਿਹੜੇ, ਉਹਨਾਂ ਦੇ ਮੁੰਡੇ ਸੀਗੇ ਸਰਵਿਸ ਵਾਲੇ, ਉਹ ਇਸ ਤਰ੍ਹਾਂ ਹਰਲ ਹਰਲ ਕਰਦੇ ਫਿਰਦੇ ਸਨ। ਹੋਟਲ ਮਾਲਕ ਹੱਥ ਵਿੱਚ ਪੈਸਿਆਂ ਵਾਲੀ ਗੁਥਲੀ ਫੜ ਕੇ ਕਾਂ ਅਖਵਾਂ ਚੁਫਾਰੇ ਤਾੜ ਰਿਹਾ ਸੀ। ਇਸ ਕਾਵਾਂ ਰੌਲੀ ਦੇ ਵਿੱਚ ਇੱਕ ਡਰਾਈਵਰ ਤੜਕਾ ਚੰਗਾ ਨਾ ਲਾਉਣ ਕਰਕੇ ਨੌਕਰ ਨੂੰ ਗਾਲਾਂ ਕੱਢ ਰਿਹਾ ਸੀ। ਖਲਾਸੀ ਨੂੰ ਰੋਟੀ ਖਾ ਕੇ ਗੱਡੀ ਵਿੱਚ ਸੌਂ ਜਾਣ ਲਈ ਕਹਿ ਕੇ ਮੈਂ ਵੀ ਗੱਡੀ ਦੇ ਪਿੱਛੇ ਮੰਜਾ ਢਾ ਲਿਆ। ਹੋਟਲ ਦੇ ਮੁੰਡੇ ਨੂੰ ਬੰਗਲੂ ਦਾ ਪੁਆਇੰਟ, ਜਾਣੀ ਕਿ ਅਧੀਆ, ਇਹ ਬੰਗਲੂ ਕਹਿੰਦੇ ਆ ਉੱਧਰ, ਜਿਹੜੀ ਦੇਸੀ ਦਾਰੂ ਹੁੰਦੀ ਨਾ ਚੌਲਾਂ ਵਾਲੀ, ਬੀਅਰ ਵਰਗੀ ਹੁੰਦੀ ਐ, ਚਿੱਟੀ ਸਫੈਦ ਪਾਣੀ ਵਰਗੀ, ਬੰਗਲੂ ਕਹਿੰਦੇ ਇਹਨੂੰ, ਬੰਗਾਲ ਅਸਾਮ 'ਚ ਚੱਲਦੀ ਹੈ। ਬੰਗਲੂ ਦਾ ਪੁਆਇੰਟ, ਜਾਣੀ ਕਿ ਪੁਆਇੰਟ ਕਹਿੰਦੇ ਅਧੀਆ ਲੈ ਕੇ ਆਉਣ ਲਈ ਕਹਿ ਕੇ ਮੈਂ ਮੰਜੇ ਤੇ ਨਿਸਲ ਹੋ ਕੇ ਡਿੱਗ ਪਿਆ। ਹੋਟਲ ਦੇ ਜਗਦੇ ਗੈਸਾਂ ਦੀ ਰੌਸ਼ਨੀ ਤੋਂ ਪਰਾਂ ਘੁੱਪ ਹਨੇਰਾ ਸੀ। ਝੋਨੇ ਦੇ ਖੇਤ ਸੀ, ਝੋਨੇ ਧਾਨਾਂ ਦੀ ਮਹਿਕ ਆ ਰਹੀ ਸੀ, ਬਸਤੀਆਂ ਸਨ। ਉਧਰੋਂ ਕਿਧਰੇ ਟਮਟਮਾਉਂਦੀ ਰੌਸ਼ਨੀ ਵੀ ਸੀ। ਨੌਕਰ ਨੇ ਗਲਾਸ, ਸੋਡਾ ਤੇ ਅਧੀਆ ਰੱਖ ਕੇ ਮੈਨੂੰ ਹਲੂਣ ਦਿੱਤਾ, ਜਿਵੇਂ ਮੈਂ ਸੌਂ ਗਿਆ। ਮੁਸ਼ਕਲ ਦੇ ਨਾਲ ਮੈਂ ਇੱਕ ਪੈਗ ਹੀ ਪੀਤਾ ਹੋਵੇਗਾ ਕਿ ਇੱਕ ਮੇਰੀ ਜਾਣੀ ਪਛਾਣੀ ਗੱਡੀ ਆ ਕੇ ਰੁਕੀ। ਗੱਡੀ ਸਾਈਡ ਕਰਕੇ ਜਦੋਂ ਡਰਾਈਵਰ ਹੇਠਾਂ ਉਤਰਿਆ ਤਾਂ ਮੈਂ ਹੈਰਾਨ ਰਹਿ ਗਿਆ। ਹੈਂ, ਇਹਨੇ ਤਾਂ ਅੱਜ ਪਿੰਡ ਜਾਣਾ ਸੀ। ਮੈਨੂੰ ਵੀ ਉਸ ਵੱਲ ਵੇਖ ਕੇ ਹੈਰਾਨੀ ਹੋਈ। ਕੀ ਗੱਲ, ਵਿਆਹ ਅੱਗੇ ਹੋ ਗਿਆ? ਮੈਂ ਉਸ ਨੂੰ ਪੁੱਛਿਆ ਡਰਾਈਵਰ ਨੂੰ। ਅੱਗੇ ਹੋ ਗਿਆ ਬੜੇਵੇਂ, ਫੇਰੇ ਦੇਣੇ ਆਂਦੇ ਆ, ਆਹ ਗੇੜਾ ਲਾਇਆ, ਤੇ ਉਹ ਪੈਂਦ ਤੇ ਬਹਿ ਗਿਆ ਆਪਣੇ ਦੁੱਖ, ਜਾਣੀ ਮਾਲਕਾਂ ਨੇ ਕਹਿਤਾ ਆਹ ਗੇੜਾ ਲਾਇਆ, ਫਿਰ ਜਾਏ ਵਿਆਹ। ਤੇ ਤੇਰੀ ਘਰ ਵਾਲੀ? ਤੇ ਉਹਨਾਂ ਮੈਂ ਉਹਨੂੰ ਪੁੱਛਿਆ, ਕਿਉਂਕਿ ਮੈਨੂੰ ਕਲਕੱਤੇ ਚੱਲਣ ਲੱਗੇ ਦੱਸਿਆ ਸੀ ਕਿ ਮੈਂ ਆਪਣੀ ਵਾਈਫ ਦਾ ਤੇ ਆਪਣਾ ਟਿਕਟ ਕਰਾ ਲਿਆ। ਮਾਲਕ ਕਹਿੰਦੇ ਤੇਰੀ ਘਰ ਵਾਲੀ ਨੂੰ ਅਸੀਂ ਗੱਡੀ ਚੜਾ ਦਿਆਂਗੇ, ਤੂੰ 4 ਦਿਨ ਮਗਰੋਂ ਜਾ ਵੜੇਗਾ ਤੇ ਵਿਆਹ ਵਾਲੇ ਦਿਨ ਪਹੁੰਚ ਜਾਏਗਾ।
ਤੇ ਉਹ ਕੱਲੀ ਕਿਹੜਾ ਜੱਗ ਬਾਜ਼ਾਰ, ਕਦੇ ਜੱਗੂ ਬਾਜ਼ਾਰ ਨਹੀਂ ਗਈ। ਤੈਨੂੰ ਪਤਾ ਹੀ ਹੈ ਮਾਸਟਰ ਜੀ ਅੱਜ ਕੱਲ ਗੱਡੀਆਂ ਦਾ ਕੀ ਹਾਲ ਹੈ। ਮੈਨੂੰ ਮਾਸਟਰ ਕਹਿੰਦੇ ਸੀ ਇਹਨਾਂ ਦੀ ਟੀਪ ਨਾ ਮਰ ਜੇ ਕਿਤੇ। ਤੇ ਉਧਰੋਂ ਭਾਵੇਂ ਸਾਰੇ ਗਹਿਣੇ ਲਹਾ ਲਏ ਅਗਲੀ। ਉਹ ਪੂਰਾ ਖਿਜਿਆ ਹੋਇਆ ਸੀ ਡਰਾਈਵਰ। ਤੇ ਇਹਨਾਂ ਨੂੰ ਹੋਟਲ ਦਾ ਨੌਕਰ ਆ ਗਿਆ, ਬਾਬੂ ਮਾਲ ਲਿਆਵਾਂ? ਮਾਲ ਸ਼ਰਾਬ ਨੂੰ ਕਹਿੰਦੇ, ਸਾਲਾ ਮਾਲ ਦਾ ਆ ਤੇਰੀ ਮਾਂ ਕੌਣ ਖਾਲੀ ਕਰਨ ਜਾਊ ਏ ਦਾਰੂ ਪੀ ਕੇ। ਉਹ ਡਰਾਈਵਰ ਨੌਕਰ ਨੂੰ ਵੀ ਪੈ ਨਿਕਲਿਆ। ਇਹਨੇ ਨੂੰ ਹੋਟਲ ਦਾ ਨੌਕਰ ਕੰਨ ਖੁਰਕਦਾ ਮੁੜਨ ਲੱਗਾ ਤੇ ਉਸਨੇ ਕਿਹਾ, ਚਾਹ ਦੇ ਜਾ ਫਟਾਫਟ। ਉਸ ਮੁੰਡੂ ਨੂੰ ਉਸਨੇ ਆਰਡਰ ਕੀਤਾ। ਪਤਿਓਰੇ ਮੇਰੇ ਆਪ ਘਰੇ ਬਾਬੂ ਬਣੇ ਬੈਠੇ ਆ ਤੇ ਮੈਨੂੰ ਉਹਨਾਂ ਤੋਂ ਇੱਕ ਗੇੜਾ ਨਹੀਂ ਸੀ ਲਾ ਹੁੰਦਾ। ਤੇ ਉਹਨਾਂ ਆਪਣੇ ਦੋ ਵੱਡੇ ਭਰਾਵਾਂ ਬਾਰੇ ਕਹਿਣ ਲੱਗਾ। ਉਹ ਮੌਤ ਪੈਂਦੀ ਸੀ, ਜਾਣੀ ਉਹ ਉਹਦੇ ਭਰਾ ਹੀ ਸੀਗੇ, ਅਸਲ 'ਚ ਮਾਲਕ ਨਹੀਂ ਸੀ। ਕੋਈ ਨਾ ਮੈਂ ਉਸਨੂੰ ਟੋਕਿਆ, ਹੁਣ ਠੰਡ ਰੱਖ, ਮੱਥੇ ਨਾਲ ਚਲਾਈ, ਇਹ ਸ਼ੈਤਾਨ ਦੇ ਚਰਖੇ ਐ। ਪਰਸੋਂ ਨਹੀਂ ਚੌਥੇ ਨੂੰ ਤੂੰ ਮੁੜ ਆਏਗਾ, ਇੱਥੋਂ ਖਾਲੀ ਖਿੱਚਣੀ ਖੜਗਪੁਰੋਂ ਉਧਰ ਨੂੰ। ਮੇਰਾ ਤਾਂ ਜੀ ਕਰਦਾ ਕਿ ਲੋਡ ਗੱਡੀ ਇੱਥੇ ਖੜੀ ਕਰਕੇ ਹੋਟਲ ਇੱਥੇ ਖੜੀ ਕਰ ਜਾਂ ਤੇ ਚੜ੍ਹ ਜਾਂ ਪੰਜਾਬ ਨੂੰ। ਹੋਟਲ ਦਾ ਮੁੰਡੂ ਚਾਹ ਰੱਖ ਕੇ ਮੁੜ ਗਿਆ। ਕਿੰਨੇ ਵਜਦੇ ਆ ਮਾਸਟਰ ਜੀ? ਤੇ ਉਸਨੇ ਮੈਨੂੰ ਪੁੱਛਿਆ ਤੇ ਮੈਂ ਘੜੀ ਵੱਲ ਵੇਖ ਕੇ ਉਸਨੂੰ ਦੱਸਿਆ ਕਿ 9 ਵੱਜ ਗਏ ਨੇ। ਲੈ ਹੁਣ ਆਸਨਸੋਲ ਦੇ ਨੇੜੇ ਪਹੁੰਚਣ ਵਾਲੀ ਹੋਊ ਗੱਡੀ। ਕੱਲ ਤੇ ਪਰਸੋਂ ਨੂੰ ਪਿੰਡ ਤੇ ਫੇਰ ਸਹੁਰੀ ਤੀਆਂ ਗੁਜ਼ਰਨੀਆਂ ਸੀ। ਕੀ ਸਕੀਮਾਂ ਬਣਾਈਆਂ ਸੀ ਅਸੀਂ ਕਿ ਲਖਨਊ ਪਹੁੰਚ ਕੇ ਖਾਵਾਂਗੇ, ਮੁਗਲਸਰਾਏ, ਬਨਾਰਸ, ਮੁਰਾਦਾਬਾਦ, ਸਹਾਰਨਪੁਰ। ਤੇ ਘਰ ਤਾਂ ਮਾਸਟਰ ਜੀ ਉਹਦੇ ਨਾਲ ਗੱਲਾਂ ਕਰਨ ਨੂੰ ਵੀ ਵੇਲ ਨਹੀਂ ਸੀ ਮਿਲਦਾ। ਜਾਣੀ ਉਹ ਦੱਸਦਾ ਸੀ ਆਪਣੀ ਪਤਨੀ ਨਾਲ, ਤੇ ਉਹ ਦੂਰ ਹਨੇਰੇ ਦੇ ਵਿੱਚ ਤੱਕ ਰਿਹਾ ਸੀ ਕਿ ਜਿਵੇਂ ਘਰ ਵਾਲੀ ਦੇ ਨਾਲ ਰੇਲ ਦੇ ਵਿੱਚ ਬੈਠਾ ਗੱਲਾਂ ਮਾਰ ਰਿਹਾ ਹੋਵੇ। ਚਾਹ ਪਈ ਠੰਡੀ ਹੋ ਗਈ। ਫਿਰ ਉਸਨੇ ਹੌਕਾ ਲਿਆ ਤੇ ਠੰਡੀ ਚਾਹ ਇੱਕੋ ਸਾਹੇ ਪੀ ਗਿਆ। ਜੀਟੀ ਰੋਡ ਨੂੰ ਦਰੜ ਕਰਦੀਆਂ ਗੱਡੀਆਂ ਸ਼ੋਰ ਮਚਾਉਂਦੀਆਂ ਲੰਘ ਰਹੀਆਂ ਸੀ। ਉਸ ਤੇ ਜਾਣ ਤੋਂ ਬਾਅਦ ਮੈਂ ਬਹੁਤ ਦੇਰ ਉਸ ਦੇ ਬਾਰੇ ਸੋਚਦਾ ਰਿਹਾ ਕਿ ਆਪਣਾ ਕਿੱਤਾ ਵੀ ਕਿੱਦਾਂ ਦਾ, ਕਿ ਸਹੁਰੀ ਇਹਦੇ ਵਿਆਹ ਸੀ, ਘਰ ਵਾਲੀ ਇਹਦੀ ਇਕੱਲੀ ਚਲੀ ਗਈ ਤੇ ਇਹਨੂੰ ਮਜਬੂਰਨ ਰੁਕਣਾ ਪਿਆ। ਮਨ ਵਿੱਚ ਕਈ ਚੰਗੇ ਮਾੜੇ ਵਿਚਾਰ ਆਉਂਦੇ ਜਾਂਦੇ ਰਹੇ। ਉਹ ਗੱਡੀ ਜ਼ਰੂਰ ਚਲਾਉਂਦਾ ਰਹੇਗਾ, ਪਰ ਉਸ ਦਾ ਮਨ ਤਾਂ ਪੰਜਾਬ ਮੇਲ, ਲਖਨਊ, ਬਨਾਰਸ, ਮੁਗਲਸਰਾਏ, ਪਿੰਡ ਦੇ ਵਿਆਹ ਦੀਆਂ ਰੌਣਕਾਂ 'ਚ ਭਟਦਾ ਹੋਊ, ਕਾਹਲੀ 'ਚ ਹੋਊਗਾ ਉਹ। ਤੇ ਉਸ ਨੂੰ ਗੱਡੀ ਤੇ ਨਹੀਂ ਸੀ ਭੇਜਣਾ ਚਾਹੀਦਾ। ਕਈ ਡਰਾਈਵਰ ਤਾਂ ਪਿੰਡ ਜਾਣ ਨੂੰ ਵੇਲੇ ਮਹੀਨਾ ਪਹਿਲਾਂ ਹੀ ਗੱਡੀ ਚਲਾਉਣੀ ਛੱਡ ਦਿੰਦੇ ਨੇ, ਕਿਉਂਕਿ ਇੱਕ ਖਾਬ ਬੁਣ ਲੱਗ ਜਾਂਦੇ ਨੇ ਉਹ ਲੋਕ ਕਿ ਪਿੰਡ ਜਾਵਾਂਗੇ। ਜਿਵੇਂ ਪੇਕੀ ਜਾਣ ਦਾ ਚਾਹ ਹੁੰਦਾ ਨਾ ਮੁਟਿਆਰ ਨੂੰ, ਚਾਈ ਭੱਜੀ ਫਿਰਦੀ ਹੈ, ਖਾਬ ਬੁਣਦੀ ਹੈ ਕਿ ਪੇਕੀ ਜਾ ਕੇ ਆਹ ਕਰਾਂਗੀ। ਇਦਾਂ ਹੀ ਜਿਹੜੇ ਦੂਰ ਰਹਿੰਦੇ ਬੰਦੇ ਹੁੰਦੇ ਨੇ ਨਾ, ਮੈਂ ਵੇਖਿਆ ਖੁਦ ਪੰਜਾਬ ਤੋਂ ਦੂਰ ਰਹਿ ਕੇ, ਘਰ ਤੋਂ ਦੂਰ ਰਹਿ ਕੇ, ਕਿ ਮਤਲਬ ਐ ਹੁੰਦਾ ਕਿ ਯਾਰ ਪੰਜਾਬ ਕਦੋਂ ਜਾਵਾਂਗੇ, ਕੱਲ ਨੂੰ ਪਹੁੰਚ ਜਾਾਂਗੇ, ਪਰਸੋਂ ਨੂੰ ਪਹੁੰਚ ਜਾਾਂਗੇ। ਕਿਉਂਕਿ ਘਰ ਉਹ ਆਲਣਾ ਜਿਹਨੂੰ ਹਰ ਬੰਦਾ ਤੜਫਦਾ, ਚਾਹੇ ਕਿਦਾਂ ਦਾ ਵੀ ਹੋਵੇ। ਇਸ ਕਰਕੇ ਬਹੁਤ ਸਾਰੇ ਡਰਾਈਵਰਾਂ ਨੇ ਜਦੋਂ ਪਿੰਡ ਨੂੰ ਆਉਣਾ ਹੁੰਦਾ ਸੀ ਤਾਂ ਕੁਝ ਦਿਨ ਪਹਿਲਾਂ ਗੱਡੀ ਚਲਾਉਣੀ ਛੱਡ ਦਿੰਦੇ ਸੀ, ਕਿਉਂਕਿ ਉਹਨਾਂ ਦੀ ਕੰਸੈਂਟਰੇਸ਼ਨ ਨਹੀਂ ਸੀ ਬਣਦੀ। ਇਹ ਵੀ ਆਮ ਹੁੰਦਾ ਸੀਗਾ। ਪਰ ਕਲਕੱਤੇ ਵਰਗੇ ਮਹਾਨਗਰ ਦੇ ਵਿੱਚ ਵੇਲੇ ਕੁ ਦੀ ਕਦਰ ਨਹੀਂ। ਚੰਗੇ ਮਾੜੇ ਨੂੰ ਕੋਈ ਨਹੀਂ ਪੁੱਛਦਾ, ਚੰਮ ਨੂੰ ਕੋਈ ਨਹੀਂ ਪਿਆਰਦਾ, ਦਮ ਨੂੰ ਪਿਆਰਦੇ ਨੇ। ਭਾਵਨਾਵਾਂ ਦਾ ਕੋਈ ਮੁੱਲ ਨਹੀਂ, ਕੰਮ ਦੀ ਕਦਰ ਪੈਂਦੀ ਹੈ। ਉਹ ਮੈਨੂੰ ਦੱਸਦਾ ਹੁੰਦਾ ਸੀ ਕਿ 2 ਸਾਲ ਹੋ ਗਏ ਉਸ ਦੇ ਵਿਆਹ ਨੂੰ, ਤੇ ਇਹਨਾਂ 4 ਸਾਲਾਂ ਦੇ ਵਿੱਚ ਉਹ ਆਪਣੀ ਘਰਵਾਲੀ ਕੋਲ ਸਿਰਫ 19 ਰਾਤਾਂ ਰਿਹਾ। ਹਾਲਾਂਕਿ ਕਲਕੱਤੇ ਰਹਿੰਦੀ ਸੀ ਉਹਦੀ ਘਰਵਾਲੀ, ਕਿ ਉਹ 2 ਸਾਲਾਂ 'ਚ ਸਿਰਫ 19 ਰਾਤਾਂ ਉਸਨੇ ਆਪਣੀ ਵਾਈਫ ਦੇ ਨਾਲ ਬਿਤਾਈਆਂ ਨੇ। ਆਪਣੀ ਜੇਬ ਦੇ ਵਿੱਚੋਂ ਇੱਕ ਨਿੱਕੀ ਜਿਹੀ ਡਾਇਰੀ ਲਿਖਦਾ ਸੀ। ਉਸ ਦੇ ਵਿੱਚ ਉਸਨੇ ਦਿਨ ਵੀ ਲਿਖੇ ਸੀ ਕਿ ਉੜੀਸਾ ਤੋਂ ਆਇਆ 13 ਤਰੀਕ ਨੂੰ ਰਿਹਾ, ਤੇ ਗੁਹਾਟੀੋਂ ਆਇਆ 2 ਤਰੀਕ ਨੂੰ ਰਿਹਾ, ਨਾਗਪੁਰੋਂ ਆਇਆ 1 ਦਿਨ ਰਿਹਾ। ਮਤਲਬ ਗੇੜਾ ਲਾ ਕੇ ਆਉਂਦੇ ਸੀ, 1-2 ਦਿਨ ਘਰਵਾਲੀ ਕੋਲ ਰਹਿਣਾ ਤੇ ਫਿਰ ਚਲੇ ਜਾਣਾ। ਮਤਲਬ 2 ਸਾਲਾਂ 'ਚ ਸਿਰਫ 19 ਦਿਨ ਉਸਨੇ ਆਪਣੀ ਰਾਤ ਜਿਹੜੀ ਵਾਈਫ ਦੇ ਨਾਲ ਜਾਣੀ ਆਪਣੇ ਘਰ ਬਿਤਾਏ ਸੀ। ਫਿਰ ਮੈਂ ਪਿਆ ਉਸ ਦੀ ਜ਼ਿੰਦਗੀ ਬਾਰੇ ਸੋਚਣ ਲੱਗਾ ਕਿ ਉਹ ਖੜਗਪੁਰ ਪਹੁੰਚ ਗਿਆ ਹੋਣਾ, ਫਿਰ ਜਾਮਸੋਲਾ ਬਾਰਡਰ, ਤੇ ਫਿਰ ਮੈਂ ਗੱਡੀਆਂ ਦੇ ਚੀਕ ਚਿਹਾੜੇ 'ਚ ਪਤਾ ਨਹੀਂ ਕਦੋਂ ਸੌਂ ਗਿਆ। ਤੇ ਅਗਲੇ ਦਿਨ ਫਿਰ ਉਸ ਦੀ ਬੜੀ ਭਿਆਨਕ ਖਬਰ ਸੁਣੀ ਜਿਸ ਨੇ ਘਰ ਦੀਆਂ ਕੰਧਾਂ ਕੰਬਾ ਦਿੱਤੀਆਂ ਕਿ ਗੱਡੀ ਦਾ ਐਕਸੀਡੈਂਟ ਹੋ ਗਿਆ, ਉਹ ਥਾਂ ਮਰ ਗਿਆ। ਇਹ ਸ਼ਬਦ ਜਿੰਨੇ ਲਿਖਣੇ ਸੌਖੇ ਨੇ ਤੇ ਉਹਨੇ ਸੁਣਨੇ ਤੇ ਕਹਿਣੇ ਸੌਖੇ ਨਹੀਂ। ਗੱਡੀ ਵਾਲਿਆਂ ਦੇ ਜਿਉਣ ਅਤੇ ਮਰਨ ਦੇ ਵਿੱਚ ਪਲਾਂ ਤੋਂ ਵੀ ਥੋੜਾ ਫਾਸਲਾ ਹੁੰਦਾ ਹੈ। ਇਹੋ ਜਿਹੇ ਵੇਲੇ ਕੁਦਰਤ ਸਾਡੀਆਂ ਹਿੰਮਤਾਂ ਦਾ ਇਮਤਿਹਾਨ ਲੈਂਦੀ ਹੈ। ਉਸ ਮੁੰਡੇ ਦੀ ਮੌਤ ਦੀ ਪਹਿਲੀ ਤਾਰ ਉਸ ਦੇ ਸਹੁਰਿਆਂ ਨੂੰ ਦਿੱਤੀ ਗਈ। ਫਿਰ ਇੱਕ ਖਾਲੀ ਟਰੱਕ ਤਿਆਰ ਕੀਤਾ ਗਿਆ ਤੇ ਕੁਝ ਬੰਦਿਆਂ ਨਾਲ ਮੈਂ ਵੀ ਉਸ ਦੀ ਦੇਹ ਦੇ ਨਾਲ ਪੰਜਾਬ ਨੂੰ ਚੱਲਿਆ। ਕਟਕ ਪਾਰ ਕਰਕੇ 10 ਕਿਲੋਮੀਟਰ ਅੱਗੇ ਇਹ ਦੁਰਘਟਨਾ ਵਾਪਰੀ ਸੀ। ਉਹ ਖੁਦਾਇਆ
ਜਿਸ ਵੇਲੇ ਇਹ ਘਟਨਾ ਹਸਪਤਾਲ ਦੇ ਮੈਂ ਰੂਬਰੂ ਹੋਣਾ ਸੀ ਉਹ ਦੁੱਖ ਹੁੰਦਾ। ਮਸਲਨ ਉਥੋਂ ਜਾਣੀ ਉਹ ਪੰਜਾਬ ਨੂੰ ਨਹੀਂ, ਖੜਗਪੁਰ ਤੋਂ ਉਸ ਦੀ ਲਾਸ਼ ਲੈਣ ਲਈ ਚੱਲੇ ਅਸੀਂ, ਫਿਰ ਬੰਦੇ ਇਕੱਠੇ ਹੋ ਕੇ ਕਲਕੱਤਿਓਂ ਖਾਲੀ ਟਰੱਕ ਤਿਆਰ ਕੀਤਾ। ਗੱਡੀ ਦੇ ਸਟੀਅਰਿੰਗ ਵੀਲ ਦੇ ਵਿੱਚ ਉਸ ਦੀਆਂ ਪਸਲੀਆਂ ਚਿੱਪੀਆਂ ਹੋਈਆਂ ਸਨ। ਸਾਹਮਣੇ ਸ਼ੀਸ਼ੇ ਦੇ ਨਾਲ, ਜੋ ਹੋ ਸਕਦਾ ਕਿ ਸਾਹਮਣੇ ਕਿਸੇ ਗੱਡੀ ਦੀ ਭਾਰੀ ਚੀਜ਼ ਦੇ ਨਾਲ ਉਸ ਦਾ ਮੂੰਹ ਫਿਸ ਗਿਆ ਸੀ, ਮਾਸ ਦਾ ਲੋਥੜਾ ਜਿਹਾ ਬਣ ਗਿਆ ਸੀ। ਸਟੀਅਰਿੰਗ ਕੱਟ ਕੇ ਅਸੀਂ ਉਸ ਨੂੰ ਬਾਹਰ ਖਿੱਚਿਆ ਤੇ ਫਿਰ ਉਹ ਸਰਕਾਰੀ ਕਾਰਵਾਈ ਦਾ ਲੰਮਾ ਤੇ ਅਕਾਊ ਚੱਕਰ। ਪੁਲਿਸ ਵਾਲੇ ਦੀਆਂ ਜੇਬਾਂ ਭਰੀਆਂ, ਹਸਪਤਾਲ ਦੇ ਵਿੱਚ ਡਾਕਟਰਾਂ ਦੇ ਪੈਰੀਂ ਹੱਥ ਲਾਏ, ਤਾਂ ਜਾ ਕੇ ਦੂਜੇ ਦਿਨ ਸ਼ਾਮ ਦੇ 7 ਵਜੇ ਸਾਨੂੰ ਉਸ ਦੀ ਲਾਸ਼ ਮਿਲੀ। ਹਸਪਤਾਲ ਦੇ ਵਿੱਚ ਦੂਸਰਾ ਡਰਾਈਵਰ ਵੀ ਵੇਖਿਆ, ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਸਨ, ਉਹ ਵੀ ਅਜੇ ਤੱਕ ਬੇਹੋਸ਼ ਸੀ। ਬਰਫ਼ ਦੀਆਂ ਸੈੱਲਾਂ ਦਾ ਪ੍ਰਬੰਧ ਕੀਤਾ ਗਿਆ। ਜਦੋਂ ਅਸੀਂ ਖੜਗਪੁਰ ਤੋਂ ਉਸ ਦੀ ਲਾਸ਼ ਲੈ ਕੇ ਕਲਕੱਤੇ ਵੱਲ ਨੂੰ ਤੁਰਨ ਲੱਗੇ ਤਾਂ ਉਸ ਦੇ ਦੋਹਾਂ ਭਰਾਵਾਂ ਦੀਆਂ ਧਾਹਾਂ ਨਿਕਲ ਗਈਆਂ। ਅਜੇ ਤੱਕ ਉਹ ਆਪਣੇ ਆਪ ਨੂੰ ਪਤਾ ਨਹੀਂ ਕਿਵੇਂ ਰੋਕੀ ਭੱਜ ਨੱਸ ਕਰ ਰਹੇ ਸਨ। ਰਾਹ ਦੇ ਵਿੱਚ ਡਰਾਈਵਰ ਨੇ ਕਿਹਾ ਕਿ ਬਾਈ ਮੇਰੀਆਂ ਤਾਂ ਲੱਤਾਂ ਕੰਬਦੀਆਂ ਨੇ, ਤੂੰ ਚਲਾ, ਤੇ ਮੈਂ ਸਟੀਅਰਿੰਗ ਤੇ ਬੈਠ ਗਿਆ। ਮਨ ਦੇ ਵਿੱਚ ਉਹੀ ਉਤਲ-ਪੁਤਲ ਕਿ ਕਿੱਥੇ ਵਿਆਹ ਦੀਆਂ ਰੌਣਕਾਂ ਤੇ ਕਿੱਥੇ ਸਾਰਾ ਕੁਝ ਛੱਡ ਕੇ ਇਹ ਦੁਨੀਆ ਤੋਂ ਤੁਰ ਗਿਆ ਕੌਡੀਆਂ ਦੇ ਮੁੱਲ। ਤੇ ਜਦੋਂ ਉਸ ਦੇ ਸਹੁਰੇ ਘਰ ਵਿਆਹ ਦੀ ਮਾਹੌਲ ਦੇ ਵਿੱਚ ਉਹਨਾਂ ਨੂੰ ਉਸ ਦੇ ਇਸ ਜਵਾਈ ਦੇ ਜਾਂ ਉਹ ਪੰਜਾਬਣ ਜਿਹੜੀ ਇਸ ਦੇ ਨਾਲ ਗਈ ਸੀ, ਇਸ ਦੀ ਵਾਈਫ, ਤਾਰ ਮਿਲੀ ਹੋਊ ਤਾਂ ਕੀ ਬੀਤੀ ਹੋਊ ਉਹਨਾਂ ਤੇ। ਇਹ ਸਾਰਾ ਕੁਝ ਚਿਤਵਦਿਆਂ ਬੇਧਿਆਨੀ ਦੇ ਵਿੱਚ ਮੈਥੋਂ ਵੀ 2 ਵਾਰੀ ਗੱਡੀ ਐਕਸੀਡੈਂਟ ਹੁੰਦੀ ਬਚੀ। ਖੈਰ ਦੋਸਤੋ, ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ, ਤੁਸੀਂ ਵੇਖੋ ਕਿ ਕਈ ਵਾਰੀ ਤੁਸੀਂ ਆਪਾਂ ਵੇਖਦੇ ਹਾਂ ਕਿ ਅਨੰਦਪੁਰ ਸਾਹਿਬ ਫੁੱਲ ਪਾਉਣ ਗਏ, ਹਰਿਦੁਆਰ ਫੁੱਲ ਪਾਉਣ ਗਏ, ਜਾਣੀ ਮਰਗਤ ਤੋਂ ਬਾਅਦ ਜਦੋਂ ਫੁੱਲ ਪਾਉਣ ਜਾਂਦੇ ਨੇ ਨਾ ਲੋਕ, ਉਦੋਂ ਹਾਦਸੇ ਬਹੁਤ ਹੁੰਦੇ ਨੇ। ਸਮਝ ਨਹੀਂ ਆਉਂਦੀ ਕਿ ਜਾਂ ਤਾਂ ਚਲਾਉਣ ਵਾਲੇ, ਕਿਉਂਕਿ ਪਰਿਵਾਰਕ ਮੈਂਬਰ ਹੁੰਦੇ ਨੇ, ਉਹ ਨਿੰਦਰੇ ਦਾ ਸ਼ਿਕਾਰ ਹੁੰਦੇ ਨੇ, ਤੇ ਦੂਸਰਾ ਕਿਤੇ ਨਾ ਕਿਤੇ ਮਨ ਤੇ ਉਸ ਸੱਟ ਦਾ ਵੀ ਅਸਰ ਹੁੰਦਾ ਹੈ। ਜਿਹੜੀਆਂ ਨਾਲ ਬੈਠੀਆਂ ਸਵਾਰੀਆਂ ਨੇ ਉਹ ਵੀ ਜਦੋਂ ਮ੍ਰਿਤਕ ਦੀਆਂ ਗੱਲਾਂ ਕਰਦੀਆਂ ਨੇ, ਬਾਰ-ਬਾਰ ਉਹੀ ਅਹਿਸਾਸ ਹੁੰਦਾ। ਸੋ ਇਹ ਹਾਦਸੇ ਬਹੁਤ ਵਾਪਰਦੇ ਨੇ ਜਦੋਂ ਲੋਕ ਫੁੱਲ ਪਾਉਣ ਜਾਂਦੇ ਨੇ, ਪਤਾ ਨਹੀਂ ਕਿਉਂ। ਤੇ ਇਸੇ ਤਰ੍ਹਾਂ ਤੜਕੇ 4 ਵਜੇ ਅਸੀਂ ਉਸ ਦੀ ਦੇਹ ਲੈ ਕੇ ਕਲਕੱਤੇ ਪੁੱਜੇ ਤੇ ਉਸ ਦੀ ਘਰਵਾਲੀ ਤੇ ਉਸ ਦਾ ਪਿਓ ਰਾਤ ਹੀ ਹਿਮਗਰੀ ਤੇ ਆਏ ਸਨ, ਜਾਣੀ ਉਹਨਾਂ ਨੂੰ ਵਾਪਸ ਬੁਲਾ ਲਿਆ ਸੀ। ਘਰਵਾਲੀ ਬੇਹੋਸ਼ ਹੈ, ਦੰਦਲਾਂ ਪੈ ਰਹੀਆਂ ਨੇ ਤੇ ਉਹ ਔਰਤਾਂ ਤੋਂ ਫੜੀ ਨਹੀਂ ਸੀ ਜਾ ਰਹੀ, ਕਿਉਂਕਿ ਲੀੜੇ ਉਸਨੇ ਪਾੜ ਲਏ ਸੀ, ਵਾਲ ਨੋਚ ਲਏ ਸੀ ਤੇ ਹਿੱਕ ਤੇ ਮੁੱਕੀਆਂ ਮਾਰ-ਮਾਰ ਕੇ ਉਹ ਪਾਗਲ ਹੋ ਗਈ ਸੀ। ਪਹਿਲੀ ਸਲਾਹ ਸੀ ਕਿ ਲਾਸ਼ ਨੂੰ ਘਰੇ ਰੱਖਿਆ ਜਾਵੇ, ਪਰ ਘਰ ਦੇ ਹਾਲਾਤ ਸੁਣ ਕੇ ਕੁਝ ਸਿਆਣਿਆਂ ਨੇ ਸਲਾਹ ਦਿੱਤੀ ਕਿ ਬੁੜੀਆਂ ਨੂੰ ਗੁਰਦੁਆਰੇ ਲੈ ਜਾਓ, ਇਹ ਉੱਥੇ ਹੀ ਮੂੰਹ ਵੇਖ ਕੇ ਮੁੜ ਆਉਣਗੀਆਂ। ਗੁਰਦੁਆਰੇ ਦੀ ਗੱਡੀ ਆ ਗਈ, ਲਾਸ਼ ਨੂੰ ਲੈ ਕੇ ਅਸੀਂ ਗੁਰਦੁਆਰੇ ਗਏ। ਇਹ ਸਮਾਂ ਇੰਨਾ ਬੋਝਲ ਸੀ ਕਿ ਸਾਥ ਨਹੀਂ ਸੀ ਦੇ ਰਿਹਾ ਸਰੀਰ। ਔਰਤਾਂ ਮਰਦਾਂ ਨਾਲੋਂ ਵੱਧ ਭਾਵਕ ਹੁੰਦੀਆਂ ਨੇ ਤੇ ਉਸ ਦੀ ਘਰਵਾਲੀ ਤਾਂ ਜਿਵੇਂ ਸੱਚੀ ਮੁੱਚੀ ਪਾਗਲ ਹੋ ਗਈ ਸੀ, ਵੇਖੀ ਨਹੀਂ ਸੀ ਜਾ ਰਹੀ, ਜਿਸ ਤਰ੍ਹਾਂ ਉਹ ਆਪਣਾ ਆਪ ਤੋੜ ਕੇ ਸੁੱਟ ਰਹੀ ਸੀ। ਵਾਲ ਖਿਲਰੇ, ਚੁੰਨੀ ਉਸ ਦੀ ਪਤਾ ਨਹੀਂ ਕਿੱਥੇ ਲੈ ਗਈ, ਕੁੜਤੀ ਦੇ ਬਟਨ ਟੁੱਟ ਗਏ, ਅੱਖਾਂ ਡਰਾਉਣੀਆਂ ਤੇ ਘਗਿਆਏ ਬੋਲਾਂ ਨਾਲ ਉਹ ਇੱਕੋ ਹੀ ਰੱਟ ਲਾਈ ਜਾਂਦੀ ਸੀ, ਮੈਨੂੰ ਇਹਦਾ ਮੂੰਹ ਤੇ ਵਿਖਾ ਦਿਓ, ਮੈਨੂੰ ਇਹਦਾ ਮੂੰਹ ਤੇ ਵਿਖਾ ਦਿਓ। ਤੇ ਕਈਆਂ ਨੇ ਉਸ ਦੀ ਹਾਲਤ ਵੇਖ ਕੇ ਆਖਿਆ, ਭਾਈ ਮੂੰਹ ਦਿਖਾ ਦਿਓ। ਫੇਰ ਕੁਝ ਬੋਲੇ, ਤੁਸੀਂ ਕਮਲੇ ਹੋ ਗਏ ਹੋ, ਜੇ ਇਹਦੇ ਪਤੀ ਦੀ ਹਾਲਤ ਜੋ ਹੋਈ ਹੈ, ਜੇ ਇਹਨੂੰ ਵਿਖਾ ਦਿੱਤੀ ਤੇ ਇਹ ਹੋਰ ਸਦਮੇ ਚ ਆਊਗੀ, ਸਾਰੀ ਉਮਰ ਡਰ ਡਰ ਉੱਠਿਆ ਕਰੂ। ਪਰ ਉਹ ਫਿਰ ਬੋਲੀ, ਚੰਗਾ ਮੈਨੂੰ ਪੈਰ ਹੀ ਵਿਖਾ ਦਿਓ। ਤੇ ਫਿਰ ਉਸ ਮ੍ਰਿਤਕ ਦੇ ਪੈਰਾਂ ਦੀ ਚਾਦਰ ਖਸਕਾਈ ਤਾਂ ਦੋਵੇਂ ਹੱਥ ਉਸਨੇ ਉਸ ਦੇ ਪੈਰਾਂ ਤੇ ਧਰ ਕੇ ਆਖਿਆ, ਚੰਗਾ, ਸਤਿ ਸ੍ਰੀ ਅਕਾਲ, ਤੁਸੀਂ ਤਾਂ ਆਂਦੇ ਸੀ ਮਗਰੇ ਆਉਂਗਾ। ਫਿਰ ਉਹ ਉਸ ਦੇ ਪੈਰਾਂ ਦੀ ਉਂਗਲ ਨਾਲ ਲੱਗਿਆ, ਲਹੂ ਖੁਰਚਣ ਲੱਗ ਪਈ। ਬਸ ਇੰਨਾ ਹੀ ਸਾਥ ਸੀ ਤੇ ਉਹ ਸਮਾਂ ਵੇਖਿਆ ਨਹੀਂ ਸੀ ਜਾ ਰਿਹਾ। ਕੁਝ ਔਰਤਾਂ ਦੇ ਇਸ਼ਾਰਾ ਕਰਨ ਤੇ ਜਦੋਂ ਉਸ ਨੂੰ ਫੜਨ ਲੱਗੇ ਤਾਂ ਉਸ ਨੂੰ ਦੰਦਲ ਪੈ ਗਈ। ਉਹ ਬੇਸੁੱਧ ਹੋ ਗਈ ਤੇ ਤੀਵੀਆਂ ਦੀਆਂ ਬਾਹਾਂ ਦੇ ਵਿੱਚ ਲੁੜਕ ਗਈ। ਉਸ ਵੇਲੇ ਜਿਹੜੀ ਪੱਥਰ ਅੱਖ ਵੀ ਕਦੇ ਰੋਈ ਨਹੀਂ ਸੀ, ਉਹ ਵੀ ਸੁੱਕੀ ਨਾ ਰਹੀ। ਹੰਡੇ ਵਰਤੇ ਕਈ ਬਜ਼ੁਰਗਾਂ ਦੀਆਂ ਭੁੱਬਾਂ ਨਿਕਲ ਗਈਆਂ। ਡਾਢਿਆਂ ਦੇ ਮੂਹਰੇ ਜ਼ੋਰ ਨਹੀਂ ਕੋਈ ਹੁੰਦਾ। ਇਸ ਘਟਨਾ ਤੋਂ 4 ਵਰ੍ਹੇ ਬਾਅਦ ਪਿੱਛੇ ਜੇ ਇੱਕ ਵਿਆਹ ਤੇ ਮੈਨੂੰ ਉਸ ਕੁੜੀ ਦਾ ਪਿਓ ਮਿਲਿਆ ਤੇ ਮੈਂ ਸੁੱਖ ਸਾਂਦ ਪੁੱਛੀ ਤਾਂ ਉਹ ਬੋਲਿਆ ਕਿ ਬਲਦੇਵ, ਸਾਨੂੰ ਤਾਂ ਲੱਗਦਾ ਸੀ ਕਿ 5-6 ਮਹੀਨੇ ਤਾਂ ਸਾਨੂੰ ਲੱਗਦਾ ਸੀ ਕਿ ਇਹ ਸਾਡੀ ਧੀ ਬਚਣੀ ਨਹੀਂ। ਨਾ ਉਹ ਖਾਂਦੀ ਸੀ, ਨਾ ਉਹ ਪਹਿਨਦੀ ਸੀ, ਜਿੱਥੇ ਬਹਿੰਦੀ ਸੀ ਬਹਿ ਜਾਂਦੀ ਸੀ, ਕਾਂਵਲਿਆਂ ਵਾਂਗ ਵਿਵਹਾਰ ਕਰਦੀ ਸੀ।
ਪਹਿਲਾਂ ਤਾਂ ਅਸੀਂ 1-2 ਵਾਰੀ ਵਿਆਹ ਦੀ ਗੱਲ ਤੋਰੀ, ਕਿਉਂਕਿ ਬੱਚਾ ਨਹੀਂ ਸੀ। ਆਂਦੀ ਜੇ ਵਿਆਹ ਦੀ ਗੱਲ ਕੀਤੀ ਹੈ ਖੂਹ ਖਾਤੇ ਪੈ ਜਾਊ, ਪਰ ਹੁਣ 2 ਵਰੇ ਹੋ ਗਏ ਨੇ, ਹੌਲੀ ਹੌਲੀ ਸਦਮਾ ਭੁੱਲ ਜਾਂਦਾ ਹੈ ਤੇ ਉਸ ਦਾ ਵਿਆਹ ਕਰ ਦਿੱਤਾ। ਤੇ ਹੁਣ ਸੁੱਖ ਨਾਲ ਉਸ ਕੋਲ ਕਾਕਾ ਹੈ ਤੇ ਉਹਦੇ ਕੋਲ ਆਪਰ ਅਪਾਰ ਆਨੰਦ ਦੇ ਵਿੱਚ ਹੈ ਤੇ ਬਜ਼ੁਰਗ ਦੇ ਹੱਥ ਉਸ ਦੀ ਧੀ ਦੇ ਸੁੱਖ ਦੇ ਵਾਸਤੇ ਅਰਦਾਸ ਵਿੱਚ ਜੁੜ ਗਏ। ਉਹੀ ਕਰਨ ਕਰਾਉਣ ਵਾਲਾ ਹੈ ਤੇ ਉਸ ਦੀਆਂ ਅੱਖਾਂ ਦੀ ਲੀਲਾ ਲੱਖੀ ਨਹੀਂ ਜਾ ਸਕਦੀ। ਸੁਣ ਕੇ ਸਾਰਾ ਦੁੱਖ ਮੈਂ ਭੁੱਲ ਗਿਆ, ਪਰ ਉਮਰ ਦੇ ਬੀਤੇ ਝੋਰਿਆਂ ਨੂੰ ਨਾਲ ਲੈ ਕੇ ਨਾ ਤਾਂ ਕਦੇ ਕੁਝ ਸੰਵਰਿਆ ਤੇ ਨਾ ਸੰਵਰਦਾ। ਇਹੀ ਹੈ ਜੀਵਨ, ਇਹੋ ਹਮਾਰਾ ਜੀਵਨਾ। ਸੋ ਦੋਸਤੋ, ਇਹ ਕਹਾਣੀ ਸੀ ਜਿਸ ਦੇ ਅਖੀਰ ਨੇ ਭਾਵਕ ਕਰ ਦਿੱਤਾ ਹਰ ਅੱਖ ਨੂੰ, ਕਿਉਂਕਿ ਵਕਤ ਨਾਲ ਅਸੀਂ ਜ਼ਿੰਦਗੀ ਦੇ ਜਿਹੜੇ ਦੁੱਖ ਸੁੱਖ ਨੇ ਨਾ ਉਹਨਾਂ ਨੂੰ ਸਮਝਣ ਦੇ ਸਮਰੱਥ ਹੋ ਜਾਂਦੇ ਹਾਂ। ਜਦੋਂ ਅਸੀਂ ਬਚਪਨ ਦੇ ਵਿੱਚ ਹੁੰਦੇ ਹਾਂ, ਤੁਸੀਂ ਵੇਖੋ ਕਿ ਇੱਕ ਛੋਟਾ ਜਿਹਾ ਬੱਚਾ ਕਿਸੇ ਔਰਤ ਦਾ ਭੋਗ ਪੈ ਰਿਹਾ ਤੇ ਉਸ ਦੀ ਤਸਵੀਰ ਉਸ ਦੀ ਮਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੀ ਹੈ ਤੇ ਉਹ ਬੱਚਾ ਆਪਣੀ ਮਾਂ ਦੀ ਤਸਵੀਰ ਤੇ ਉਂਗਲਾਂ ਜਿਹੀਆਂ ਮਾਰੀ ਜਾ ਰਿਹਾ, ਜਾਣੀ ਉਸ ਨੂੰ ਕੱਢ ਰਿਹਾ ਸ਼ਾਇਦ ਵਿੱਚੋਂ। ਪਰ ਉਸ ਤੋਂ ਬਾਅਦ ਜੋ ਮੈਂ ਸਟੱਡੀ ਕੀਤਾ ਐਜ਼ ਏ ਹਿਊਮਨ ਬਿਹੇਵੀਅਰ, ਕਿ ਕਈ ਵਾਰੀ ਬੱਚੇ ਉਦੋਂ ਸ਼ਾਇਦ ਰੋਂਦੇ ਨਹੀਂ ਕਿਉਂਕਿ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ, ਪਰ ਹੌਲੀ ਹੌਲੀ ਜਦੋਂ ਅਸੀਂ ਰਿਸ਼ਤਿਆਂ ਦੀਆਂ ਮੋਹ ਦੀਆਂ ਧੰਦਾਂ ਦੇ ਵਿੱਚ ਫਸਦੇ ਹਾਂ, ਅਸੀਂ ਮੌਤ ਜਾਂ ਇਸ ਤਰ੍ਹਾਂ ਦੇ ਦੁੱਖ ਦੇ ਮਾਤਮ ਦੇ ਵਿੱਚ ਬਹੁਤ ਮਾਯੂਸ ਹੁੰਦੇ ਹਾਂ। ਇਹ ਮਤਲਬ ਪਰਸਨ ਟੂ ਪਰਸਨ, ਬੰਦੇ ਬੰਦੇ ਤੇ ਮੁਨਸਰ ਕਰਦਾ ਹੈ ਜਦੋਂ ਇਸ ਤਰ੍ਹਾਂ ਦਾ ਮੌਤ ਦਾ ਮੰਜ਼ਰ ਉਹ ਵੇਖਦੇ ਨੇ। ਮੈਨੂੰ ਚੇਤੇ ਹੈ ਬੜੀਆਂ ਮੌਤਾਂ ਵੇਖੀਆਂ, ਕਈ ਕਾਰਨ ਵਾਪਰੇ, ਪਰ ਸਟੈਪ ਬਾਈ ਸਟੈਪ ਜਿਉਂ ਕਹਿੰਦੇ ਆ ਨਾ ਕਿ ਬੰਦਾ ਸੰਪੂਰਨ ਹੁੰਦਾ ਜਾਂਦਾ, ਬੰਦਾ ਹੌਲੀ ਹੌਲੀ ਮੈਚੁਰ ਹੁੰਦਾ ਜਾਂਦਾ। ਤੁਸੀਂ ਵੇਖੋਗੇ ਕਿ ਬਜ਼ੁਰਗੀ ਚ ਆ ਕੇ ਕਈ ਵਾਰੀ ਬੰਦਾ ਨਾ ਘੱਟ ਰੋਂਦਾ, ਕਿਉਂਕਿ ਉਹ ਜ਼ਿੰਦਗੀ ਦੇ ਦੁੱਖ ਨੂੰ ਸਮਝ ਲੈਂਦਾ, ਜ਼ਿੰਦਗੀ ਦੇ ਸੱਚ ਨੂੰ ਸਮਝ ਲੈਂਦਾ। ਮੈਨੂੰ ਚੇਤੇ ਹੈ ਕਿ ਸਾਡੇ ਗੁਆਂਢ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਨ, ਔਰ ਰਾਤ ਨੂੰ ਉਹਨਾਂ ਦੀ ਜੌਬ ਸੀ, ਕਿਤੇ ਜਾਣਾ ਸੀ, ਜਿਵੇਂ ਸੀਐਮ ਸਿਕਿਉਰਿਟੀ ਦੇ ਵਿੱਚ ਹੁੰਦਾ, ਤੇ ਰਾਤ ਨੂੰ ਸੁੱਤੇ ਪਿਆਂਦੀ ਉਹਨਾਂ ਦੀ ਡੈਥ ਹੋ ਗਈ ਉਸ ਪਰਿਵਾਰ 'ਚ, ਉਸ ਮੁਲਾਜ਼ਮ ਦੀ। ਤੇ ਉਸ ਤੋਂ ਬਾਅਦ ਚਲੋ ਚਲੇ ਗਿਆ ਸੀ, ਵੇਖਿਆ ਤੇ ਛੋਟੇ ਛੋਟੇ ਬੱਚੇ ਸੀ ਉਹਨਾਂ ਦੇ ਘਰ 'ਚ, ਤੇ ਉਹਨਾਂ ਦੀ ਵਾਈਫ ਸੀ ਜਿਹੜੀ ਵਿਡੋ ਹੋ ਗਈ ਸੀ। ਚਲੋ ਦੇਖਿਆ ਸੀ ਲੋਕਾਂ ਨੇ ਕਿ ਉਹ ਡੈਡ ਹੋ ਚੁੱਕੇ ਸਨ, ਪਰ ਫਿਰ ਵੀ ਬੱਚਿਆਂ ਨੂੰ ਇਹ ਤਸੱਲੀ ਦਿੱਤੀ ਕਿ ਨਹੀਂ ਠੀਕ ਹੈ, ਪਤਾ ਹੁੰਦਾ ਬੋਡੀ ਗਰਮ ਹੈ, ਚਲੋ ਹਸਪੀਟਲ ਲੈ ਗਏ। ਪਤਾ ਸੀ ਵੀ ਖਤਮ ਹੋ ਚੁੱਕਿਆ, ਪਰ ਫਿਰ ਵੀ ਇੱਕ ਭਰੋਸਾ। ਉਹਨਾਂ ਦੀ ਬੇਟੀ ਸੀ, ਸਿਰ ਰੋਂਦੀ ਸੀ, ਥੋੜਾ ਸਿਰ ਤੇ ਹੱਥ ਧਰਿਆ ਤੇ ਫਿਰ ਇਤਫਾਕਨ ਕਿ ਉਹਨਾਂ ਦੀ ਜਦੋਂ ਅੰਤਮ ਅਰਦਾਸ ਸੀ ਤੇ ਮੈਨੂੰ ਕਹਿੰਦੇ 2 ਸ਼ਬਦ ਬੋਲ ਦਿਓ। ਗੁਰੂ ਘਰ ਦੇ ਵਿੱਚ ਜਿੱਥੇ ਮੇਰੇ ਫਾਦਰ ਦਾ ਭੋਗ ਸੀ ਉੱਥੇ ਉਹਨਾਂ ਦਾ ਵੀ ਭੋਗ ਸੀ, ਤੇ ਮੈਂ ਤਾਂ ਬੋਲਿਆ ਨਹੀਂ ਗਿਆ। ਬੋਲਣ ਲੱਗਿਆ ਮੈਂ ਭਾਵੁਕ ਹੋ ਗਿਆ, ਕਿਉਂਕਿ ਉਸ ਮੌਤ ਦਾ ਮੰਜ਼ਰ ਵੇਖਿਆ ਸੀ ਉਸ ਪਰਿਵਾਰ ਦਾ, ਛੋਟੇ ਛੋਟੇ ਬੱਚੇ, ਮਤਲਬ ਜ਼ਿੰਮੇਵਾਰੀਆਂ ਦੂਰੀਆਂ, ਉਮਰ ਵੀ ਕੋਈ ਬਹੁਤੀ ਨਹੀਂ ਸੀ। ਪਰ ਉਸ ਤੋਂ ਬਾਅਦ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਤਾਂ ਉਸੇ ਸਟੇਜ ਤੇ ਮੈਨੂੰ 2 ਸ਼ਬਦ ਕਹਿਣੇ ਪਏ, ਪਰ ਮੈਂ ਉਹਨਾਂ ਭਾਵੁਕ ਨਹੀਂ ਹੋਇਆ ਜਿੰਨਾ ਉਸ ਸ਼ਖਸੀਅਤ ਦੀ ਮੌਤ ਤੇ ਮੈਂ ਭਾਵੁਕ ਹੋਇਆ। 10-12 ਸਾਲ ਦਾ ਮੇਰੇ ਖਿਆਲ ਅੰਤਰ ਹੋਣਾ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਵਕਤ ਦਰ ਵਕਤ ਬੰਦਾ ਮੌਤ ਤੇ ਜ਼ਿੰਦਗੀ ਬਾਰੇ ਮੈਚੁਰ ਹੁੰਦਾ ਹੈ, ਪਤਾ ਲੱਗਦਾ ਕਿ ਯਾਰ ਜ਼ਿੰਦਗੀ ਦਾ ਸੱਚ ਕੀ ਹੈ। ਜਿਵੇਂ ਉਹ ਉਰਦੂ ਦਾ ਇੱਕ ਸ਼ੇਰ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਕਿ ਮੌਤ ਸੇ ਕਿਸ ਕੋ रुस्तगारी है, आज वो कल हमारी वारी है। जाना सब ने है, राम गयो रावण गयो, जाको वो परवार, हम आदमी है एकदम ही मोहलत मोत न जाना। ते धर्म ये कहता है, पर जिहड़ी विरासत है, सभ्याचार है, वो कहता कि वारे शाह वसाखी जिंदगी दा साडी उम्र है नक्श पतासियां दे। सो उम्र दे हिसाब दे नाल सब ने जाना, राजे राणे सब ने जाना। पर जिहड़ा इस तरह उम्र दे अधवाटे जाना ना, ये बहुत पेनफुल हुंदा है। जां खास करके मौत जदों तुहानूं पता होवे कि बंदा बीमार है, ते उदों असीं मैं वेख्या कि मैंटली प्रिपेयर हो जाने आ कि यार शायद बचणगे जां नहीं बचणगे, है ना। पर जिहड़ी अचानक मौत हुंदी है, जिवें ये मौत सी ड्राइवर दी, जिस तरह उन्हें दस्सिया उस वीर दी कि जाना विआह ते सी, घर वाली चली गई सी, इहने जाना सी
ਤੇ ਇਸ ਤਰ੍ਹਾਂ ਦੀ ਫਿਰ ਜਿਹੜੀ ਮੌਤ ਹੁੰਦੀ ਹੈ ਨਾ ਉਹ ਹਾਲਾ ਦਿੰਦੀ ਹੈ। ਇਸ ਤਰ੍ਹਾਂ ਸਾਡੀ ਇੱਕ ਰਿਸ਼ਤੇਦਾਰੀ 'ਚ ਵੀ ਹੋਇਆ ਸੀ। ਸਾਡੇ ਰਿਸ਼ਤੇ 'ਚ ਮਾਮਾ ਜੀ ਲੱਗਦੇ ਸੀ ਸਾਡੇ, ਤੇ ਵਿਆਹ ਦੀਆਂ ਖੁਸ਼ੀਆਂ ਬੜੀ ਦੇਰ ਬਾਅਦ ਉਸ ਘਰ 'ਚ ਆਈਆਂ ਸੀ ਤੇ ਉਹ ਵੀ ਇਟਲੀ ਤੋਂ ਆਏ ਸਨ ਸਾਡੇ ਮਾਮਾ ਜੀ। ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ, ਵਿਆਹ ਦੇ ਵਿੱਚ ਨੱਚਦੇ ਹੋਏ ਸ਼ਾਮ ਨੂੰ ਡੀਜੇ ਦੇ ਵਿੱਚ, ਮੈਂ ਤਾਂ ਖੈਰ ਨਹੀਂ ਸੀ ਉਸ ਦਿਨ ਗਿਆ, ਦੂਜੇ ਦਿਨ ਜਾਣਾ ਸੀ, ਨੱਚਦੇ ਹੋਏ ਭੰਗੜਾ ਪਾਉਂਦਿਆਂ ਉਹਨਾਂ ਨੂੰ ਇੱਕਦਮ ਅਟੈਕ ਆਇਆ ਤੇ ਡੈਥ ਹੋ ਗਈ। ਮਤਲਬ ਕਿਸ ਤਰ੍ਹਾਂ ਦਾ ਮੰਜ਼ਰ ਹੁੰਦਾ ਕਿ ਘਰ 'ਚ ਲੜੀਆਂ ਲੱਗੀਆਂ ਹੋਈਆਂ ਨੇ, ਲਾਈਟਾਂ ਲੱਗੀਆਂ ਹੋਈਆਂ ਨੇ ਤੇ ਡੈਥ ਹੋ ਚੁੱਕੀ ਹੈ, ਤੇ ਦੂਸਰੇ ਛੋਟੇ ਭਰਾ ਨੇ ਜੰਝ ਚੜ੍ਹਨਾ ਸੀ ਸਵੇਰ ਨੂੰ। ਮਤਲਬ ਕਈ ਵਾਰੀ ਕੁਦਰਤ ਐਡਾ ਕਹਿਰ ਕਰਦੀ ਹੈ ਨਾ, ਤੇ ਉਹ ਫਿਰ ਕਹਿਰੀ ਜਹਿਰੀ ਵੇਖੀ ਨਹੀਂ ਜਾਂਦੀ। ਹੁਣ ਟਰੱਕਿੰਗ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਕਿੰਨੇ ਚਾਅ ਮਲਾਰ ਹੁੰਦੇ ਨੇ, ਥੋੜਾ ਹੁੰਦਾ ਕਿ ਚਲੋ ਹੋਰ ਸਫ਼ਰ ਕਰ ਲਈਏ। ਕਈ ਵਾਰੀ ਗਲਤੀ ਆਪਣੀ ਵੀ ਨਹੀਂ ਹੁੰਦੀ, ਬਗਾਨੇ ਦੀ ਹੁੰਦੀ ਹੈ। ਇਸ ਤਰ੍ਹਾਂ ਸਾਡੇ ਨਾਲ ਅਕਸਰ ਵਾਪਰਦਾ। ਸੋ ਇਸ ਕਰਕੇ ਇਹਨਾਂ ਵਰਤਾਰਿਆਂ ਤੋਂ ਬਚਣ ਦੀ ਜ਼ਰੂਰਤ ਹੈ। ਖਾਸ ਕਰਕੇ ਜਿਵੇਂ ਇਹ ਸੜਕਾਂ ਬੰਦੇ ਖਾਣੀਆਂ ਹੋ ਗਈਆਂ ਨੇ, ਮੈਂ ਕਹਿੰਦਾ ਹੁੰਦਾ ਕਿ ਜਿਹੜੇ ਸੜਕ ਹਾਦਸੇ ਨੇ, ਹਾਦਸੇ ਨਹੀਂ, ਇਹ ਖੁਦਕੁਸ਼ੀਆਂ ਨੇ, ਇਹ ਕਤਲ ਨੇ, ਜਿਹੜੇ ਅਸੀਂ ਗਾਹੇ ਬਗਾਹੇ ਅਣਜਾਣਤਾ ਦੇ ਵਿੱਚ ਕਰ ਰਹੇ ਹਾਂ। ਹੁਣ ਕੱਲ ਵੀ ਪੰਜਾਬ ਦੇ ਵਿੱਚ ਇਸੇ ਤਰ੍ਹਾਂ 4 ਮੌਤਾਂ ਹੋਈਆਂ ਨੇ। ਇਹ ਲਾਪਰਵਾਹੀਆਂ ਨੇ, ਕਾਹਲ ਹੈ ਜ਼ਿੰਦਗੀ ਦੀ, ਜਾਂ ਸਾਡਾ ਸਿਸਟਮ ਦੇ ਨਾਲ ਕੀਤਾ ਧੱਕਾ ਹੈ। ਜਦੋਂ ਅਸੀਂ ਧੱਕਾ ਕਰਦੇ ਹਾਂ ਤੇ ਉਸ ਧੱਕੇ ਦੇ ਰੂਪ ਦੇ ਵਿੱਚ ਫਿਰ ਸਾਨੂੰ ਇਸ ਤਰ੍ਹਾਂ ਦੇ ਕਈ ਵਾਰੀ ਬੜੇ ਦਰਦਨਾਕ ਹਾਦਸੇ ਝੱਲਣੇ ਪੈਂਦੇ ਨੇ, ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਚੱਲੇ ਤਾਂ ਅਸੀਂ ਸਭ ਤੋਂ ਲੇਟ ਹੁੰਦੇ ਹਾਂ ਘਰੋਂ ਤੇ ਪਹੁੰਚਣਾ ਸਭ ਤੋਂ ਪਹਿਲਾਂ ਚਾਹੁੰਦੇ ਹਾਂ। ਇਹ ਸਾਡੀ ਇੱਕ ਬਦਕਿਸਮਤੀ ਦਾ ਕਾਰਨ ਬਣਦਾ ਹੈ। ਖੈਰ, ਸਾਡੇ ਇਹਨਾਂ ਪ੍ਰੋਗਰਾਮਾਂ ਦਾ ਸਮਾਂ ਸਾਰਣੀ ਕਿ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਤੋਂ ਲੈ ਕੇ 8:30 ਵਜੇ ਤੱਕ ਇਹ ਪ੍ਰੋਗਰਾਮ ਪਟਿਆਲਾ ਸਟੂਡੀਓ 'ਚ ਆਨ 에ਅਰ ਹੁੰਦਾ ਹੈ। ਤੇ ਇਸ ਦੇ ਵਿੱਚ ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਬਾਈ ਜੀ ਜੁੜਦੇ ਨੇ, ਤੇ ਇਸ ਦੌਰਾਨ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ tiwanaradio.com ਸਾਡੀ ਵੈਬਸਾਈਟ ਦੇ ਜ਼ਰੀਏ ਸੁਣਿਆ ਜਾ ਸਕਦਾ, ਜਿੱਥੇ ਤੁਹਾਨੂੰ ਸਾਡੇ ਆਈਫੋਨ ਐਪਸ ਨੇ ਜਿਹੜੀਆਂ ਜਾਂ ਐਂਡਰਾਇਡ ਐਪਸ ਨੇ ਉਹਨਾਂ ਦੇ ਲਿੰਕ ਮਿਲਣਗੇ, ਤੇ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ ਤੇ ਟਿਵਾਣਾ ਰੇਡੀਓ ਦਾ YouTube ਪੇਜ ਦਾ ਲਿੰਕ ਮਿਲੇਗਾ। ਉਹ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ ਤੇ ਅੱਗੇ ਜ਼ਰੂਰ ਸ਼ੇਅਰ ਕਰੋ। ਤੇ ਅਮਰੀਕਾ ਦੇ ਵਿੱਚ ਆਪਣਾ ਕਾਲ ਟੂ ਲਿਸਨ ਨੰਬਰ ਹੈ 667 930 9260 667 930 9260 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ ਅਗਰ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣਨਾ ਚਾਹੁੰਦੇ ਹੋ। ਤੇ ਇਸ ਦੌਰਾਨ ਸੋਮਵਾਰ ਤੋਂ ਸ਼ਨੀਵਾਰ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਤੋਂ ਲੈ ਕੇ 8:30 ਵਜੇ ਤੱਕ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ ਤੇ ਅੱਗੇ ਸ਼ੇਅਰ ਜ਼ਰੂਰ ਕਰੋ। ਪ੍ਰੋਗਰਾਮ ਨੂੰ ਪਸੰਦ ਕਰਦੇ ਹੋ, ਸਬਸਕ੍ਰਿਪਸ਼ਨ ਲੈ ਸਕਦੇ ਹੋ। $20 ਮੰਥਲੀ ਹੈ, ਤੁਸੀਂ ਆਪਣੀ ਇੱਛਾ ਦੇ ਮੁਤਾਬਕ ਘੱਟ ਤੇ ਵੱਧ ਵੀ ਕਰ ਸਕਦੇ ਹੋ, ਜਿੰਨੇ ਮਹੀਨੇ ਦੀ ਲੈਣੀ ਉਹ ਵੀ ਕਰ ਸਕਦੇ ਹੋ। ਤੇ ਇਸ ਦੌਰਾਨ ਸਪਾਂਸਰ ਅਗਰ ਤੁਸੀਂ ਕਰਵਾਉਣਾ ਚਾਹੋ ਪ੍ਰੋਗਰਾਮਾਂ ਨੂੰ, ਉਹ ਵੀ ਤੁਸੀਂ ਕਰਵਾ ਸਕਦੇ ਹੋ। ਆਉਣ ਵਾਲੇ ਦਿਨਾਂ 'ਚ ਆਪਾਂ ਪਿੰਡਾਂ 'ਚੋਂ ਪਿੰਡ ਇੱਕ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕਰਨੀ ਹੈ ਕਿ ਪਿੰਡਾਂ ਦਾ ਕੀ ਇਤਿਹਾਸਕ ਪੱਖ ਹੈ, ਪਿੰਡ ਦੀਆਂ ਕੀ ਖਾਸੀਅਤਾਂ ਨੇ, ਪਿੰਡ ਦਾ ਨਾਂ ਕਿਵੇਂ ਪਿਆ, ਇਹਨਾਂ ਵਰਤਾਰਿਆਂ ਤੇ ਵੀ ਗੱਲ ਕਰਨੀ ਹੈ। ਤੇ ਜ਼ਿਕਰ ਸਾਡੇ ਸਪਾਂਸਰ ਸਾਹਿਬ ਦਾ ਬਾਈ ਜੀ ਸੁਰਿੰਦਰ ਸਿੰਘ ਹੋਰੀ ਲਾਈਨ ਤੇ ਆ ਚੁੱਕੇ ਨੇ। ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਸਰ ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਆਪਣੇ ਇੰਡੀਵਿਜੂਅਲ ਬਿਜ਼ਨਸ ਕਾਰੋਬਾਰ ਦੀ ਰਿਟਰਨ ਫਾਈਲ ਕਰਾ ਸਕਦੇ ਹੋ। ਤੇ ਇਸੇ ਦੌਰਾਨ ਤੁਸੀਂ ਅਗਰ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਾਉਣਾ ਤਾਂ ਮਸਲਨ ਜੇ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ ਜਾਂ ਫਿਰ ਬਿਜ਼ਨਸ ਕਾਰੋਬਾਰ ਦੀ ਕੋਈ ਰਿਟਰਨ ਫਾਈਲ ਕਰਨੀ ਹੈ ਤੇ ਉਹ ਵੀ ਸੇਵਾਵਾਂ ਇਹਨਾਂ ਤੋਂ ਲੈ ਸਕਦੇ ਹੋ। ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੇਸ ਫਾਈਲ ਕਰਨਾ, ਜਿਵੇਂ ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਹੈ, ਤਾਂ ਵੀ ਤਰਸੇਮ ਸਿੰਘ ਗਿੱਲ ਨਾਲ ਸੰਪਰਕ ਕਰੋ। ਅਮਰੀਕਾ ਦੇ ਪੜ੍ਹੇ ਲਿਖੇ CPA ਨੇ, ਨਿਊ ਜਰਸੀ ਦੇ ਲਾਗੇ ਈਸਟਰਨ ਸਿਟੀ ਹੈ ਪੈਂਸਿਲਵੇਨੀਆ ਦਾ, ਉੱਥੇ ਵਸਦੇ ਨੇ। 484 764 9861 ਨੰਬਰ ਹੈ, 4847649861। ਇਸੇ ਤਰ੍ਹਾਂ ਅੰਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ ਤੇ ਕੈਨੇਡਾ ਨਵੇਂ ਆਇਓ, ਡਰਾਈਵਿੰਗ ਦੇ ਵਿੱਚ ਉਹ ਰਿਨਿਊਵਲ ਹੋਣ ਵਾਲੀ ਹੈ, ਤਾਂ ਭੈਣਾਂ ਨੇ ਮਨਦੀਪ ਕੌਰ ਨਾਲ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਮੁਤਲਕ ਮਸ਼ਵਰਾ ਕਰ ਸਕਦੇ ਹੋ, ਪਾਲਿਸੀ ਲੈ ਸਕਦੇ ਹੋ। ਨੰਬਰ ਹੈ 647 615 5000 647 615 5000। ਮਨਦੀਪ ਕੌਰ ਜੀ ਟੋਰਾਂਟੋ 'ਚ ਵਸਦੇ ਨੇ, ਹੋਮ ਅਤੇ ਆਟੋ ਇੰਸ਼ੋਰੈਂਸ ਮੁਤਲਕ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਵਾਸ਼ਿੰਗਟਨ ਫreight ਸਰਵਿਸ ਹੈ ਸਿਆਟਲ ਦੇ ਵਿੱਚ, ਅਮਰੀਕਾ ਦੇ ਵਿੱਚ ਲੰਮੇ ਰੂਟਾਂ ਤੋਂ ਉਕਤਾ ਗਏ ਹੋ, ਲੋਕਲ ਰਹਿ ਕੇ ਟਰੱਕ ਚਲਾਉਣਾ ਚਾਹੁੰਦੇ ਹੋ, ਉਸ ਤਰ੍ਹਾਂ ਤੁਸੀਂ ਡਰਾਈਵਰ ਹੋ, ਓਨਰ ਆਪਰੇਟਰ ਹੋ, ਸੰਪਰਕ ਕਰ ਸਕਦੇ ਹੋ ਵਾਸ਼ਿੰਗਟਨ ਫreight ਸਰਵਿਸ ਨੂੰ।
ਤੇ ਤੁਹਾਡੀ ਸਹੂਲਤ ਦੇ ਵਾਸਤੇ ਡਿਸਪੈਚ ਵੀ ਅੰਗਰੇਜ਼ੀ ਪੰਜਾਬੀ ਭਾਸ਼ਾ 'ਚ ਦਿੰਦੇ ਨੇ। ਜਗਦੇਵ ਸਿੰਘ ਸੰਧੂ ਹੋਰਾਂ ਦਾ ਨੰਬਰ ਹੈ 253 266 6924 2532666924। ਗੁਰਵਿੰਦਰ ਸਿੰਘ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 2063544060। ਇਸੇ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਬਾਈ ਸੁੱਖੀ ਘੁੰਮਣ ਨੇ ਟਰਾਂਸਪੋਰਟਰ ਨੇ, ਰੋਡਵੇਜ਼ ਟਰਾਂਸਪੋਰਟ ਇਹਨਾਂ ਦੀ ਟਰੱਕ ਯੂਨੀਅਨ ਸਕੂਲ ਹੁੰਦਾ ਸੀ, ਉਸੇ ਜਗ੍ਹਾ ਤੇ ਇਹਨਾਂ ਨੇ ਬਣਾਇਆ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ। ਦੇਸੀ ਘਿਓ ਦੇ ਪਰੌਂਠੇ ਦਹੀਂ ਦੇ ਨਾਲ ਇਹਨਾਂ ਦੀ ਵਿਸ਼ੇਸ਼ਤਾ ਹੈ। ਇੱਥੇ ਤੁਸੀਂ ਟਰੱਕ ਧਵਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਸੁੱਖੀ ਘੁੰਮਣ ਹੋਰਾਂ ਦਾ ਨੰਬਰ ਹੈ 661 304 7500 6613047500। ਇਸੇ ਤਰ੍ਹਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਜੀ ਬਲਵੀਰ ਸਿੰਘ ਉਸਮਾਨਪੁਰ। ਇਹਨਾਂ ਦੇ ਅਮਰੀਕਾ 'ਚ ਕਈ ਕਾਰੋਬਾਰ ਨੇ। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਵਾਸ਼ਿੰਗਟਨ ਦੇ ਵਿੱਚ ਹੈ ਇਹਨਾਂ ਦਾ ਆਰਲਿੰਗਟਨ ਫਿਊਲ ਸਟਾਪ। ਐਡਰੈਸ ਹੈ 1801 ਪਾਇਓਨੀਅਰ ਈਸਟ ਹਾਈਵੇ, ਐਗਜ਼ਿਟ 208 ਤੇ ਪੈਂਦਾ ਤੇ ਇੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਈਮੇਲ ਸੁਵਿਧਾ ਤੇ ਫ੍ਰੀ ਪਾਰਕਿੰਗ ਮਿਲੇਗੀ। ਟਰੱਕਾਂ ਦਾ ਸਾਜੋ ਸਮਾਨ ਸਮੱਗਰੀ ਇੱਥੋਂ ਖਰੀਦ ਸਕਦੇ ਹੋ। ਆਰਲਿੰਗਟਨ ਫਿਊਲ ਸਟਾਪ 1801 ਪਾਇਓਨੀਅਰ ਈਸਟ ਹਾਈਵੇ, ਐਗਜ਼ਿਟ 208 ਤੇ ਦੂਸਰੀ ਲੋਕੇਸ਼ਨ ਹੈ ਕੈਲੀਫੋਰਨੀਆ ਦੇ ਵਿੱਚ ਲੌਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ, ਲੌਸਟਲ, ਐਗਜ਼ਿਟ 278 ਤੇ ਪੈਂਦਾ ਤੇ ਇੱਥੇ ਤੁਹਾਨੂੰ ਫ੍ਰੀ ਦੇਸੀ ਚਾਹ ਪੰਜਾਬ ਵਾਲੀ ਕੜਕਦਾਰ ਤੇ ਫ੍ਰੀ ਲਾਂਡਰੀ, ਫ੍ਰੀ ਸ਼ਾਵਰ ਲੈ ਸਕਦੇ ਹੋ। ਓਵਰਨਾਈਟ ਪਾਰਕਿੰਗ ਫ੍ਰੀ ਹੈ ਟਰੱਕਿੰਗ ਵਾਸਤੇ ਤੇ ਇੱਥੇ ਨਾਲ ਲਿਕਰ ਸ਼ਾਪ ਵੀ ਬਣੀ ਹੋਈ ਹੈ, ਪਰ ਡਰਾਈਵਿੰਗ ਦੇ ਦੌਰਾਨ ਗੁਰੇਜ਼ ਕੀਤਾ ਜਾਵੇ। ਤੇ ਐਡਰੈਸ ਹੈ ਲੌਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ, ਲੌਸਟਲ, ਐਗਜ਼ਿਟ 278। ਇਸੇ ਦੌਰਾਨ ਇਹਨਾਂ ਦਾ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ, ਮਸਲਨ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ। ਸੋ ਗੈਸ ਸਟੇਸ਼ਨ ਓਨਰ ਵੀਰ ਨੇ ਜਿਹੜੇ ਇਹਨਾਂ ਤੋਂ ਫਿਊਲ ਅਤੇ ਫਰੈਂਚਾਈਜ਼ ਲੈ ਸਕਦੇ ਨੇ। ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਦੀਆਂ ਸੇਵਾਵਾਂ ਵੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਹੋਰਾਂ ਦਾ ਨੰਬਰ ਹੈ 425 232 8413 425 232 8413। ਲਓ, ਇਸ ਕਰਕੇ ਟਰੱਕਿੰਗ ਨਾਲ ਜੁੜੇ ਵੀਰ ਹੋ ਤੇ ਇਹ ਟਰੱਕਿੰਗ ਦੀਆਂ ਕਹਾਣੀਆਂ ਤੁਹਾਨੂੰ ਤਾਂ ਹੀ ਸੁਣਾ ਰਿਹਾ ਕਿ ਜ਼ਿੰਦਗੀ ਬਹੁਤ ਬੇਸ਼ਕੀਮਤੀ ਹੈ। ਕਦੇ ਵੀ ਲਾਪਰਵਾਹੀ ਨਾ ਕਰੋ। ਘਰਾਂ ਦੇ ਘਰ ਉਜੜਦੇ ਨੇ। ਜਿੱਥੇ ਨੀਂਦ ਆਉਂਦੀ ਹੈ ਬ੍ਰੇਕ ਮਾਰੋ, ਕੋਈ ਨੁਕਸਾਨ ਨਹੀਂ ਉਹਦਾ। ਚੰਗੀ ਨੀਂਦ ਲਓ, ਚੰਗੀ ਖੁਰਾਕ ਲਓ, ਬੇਆਰਾਮੀ ਤੋਂ ਗੁਰੇਜ਼ ਕਰੋ, ਰਿਸਕ ਨਾ ਲਓ, ਸੜਕਾਂ ਤੇ ਜਿਹੜਾ ਹੈਗਾ ਸਟੰਟ ਨਾ ਕਰੋ।